ਅਸੀਂ ਚਾਹੁੰਦੇ ਸੀ ਜਾਣੀ ਕੁੜੀ ਵੀ ਥਾਂ ਤੇ ਮਰ ਜਾਂਦੀ। ਕੋਈ ਕਹਿੰਦਾ ਜੀ ਕੁੜੀ ਤਾਂ ਵਿੱਚ ਹੈ ਹੀ ਨਹੀਂ ਸੀ, ਕੋਈ ਕਹਿੰਦਾ ਦੀਪ ਨੂੰ ਪਿੱਛੋਂ ਮਾਰ ਕੇ ਲਿਆਂਦਾ ਗਿਆ। ਜਿਹੜੀ ਵੀ ਜਾਣਕਾਰੀ ਆਉਂਦੀ ਆ, ਚਾਹੇ WhatsApp ਤੋਂ ਆਉਂਦੀ ਆ, ਚਾਹੇ ਚੈਨਲਾਂ ਤੋਂ ਆਉਂਦੀ ਆ, ਚਾਹੇ ਟਵਿੱਟਰ ਤੋਂ, ਇੰਸਟਾਗ੍ਰਾਮ ਤੋਂ, ਕਿਤੇ ਵੀ ਆਉਂਦੀ ਆ, ਉਹਨੂੰ ਥੋੜ੍ਹਾ ਜਿਹਾ ਆਪਣੇ ਜਿੱਦਾਂ ਅਕਲ ਦੇ ਤਰਾਜੂ ਦੇ ਵਿੱਚ ਪਾ ਕੇ ਤੋਲਿਆ ਕਰੋ ਵੀ ਕੀ ਇਹ ਜਿਹੜੀ ਗੱਲ ਬੰਦਾ ਕਹਿ ਰਿਹਾ। ਐ ਨਾ ਹਰੇਕ ਨੂੰ ਤੁਸੀਂ ਸਰਟੀਫਾਈਡ ਪੱਤਰਕਾਰ ਮੰਨ ਕੇ ਕਹਿ ਦਿਆ ਕਰੋ ਵੀ ਇਹ ਔਨ 에ਅਰ ਹੈ ਜੀ, ਇਹ ਡੇਲੀ ਪੋਸਟ ਹੈ ਜੀ। ਤੁਸੀਂ ਉਹਨੂੰ ਗਦਾਰ ਕਿਹਾ ਸੀ, ਮੈਂ ਕਿਹਾ ਦੱਸ ਕਿੱਥੇ ਗਿਆ ਗਦਾਰ ਯਾਰ। ਤੁਸੀਂ ਉਹਨੂੰ ਕਿਹਾ ਸੀ ਪਲਟੀਨਾ, ਮੈਂ ਕਿਹਾ ਨਾ, ਮੈਂ ਕਦੇ ਵੀ ਨਹੀਂ ਕਿਹਾ। ਅੱਜ ਦੀਪ ਦੁਨੀਆ ਦੇ ਉੱਤੇ ਹੈ ਨਹੀਂ। ਮੈਂ ਜਿਹੜਾ ਵੀ ਕੋਈ ਵੀਰੇ ਗੱਲ ਕਰਦਾ, ਮੈਂ ਉਹਨੂੰ ਕਹਿੰਦਾ ਦੀਪ ਦੀ ਕਿਰਦਾਰ ਕੁਸ਼ੀ ਨਾ ਕਰੋ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਕਹਿੰਦਾ ਕਿਵੇਂ, ਕੀ ਹਾਲ ਹੈ? ਕਹਿੰਦਾ ਠੀਕ ਹੈ। ਦੀਪ ਨੂੰ ਪੁੱਛਿਆ ਕੀ ਕਰਦਾ ਫਿਰਦਾ? ਕਹਿੰਦਾ ਮੈਂ ਸ਼ਾਪਿੰਗ ਕਰਦਾ ਫਿਰਦਾ ਆਪਣੇ ਵਿਆਹ ਵਾਸਤੇ। ਸੱਚ ਨੂੰ ਤਾਂ ਪ੍ਰਵਾਨ ਕਰ ਲਓ, ਏਜ ਵੀ ਕਾਹਤੇ ਉਹਦੀ ਗਲਤ ਦੱਸੀ ਜਾਂਦੇ ਆ ਤੁਸੀਂ। ਉਹ 2 ਅਪ੍ਰੈਲ 1979 ਦਾ ਜੰਮਿਆ ਆ। ਖੂਬੀ ਇਹ ਸੀ ਵੀ ਉਹਨੇ ਆਪਣੇ ਆਪ ਨੂੰ ਇੰਨਾ ਸਾਂਭ ਕੇ ਰੱਖਿਆ ਸੀ ਵੀ ਚਾਹੇ ਤੁਸੀਂ ਉਹਨੂੰ 32 ਦਾ ਕਹਿ ਦਿਓ, ਚਾਹੇ 31 ਦਾ ਕਹਿ ਦਿਓ, ਉਹ ਨੌਜਵਾਨ ਸੀ। ਇਹ ਚੀਜ਼ਾਂ ਸਮਝ ਕੇ ਉਹਨੂੰ ਰੋਲ ਮਾਡਲ ਬਣਾਓ। ਫਿਰ ਕਈ ਹੁਣ ਇੱਥੇ ਆਪੂ ਬਣੇ ਪੱਤਰਕਾਰ ਆ ਕੇ ਸਾਨੂੰ ਇਦਾਂ ਸਵਾਲ ਕਰਦੇ ਆ, ਤੇਰੇ ਤੋਂ ਇਹ ਆਸ ਨਹੀਂ ਸੀ। ਉਹ ਮੈਂ ਕਿਹਾ ਭਰਾਵੋ, ਹੁਣ ਤੁਹਾਡੀਆਂ ਆਸਾਂ ਦੇ ਉੱਤੇ ਮੈਂ ਜ਼ਿੰਦਗੀ ਜੀਵਾਂ, ਮੈਂ ਝੂਠ ਬੋਲੀ ਜਾਵਾਂ? ਬੌਧਿਕ ਤੌਰ ਤੇ ਅਸੀਂ ਲੋਕ ਕੰਗਾਲ ਹੋ ਚੁੱਕੇ ਹਾਂ। ਉਹਦੀ ਨਿਸ਼ਾਨੀ ਕੀ ਹੈ? ਜਦੋਂ ਤੁਸੀਂ ਆਪਣੀ ਬੁੱਧ ਨੂੰ, ਆਪਣੀ ਮੱਤ ਨੂੰ ਵਰਤਣੋਂ ਹਟ ਜਾਓ, ਲੋਕਾਂ ਦੀਆਂ ਕਈਆਂ ਗੱਲਾਂ ਤੇ ਬਿਨਾਂ ਹੀ ਕਿਸੇ ਗੱਲ ਦੀ ਤਫਤੀਸ਼ ਕੀਤਿਆਂ ਤੁਸੀਂ ਯਕੀਨ ਕਰਨ ਲੱਗ ਜਾਓ, ਉਦੋਂ ਤੁਸੀਂ ਬੌਧਿਕ ਤੌਰ ਤੇ ਕੰਗਾਲ ਹੋ ਜਾਂਦੇ ਆ। ਸਤਿ ਸ਼੍ਰੀ ਅਕਾਲ ਦੋਸਤੋ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰੂੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਤੁਹਾਡੇ ਕੋਲ ਸੋਸ਼ਲ ਮੀਡੀਆ ਤੋਂ ਆਈ ਆ ਜਾਂ ਤੁਹਾਡੇ ਕੋਲ ਪੰਜਾਬੀ ਚੈਨਲ ਤੋਂ ਆਈ ਆ, ਮੈਂ ਕਹਿ ਸਕਦਾ ਵੀ ਖਾਸ ਤੌਰ ਤੇ ਦੀਪ ਦੇ ਕੇਸ ਦੇ ਬਾਰੇ, ਉਹ ਸਾਰੀ ਇਨਫੋਰਮੇਸ਼ਨ ਨੂੰ ਥੋੜ੍ਹੀ ਜਿਹੀ ਪਰੇ ਰੱਖ ਕੇ ਮੇਰੀ ਗੱਲ ਸੁਣਿਓ। ਦੂਸਰੀ ਗੱਲ, ਜੇਕਰ ਤੁਸੀਂ ਕਿਸੇ ਇੱਕ ਧਿਰ ਦੇ ਪੱਖ 'ਚੋਂ ਜਾਂ ਕਿਸੇ ਵਿਰੋਧਤਾ ਦੇ ਵਿੱਚ ਹੋ, ਇਹ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਇਹ ਵੀ ਗੱਲ ਆਪਣੇ ਦਿਲੋਂ ਦਿਮਾਗ ਦੇ ਵਿੱਚੋਂ ਕੱਢ ਕੇ ਮੇਰੀ ਗੱਲ ਸੁਣਿਓ। ਅਤੇ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਵਾਅਦਾ ਕਰਦਾ ਵੀ ਅੱਜ ਜੋ ਵੀ ਗੱਲ ਤੁਹਾਡੇ ਨਾਲ ਕਰੂੰਗਾ ਬਿਲਕੁਲ ਨਿਰਪੱਖ ਹੋ ਕੇ ਕਰੂੰਗਾ। ਕੋਸ਼ਿਸ਼ ਤਾਂ ਪਹਿਲਾਂ ਵੀ ਇਹੀ ਰਹੀ ਆ ਵੀ ਆਪਾਂ ਨਿਰਪੱਖ ਗੱਲ ਕਰੀਏ, ਪਰ ਕਈ ਵਾਰੀ ਕਿਸੇ ਇੱਕ ਪਾਸੇ ਦੇ ਹੱਕ ਦੇ ਵਿੱਚ ਕੀਤੀ ਉਹ ਗੱਲ ਆਟੋਮੈਟਿਕ ਹੀ ਦੂਜੇ ਪਾਸੇ ਦੇ ਵਿਰੋਧ ਵਿੱਚ ਜਿਹੜੀ ਉਹ ਜਾਂਦੀ ਰਹੀ ਆ। ਭਾਵੇਂ ਕਿ ਅਸੀਂ ਸੰਯੁਕਤ ਮੋਰਚੇ ਦੇ ਨਾਲ ਖੜ੍ਹੇ ਸੀ, ਪਰ ਕਈ ਵਾਰੀ ਸੰਯੁਕਤ ਮੋਰਚੇ ਨੂੰ ਕੁਛ ਧਿਰਾਂ ਜਿਹੜੀਆਂ ਭੰਡ ਰਹੀਆਂ ਸੀ, ਉਹ ਸਾਨੂੰ ਆਪਣੀ ਵਿਰੋਧਤਾ ਦੇ ਖੇਮੇ ਦੇ ਵਿੱਚ ਪਾ ਕੇ ਦੇਖ ਰਹੀਆਂ ਸੀ। ਇੱਥੇ ਸਾਡੀ ਬਦਕਿਸਮਤੀ ਵੀ ਰਹੀ ਆ, ਕਿਉਂਕਿ ਉਹ ਵੀ ਸਾਡੇ ਸਾਰੇ ਆਪਣੇ ਭਰਾ ਆ ਜਿਹੜੇ ਸਾਨੂੰ ਇਸ ਤਰ੍ਹਾਂ ਦੇਖ ਰਹੇ ਸੀ। ਅਸੀਂ ਹਮੇਸ਼ਾ ਹੀ ਕਹਿੰਦੇ ਰਹੇ ਹਾਂ ਵੀ ਮੋਰਚਾ ਜਿੱਤ ਲਈਏ। ਜਦੋਂ ਮੋਰਚਾ ਜਿੱਤਿਆ ਗਿਆ, ਉਸ ਤੋਂ ਬਾਅਦ ਵਿੱਚ ਤੁਸੀਂ ਵੀ ਜੇ ਕੋਈ ਮੋਰਚਾ ਲਾਓਗੇ, ਅਸੀਂ ਉਸ ਟਾਈਮ ਤੁਹਾਡੇ ਹੱਕ ਦੇ ਵਿੱਚ ਪੰਜਾਬ ਵਾਸਤੇ ਜ਼ਰੂਰ ਖੜ੍ਹੇ ਹੋਵਾਂਗੇ। ਸੋ ਮੈਂ ਗੱਲ ਕਰਦਾ ਸੀਗਾ ਯੂਟਿਊਬਰਾਂ ਦੀ, ਮੈਂ ਗੱਲ ਕਰਦਾ ਸੀਗਾ ਪੰਜਾਬੀ ਚੈਨਲਾਂ ਦੀ। ਮੈਂ ਕਿਸੇ ਦਾ ਨਾਂ ਨਹੀਂ ਲੈਣਾ, ਮੈਂ ਤਾਂ ਇੱਕ ਵੀਡੀਓ ਹੀ ਰੱਦ ਕਰਨੇ ਨੂੰ ਫਿਰਦਾ, ਕਿਉਂਕਿ ਇਸ ਕੇਸ ਦੇ ਵਿੱਚ ਜਿੰਨਾ ਝੂਠ ਤੂਫਾਨ ਸੋਸ਼ਲ ਮੀਡੀਆ ਉੱਤੇ ਬੋਲਿਆ ਗਿਆ, ਯੂਟਿਊਬਰਾਂ ਵੱਲੋਂ ਬੋਲਿਆ ਗਿਆ, ਸਾਡੇ ਪੰਜਾਬੀ ਚੈਨਲਾਂ ਵੱਲੋਂ ਬੋਲਿਆ ਗਿਆ, ਉਹਦਾ ਗਵਾਹ ਮੈਂ ਹਾਂ। ਮੈਂ ਉਹਦਾ ਗਵਾਹ ਕਿਉਂ ਹਾਂ? ਕਿਉਂਕਿ ਇਸ ਕੇਸ ਨੂੰ ਮੈਂ ਵੀ ਬਹੁਤ ਨੇੜਿਓਂ ਵਾਚਿਆ। ਮੇਰੀ ਬਦਕਿਸਮਤੀ ਰੱਖ ਲਓ ਵੀ ਇਹਨੂੰ ਮੈਂ ਇੰਨਾ ਜ਼ਿਆਦਾ ਉਹ ਨੇੜੇ ਦੇਖ ਕੇ ਚੁੱਪ ਨਹੀਂ ਰਹਿ ਸਕਿਆ। ਹਾਲਾਂਕਿ ਇਹ ਸਾਡਾ ਕੰਮ ਨਹੀਂ ਅਸੀਂ ਆ ਕੇ ਫੇਸਬੁੱਕ ਦੇ ਉੱਤੇ ਤੁਹਾਨੂੰ ਇਹੋ ਜਿਹੀਆਂ ਇਨਫੋਰਮੇਸ਼ਨਾਂ ਦਈਏ। ਇਹ ਸਾਡੇ ਪੱਤਰਕਾਰ ਭਾਈਚਾਰੇ ਦਾ ਕੰਮ ਆ ਵੀ ਉਹ ਖਬਰਾਂ ਜਿਹੜੀਆਂ ਸਹੀ ਤਰੀਕੇ ਨਾਲ ਲੱਭ ਕੇ ਲੈ ਕੇ ਆਉਣ, ਔਰ ਉਹ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਰੱਖਣ, ਜਿਹਦੇ ਨਾਲ ਸਾਡੇ ਸਮਾਜ ਦਾ ਵੀ ਫਾਇਦਾ ਹੋ ਸਕੇ ਅਤੇ ਸਮਾਜ ਦੀ ਜਿਹੜੀ ਆ ਇਕਜੁੱਟਤਾ ਜਿਹੜੀ ਉਹ ਵੱਧ ਸਕੇ। ਪਰ ਕੀ ਆ, ਪਿਛਲੇ ਟਾਈਮ 'ਚ ਮੈਂ ਦੇਖ ਰਿਹਾ ਕਿ ਇਹ ਜਿੰਨੇ ਵੀ ਚੈਨਲ ਨਵੇਂ ਆਏ ਆ ਅੰਦੋਲਨ ਦੇ ਵਿੱਚੋਂ, ਇਹ ਤਕਰੀਬਨ ਸਮਾਜ ਨੂੰ ਜਿਹੜਾ ਉਹ ਅੱਗ ਲਾਉਣ ਦਾ ਕੰਮ ਕਰ ਰਹੇ ਆ। ਹੁਣ ਇਹਨਾਂ ਦਾ ਸੇਕ ਸਾਡੇ ਆਪਣਿਆਂ ਘਰਾਂ ਤੱਕ ਵੀ ਚਲੇ ਗਿਆ। ਉਹਦੀ ਗੱਲ ਮੈਂ ਤੁਹਾਨੂੰ ਤਾਜ਼ਾ ਮਿਸਾਲ ਦੱਸਦਾ। ਮੇਰੇ ਭੂਆ ਜੀ ਦਾ ਲੜਕਾ ਮੇਰੇ ਤੋਂ 4 ਸਾਲ 5 ਸਾਲ ਛੋਟਾ ਹੋਣਾ, ਉਹਦਾ ਐਕਸੀਡੈਂਟ ਹੋਇਆ ਪਿਛਲੇ ਦਿਨਾਂ ਦੇ ਵਿੱਚ। ਮੈਂ ਉਹਦੀ ਖਬਰਸਾਰ ਲੈਣ ਵਾਸਤੇ ਉਹਨੂੰ ਕਾਲ ਕੀਤੀ। ਮੈਂ ਕਿਹਾ ਗੁਰਜੀਤ ਕਿਵੇਂ ਵਾਪਰਿਆ ਸਾਰਾ ਕੁਛ ਹੀ? ਉਹਨੇ ਮੈਨੂੰ ਚਲੋ ਲੰਮੀ ਸਟੋਰੀ ਉਹਨੇ ਦੱਸਿਆ ਵੀ ਮੈਂ ਆਪਣੇ ਭਾਜੀ ਸਾਈਡ ਦੇ ਉੱਤੇ ਜਾ ਰਿਹਾ ਸੀ, ਮੂਹਰੋਂ ਇੱਕ ਮੋਟਰਸਾਈਕਲ ਆਇਆ, ਉਹਦੀ ਬੇਧਿਆਨੀ ਸੀ, ਉਹ ਬੇਧਿਆਨੀ ਦੇ ਵਿੱਚ ਆ ਕੇ ਬਿਲਕੁਲ ਮੇਰੀ ਰੁਕੀ ਹੋਈ ਗੱਡੀ ਦੇ ਵਿੱਚ ਆ ਕੇ ਵੱਜਿਆ। ਜਦੋਂ ਵੱਜਿਆ ਗੱਡੀ ਦੇ ਵਿੱਚ ਤਾਂ ਉਹਦੀ ਮੋਟਰਸਾਈਕਲ ਦੀ ਲਾਈਟ ਟੁੱਟ ਗਈ, ਮੇਰੀ ਗੱਡੀ ਦਾ ਬੰਪਰ ਵਿੰਗਾ ਹੋਇਆ। ਇਹ ਘਟਨਾ ਹੋਈ ਆ, ਜਿਹੜੇ ਉਸ ਏਰੀਏ ਦੇ ਵੀਰਿਆ ਨੋਟ ਕਰ ਲੈਣ, ਇਹ ਚੰਦ ਪੁਰਾਣਾ ਪਿੰਡ ਪੈਂਦਾ ਮੋਗੇ ਦੇ ਲਾਗੇ, ਉਹਦੇ ਲਾਗੇ ਘਟਨਾ ਹੋਈ ਆ। ਗੱਡੀ ਉਹਦੀ ਚੜਿੱਕ ਚੌਂਕੀ 'ਚ ਖੜ੍ਹੀ ਸੀ। ਜੇ ਉਹ ਲੈ ਆਇਆ ਹੋਵੇ ਤਾਂ ਪਤਾ ਨਹੀਂ, ਪਰ ਜਿੱਦਣ 4 ਦਿਨ ਪਹਿਲਾਂ ਗੱਲ ਹੋਈ ਆ, ਉਦਣ ਗੱਡੀ ਹਜੇ ਚੜਿੱਕ ਚੌਂਕੀ ਦੇ ਵਿੱਚ ਹੀ ਖੜ੍ਹੀ ਸੀਗੀ। ਸੋ ਮੈਂ ਲਾਈਵ ਨੂੰ ਲੰਮਾ ਨਾ ਕਰਾਂ, ਉਹ ਸਾਰੀ ਗੱਲਬਾਤ ਸੁਣੀ। ਮੈਂ ਕਿਹਾ ਫਿਰ ਕੀ ਹੋਇਆ? ਕਹਿੰਦਾ ਭਾਜੀ ਮੋਟਰਸਾਈਕਲ ਦੀ ਲਾਈਟ ਟੁੱਟੀ ਆ, ਮੇਰੀ ਗੱਡੀ ਦਾ ਥੋੜ੍ਹਾ ਜਿਹਾ ਬੰਪਰ ਵਿੰਗਾ ਹੋਇਆ, ਅਤੇ ਜਿਹੜਾ ਭਰਾ ਮੋਟਰਸਾਈਕਲ ਚਲਾ ਰਿਹਾ ਸੀਗਾ ਉਹ ਜਦੋਂ ਡਿੱਗਿਆ, ਡਿੱਗਦੇ ਸਾਰੀ ਉਹਦਾ ਸਿਰ ਜਿਹੜਾ ਸੀਗਾ ਉਹ ਥੱਲੇ ਜ਼ਮੀਨ 'ਤੇ ਵੱਜਿਆ ਅਤੇ ਉਹਦੇ ਕੰਨ 'ਚੋਂ ਕਹਿੰਦਾ ਮਾੜਾ ਜਿਹਾ ਖੂਨ ਨਿਕਲਿਆ। ਅਸੀਂ ਕਹਿੰਦਾ ਉਹਨੂੰ ਚੱਕ ਕੇ ਹੌਸਪੀਟਲ ਲੈ ਗਏ ਹਾਂ। ਉਹਦੀ ਵਾਈਫ ਜਿਹੜੀ ਉਹ ਸਾਡੇ ਨਾਲ ਬੈਠ ਕੇ ਗਈ ਹੈ। ਉਹਦੀ ਵਾਈਫ ਦੇ ਕਿਤੇ ਝਰੀਟ ਵੀ ਹੈ ਨਹੀਂ ਸੀ। ਇਹ ਗੱਲ ਜਿਹੜੀ ਮੈਂ ਕਹਿ ਰਿਹਾ ਔਨ ਰਿਕਾਰਡ ਕਹਿ ਰਿਹਾ,
ਤੁਸੀਂ ਉਹ ਪਿੰਡ ਪਤਾ ਕਰ ਲਿਓ, ਮੋਗੇ ਤੋਂ ਉਹ ਪਰਿਵਾਰ ਹੈ। ਤੇ ਉਹਦੇ ਵਾਈਫ ਦੇ ਝਰੀਟ ਵੀ ਹੈ ਨਹੀਂ ਸੀ। ਜਦੋਂ ਅਸੀਂ ਹਸਪੀਟਲ ਲੈ ਗਏ ਗੱਡੀ 'ਚ ਪਾ ਕੇ, ਤਾਂ ਉਹ ਜਿਹੜਾ ਚਲਾ ਰਿਹਾ ਸੀ ਵੀਰ, ਉਹਨੂੰ ਡਾਕਟਰ ਨੇ ਜਿਹੜਾ ਸੀਗਾ ਉਹ ਮ੍ਰਿਤਕ ਐਲਾਨ ਦਿੱਤਾ। ਹੁਣ ਮੇਰੇ ਸੁਭਾਵ ਕੇ ਗੱਲ ਮੂੰਹ ਚੋਂ ਨਿਕਲੀ, ਜਿਹੜਾ ਕੋਈ ਇੰਸੀਡੈਂਟ ਹੋਇਆ ਹੁੰਦਾ, ਮੈਂ ਕਿਹਾ ਯਾਰ ਵੀ ਆਹ ਤਾਂ ਬਿਲਕੁਲ ਹੀ ਜਿੱਦਾਂ ਕਹਿ ਲਓ ਵੀ ਦੀਪ ਦੇ ਨਾਲ ਰੀਨਾ ਬੈਠੀ ਸੀ, ਵੀ ਰੀਨਾ ਦੇ ਝਰੀਟ ਨਹੀਂ ਆਈ, ਪਰ ਦੀਪ ਉਹ ਥਾਂ ਤੇ ਪੂਰਾ ਹੋ ਗਿਆ, ਕਿਉਂਕਿ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ। ਤੇ ਉਹਦਾ ਜਿਹੜਾ ਮੈਨੂੰ ਜਵਾਬ ਮੂਹਰੋਂ ਮਿਲਿਆ ਮੇਰੇ ਆਪਣੇ ਭੂਆ ਦੇ ਪੁੱਤ ਦਾ, ਕਹਿੰਦਾ ਭਾਜੀ ਦੀਪ ਨੂੰ ਤਾਂ ਮਾਰ ਕੇ ਪਿੱਛੋਂ ਲੈ ਕੇ ਆਏ ਆ। ਮੈਂ ਕਿਹਾ ਗੁਰਜੀਤ ਹੋਰ ਫਿਰ ਸੁਣਾ, ਦੱਸ ਵੀ ਤੈਨੂੰ ਇਹਦੇ ਕੋਲ ਇਨਫੋਰਮੇਸ਼ਨ ਇਹਦੇ ਬਾਰੇ ਕਿੰਨੀ ਗਿਆ, ਕਿੱਦਾਂ ਮਾਰਿਆ? ਕਹਿੰਦਾ ਜੀ ਮੱਥੇ 'ਚ ਗੋਲੀ ਮਾਰੀ ਆ। ਮੈਂ ਕਿਹਾ ਅੱਛਾ, ਫੇਰ ਕੀ ਕੀਤਾ? ਫਿਰ ਕਹਿੰਦਾ ਲਿਆ ਕੇ ਜੀ ਉਹਨੂੰ ਗੱਡੀ 'ਚ ਪਾੜ ਦਿੱਤਾ। ਮੈਂ ਫਿਰ ਕਿਹਾ ਗੁਰਜੀਤ ਗੱਡੀ ਤਾਂ ਫਿੱਸੀ ਪਈ ਸੀ। ਕਹਿੰਦਾ ਵੀ ਪਤਾ ਨਹੀਂ ਭਾਜੀ, ਸਾਡੇ ਕੋਲ ਤਾਂ ਜਿੰਨੇ ਵੀ ਚੈਨਲ ਹੈ ਇੱਥੇ, ਜਿੰਨੇ ਵੀ YouTube ਚੈਨਲ ਹੈ, ਜਾਂ ਜਿੰਨੇ ਵੀ ਖਾਸ ਤੌਰ 'ਤੇ ਹੁਣ ਸਾਡੀਆਂ ਵੱਡੀਆਂ ਸ਼ਖਸੀਅਤਾਂ ਆ, ਉਹ ਤਾਂ ਇਹੀ ਬਿਆਨ ਦੇ ਰਹੀਆਂ। ਫਿਰ ਉਹਨੂੰ ਮੈਂ ਦੱਸਿਆ, ਮੈਂ ਕਿਹਾ ਹੋਰ ਫਿਰ ਕੁੜੀ ਦੇ ਬਾਰੇ ਕੀ ਕਹਿ ਰਹੀ ਹੈ? ਕਹਿੰਦਾ ਕੁੜੀ ਭਾਜੀ ਕਾਤਲ ਹੈ, ਕੁੜੀ ਕੋਈ ਹਿੰਦੂਆਂ ਦੀ ਕੁੜੀ ਆ, ਬੰਬੇ ਰਹਿੰਦੀ ਆ, ਉਹਦਾ ਵੀ ਵਿੱਚ ਇਹਦੇ ਹੱਥ ਹੈ। ਮੈਂ ਕਿਹਾ ਗੁਰਜੀਤ ਕੁੜੀ ਦਾ ਪਿੰਡ ਹੈਗਾ ਖਾਨਖਾਨਾ, ਸਾਤੋਂ ਹੈਗਾ ਉਹ 2 ਕਿਲੋਮੀਟਰ ਤੇ ਜਦੋਂ ਮੈਂ ਸਾਰਾ ਪਰਿਵਾਰ ਬਾਰੇ ਦੱਸਿਆ, ਇੱਥੇ ਬਹੁਤ ਪਰਿਵਾਰ ਜਿਹੜੇ ਆ ਉਹ ਪਧਾਣਿਆਂ ਤੋਂ ਰਹਿੰਦੇ ਆ। ਆਪਣੇ ਵੀਰ ਜਿਹੜਾ ਗਾਇਕ ਆ ਧਰਮਵੀਰ ਥਾਂਦੀ, ਉਹਨਾਂ ਦਾ ਪਿੰਡ ਵੀ ਪਧਾਣਾ ਆ। ਟਹਿਲ ਸਿੰਘ ਥਾਂਦੀ ਬੜੇ ਵੱਡੇ ਟਰਾਂਸਪੋਰਟਰ ਆ ਫਰੀਨੋ ਦੇ, ਉਹਨਾਂ ਦਾ ਪਿੰਡ ਵੀ ਪਧਾਣਾ ਆ। ਉੱਥੇ ਕੁੜੀ ਦੇ ਨਾਨਕੇ ਆ ਰੀਨਾ ਦੇ। ਜਦੋਂ ਨੂੰ ਮੈਂ ਸਾਰਾ ਕੁਝ ਦੱਸਿਆ, ਮੈਂ ਕਿਹਾ ਰੀਨਾ ਦੀਪ ਦੇ ਸੰਪਰਕ ਦੇ ਵਿੱਚ ਪਿਛਲੇ ਤਕਰੀਬਨ 5 ਸਾਲ ਤੋਂ ਸੀ। ਉਹਨਾਂ ਦਾ ਵਿਆਹ ਹੋਣ ਜਾ ਰਿਹਾ ਸੀ ਇਸ ਸਾਲ, ਤੇ ਇਹ ਬਹੁਤ ਮਾੜੀ ਘਟਨਾ ਉਹ ਖੁਸ਼ੀ ਦੇ ਟਾਈਮ ਤੋਂ ਪਹਿਲਾਂ ਵਾਪਰ ਗਈ, ਜਿਹਦਾ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਦੁੱਖ ਹੈ। ਪਰ ਉਹ ਤੋਂ ਵੀ ਵੱਡਾ ਦੁੱਖ ਹੈ ਜਿਹੜੀਆਂ ਕਹਾਣੀਆਂ ਬਣਾ ਕੇ ਹੁਣ ਪਰੋਸੀਆਂ ਜਾ ਰਹੀਆਂ, ਮੰਨੀਆਂ ਜਾ ਰਹੀਆਂ, ਜਾਂ ਲੋਕ ਮੰਨ ਬੈਠੇ ਆ, ਉਹਨਾਂ ਦੇ ਉੱਤੇ ਕੋਈ ਵੀ YouTube ਚੈਨਲ ਨਹੀਂ ਬੋਲਦਾ, ਕੋਈ ਵੀ ਆਪਣਾ ਵੱਡਾ ਨੇਤਾ ਨਹੀਂ ਬੋਲਦਾ। ਕਿਸਾਨ ਆਗੂ ਡਰੇ ਬੈਠੇ ਆ। ਕਿਉਂਕਿ ਉਹ ਸਟੇਜਾਂ ਦੇ ਉੱਤੋਂ ਪ੍ਰਚਾਰਿਆ ਕੀ ਜਾ ਰਿਹਾ ਬਈ ਹੁਣ ਦੀਪ ਤਾਂ ਸ਼ਹੀਦ ਹੋ ਗਿਆ, ਵੀ ਹੁਣ ਆਗੂ ਤੁਹਾਨੂੰ ਪੈ ਗਈ ਠੰਡ। ਇੱਥੇ ਸੋਚਣ ਵਾਲੀ ਗੱਲ ਤਾਂ ਇਹ ਆ ਸੁਹਿਰਦ ਵੀਰੋ, ਤੁਸੀਂ ਜਿੰਨੇ ਵੀ ਆ, ਵੀ ਦੀਪ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਮੈਨੂੰ ਪਹਿਲਾਂ ਇੱਕ ਗੱਲ ਗੌਰ ਨਾਲ ਦੱਸੋ, ਇਹਦੇ ਵਿੱਚ ਕਿਸਾਨ ਆਗੂਆਂ ਦਾ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਜਾਂ ਕਿਸੇ ਵੀ ਹੋਰ ਬੰਦੇ ਦਾ ਇਹਦੇ ਵਿੱਚ ਕੀ ਕਸੂਰ ਹੈ? ਫਿਰ ਕਹਿੰਦੇ ਆ ਚੈਨਲਾਂ ਦੇ ਉੱਤੇ ਤੁਸੀਂ ਦੇਖੋ, ਜਦੋਂ ਵੀ ਉਹ ਗੱਲ ਕਰਦੇ ਆ ਦੂਜੀ ਗੱਲ ਹੀ ਨਹੀਂ ਕਰਦੇ। ਉਹਨੇ ਹਰੇਕ ਇੰਟਰਵਿਊ ਦੇ ਵਿੱਚ 2-3 ਵਾਰੀ ਮਨਦੀਪ ਦੇ ਕੋਲੋਂ ਪੁੱਛਣਾ ਹੁੰਦਾ, ਉਹਦੇ ਭਰਾ ਦੇ ਕੋਲੋਂ, ਜਾਂ ਹੋਰ ਵੀ ਕਿਸੇ ਨੂੰ ਪੁੱਛਦੇ ਆ, ਦੇਖੋ ਜੀ ਤੁਹਾਡੇ ਭਰਾ ਨੂੰ ਗਦਾਰ ਕਿਹਾ ਗਿਆ ਸੀ, ਤੁਸੀਂ ਦੱਸੋ ਜੀ ਇਹਦੇ ਬਾਰੇ ਕੀ ਆ? ਜਾਣੀ ਕਿ ਇੰਨੀ ਕੁ ਅੱਗ ਛਿੜਕ ਰਹੇ ਆ ਵੀ ਲੋਕਾਂ ਦੇ ਵਿੱਚ ਇੰਨਾ ਜ਼ਹਿਰ ਭਰ ਦਈਏ ਕਿਸਾਨ ਆਗੂਆਂ ਬਾਰੇ, ਕਿਉਂਕਿ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਸਟੇਟ ਦਾ, ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਰਾਜਨੀਤਿਕ ਪਾਰਟੀਆਂ ਦਾ, ਜਿਹੜੀਆਂ ਡਰੀਆਂ ਪਈਆਂ ਵੀ ਜਿਹੜਾ ਕਿਸਾਨਾਂ ਦਾ ਪ੍ਰੈਸ਼ਰ ਗਰੁੱਪ ਬਣਿਆ ਆ, ਜਿਹੜੇ ਪ੍ਰੈਸ਼ਰ ਗਰੁੱਪ ਨੇ ਮੋਦੀ ਨੂੰ ਕੋਡਾ ਕਰ ਲਿਆ, ਉਹ ਪ੍ਰੈਸ਼ਰ ਗਰੁੱਪ ਜਿਹੜਾ ਆ ਹੁਣ ਇਸ ਟਾਈਮ ਪੰਜਾਬ ਸਰਕਾਰ ਨੂੰ ਵਿਪਤਾ ਪਾ ਦੂਗਾ। ਜਿਹਦੀ ਮਰਜ਼ੀ ਸਰਕਾਰ ਬਣ ਜਾਵੇ, ਉਸੇ ਸਰਕਾਰ ਨੂੰ ਪੂਰੀ ਵਿਪਤਾ ਆ ਵੀ ਸਾਨੂੰ ਇਹਨਾਂ ਨੇ ਆਪਣੀ ਮਰਜ਼ੀ ਨਾਲ ਕੰਮ ਨਹੀਂ ਕਰਨ ਦੇਣਾ, ਇਹਨਾਂ ਨੇ ਪ੍ਰੈਸ਼ਰ ਪਾ ਕੇ ਕੰਮ ਜਿਹੜਾ ਕਰਵਾਉਣਾ ਆ ਉਹ ਹਰੇਕ ਉਹ ਕਰਵਾਉਣਾ, ਜਿਹੜੇ ਅਸੀਂ ਵਾਅਦੇ ਕੀਤੇ ਉਹ ਮੈਨੀਫੈਸਟੋ ਦੇ ਵਿੱਚ। ਹੁਣ ਉਹ ਸਾਰੇ ਕਾਸੇ ਵਾਸਤੇ ਪੱਬਾਂ ਭਰ ਸਾਰੀਆਂ ਰਾਜਨੀਤਿਕ ਪਾਰਟੀਆਂ ਵੀ ਹੋਈਆਂ ਆ, ਏਜੰਸੀਆਂ ਵੀ ਹੋਈਆਂ ਆ, ਸੈਂਟਰ ਸਰਕਾਰ ਵੀ ਹੋਈ ਓ ਆ। ਉੱਥੇ ਘਿਰਿਆ ਕੌਣ ਹੈ? ਘਿਰਿਆ ਫਿਰ ਆਮ ਪੰਜਾਬੀ ਆ, ਮਿਹਨਤਕਸ਼ ਬੰਦਾ ਆ, ਉਹਦੇ ਤੱਕ ਜਿਹੜੀਆਂ ਖਬਰਾਂ ਪਹੁੰਚ ਰਹੀਆਂ ਉਹ ਸੱਚ ਮੰਨੀ ਜਾਂਦਾ। ਇਹ ਕੋਈ ਪਹਿਲਾ ਕੰਮ ਨਹੀਂ, ਪਹਿਲਾਂ ਵੀ ਇਹੀ ਕੁਛ ਹੋ ਹਟਿਆ। ਜਿੰਨੇ ਮੋਰਚੇ ਪਹਿਲਾਂ ਤੁਹਾਡੀ ਰੋਟੀ ਵਾਸਤੇ ਲੱਗੇ ਆ, ਉਹਨਾਂ ਮੋਰਚਿਆਂ ਨੂੰ ਹਮੇਸ਼ਾ ਹੀ ਇਹੀ ਤਰ੍ਹਾਂ ਧਿਰਾਂ ਬਣਾ ਕੇ, ਇੱਕ ਧਿਰ ਬਣਦੀ ਆ, ਦੂਜੀ ਧਿਰ ਨੂੰ ਭੰਡਦੀ ਆ, ਫਿਰ ਉਹਨਾਂ 'ਚ ਲੜਾਈ ਹੁੰਦੀ ਆ। ਖਤਰਾ ਇੱਥੇ ਪੂਰਾ ਬਣਿਆ ਆ। ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਖਰਾਬ ਹੋਣ ਜਾ ਰਹੇ ਆ। ਜਿੰਨੇ ਵੀ ਤੁਸੀਂ ਸੁਹਿਰਦ ਵੀਰ ਆ, ਚਾਹੇ ਤੁਸੀਂ ਸੋਸ਼ਲ ਮੀਡੀਆ 'ਤੇ ਆ, ਚਾਹੇ ਤੁਸੀਂ ਕੋਈ ਪੱਤਰਕਾਰ ਜਿਸ ਤੁਹਾਡਾ ਹੈਗਾ, ਇਹ ਖਿਆਲ ਰੱਖਿਓ ਵੀ ਜਿੱਦਣੇ ਅੱਗ ਲੱਗੀ ਨਾ, ਉਹਦੇ ਵਿੱਚ ਤੁਸੀਂ ਸਾਰਿਆਂ ਨੇ ਆ ਜਾਣਾ, ਬਚਣਾ ਕਿਸੇ ਨੇ ਨਹੀਂ। ਮੈਂ ਆਪਣੀ ਗੱਲ ਕਰਦਾ, ਮੈਨੂੰ 27 ਸਾਲ ਹੋ ਗਏ ਪਿੰਡੋਂ ਆਏ ਨੂੰ। ਮੈਂ ਅੱਗੇ ਵੀ ਕਹਿੰਦਾ ਹੁੰਦਾ, ਮੈਂ ਤਾਂ ਮੁੜ ਕੇ ਨਹੀਂ ਗਿਆ, ਸ਼ਾਇਦ ਮੈਂ ਮੁੜ ਕੇ ਨਾ ਵੀ ਜਾਵਾਂ। ਪਰ ਕੀ ਆ ਵੀ ਤੁਹਾਡੇ ਉੱਥੇ ਬੱਚੇ ਆ, ਤੁਹਾਡੇ ਉੱਥੇ ਬਜ਼ੁਰਗ ਆ, ਤੁਹਾਡੇ ਉੱਥੇ ਪਰਿਵਾਰ ਆ, ਜਿਹੜੀ ਅੱਗ ਦੇ ਵਿੱਚ ਪੰਜਾਬ ਨੂੰ ਦੁਆਰਾ ਝੋਕਿਆ ਜਾ ਰਿਹਾ। ਤੁਸੀਂ ਦੱਸੋ ਵੀ ਇਸ ਅੱਗ ਨੂੰ ਝੱਲਣ ਜੋਗੇ ਤੁਸੀਂ ਹੈ ਸਹੀ? ਹੁਣ ਤਾਂ ਕੱਲਾ ਕੱਲਾ ਪੁੱਤ ਆ ਤੁਹਾਡੇ ਘਰਾਂ ਦੇ ਵਿੱਚ। ਅੱਗੇ ਜਿਹੜੇ ਟਾਈਮਾਂ ਦੇ ਵਿੱਚ ਅੱਗੇ ਸਾਰਾ ਕੁਝ ਵਾਪਰਿਆ ਸੀ, ਉਦੋਂ ਤਾਂ 5-5 7-7 ਘਰਾਂ ਦੇ ਵਿੱਚ ਪੁੱਤ ਸੀਗੇ, ਪਰ ਉਹ ਵੀ ਕਈ ਵਾਰੀ ਮੈਂ ਦੇਖਦਾ ਹੁੰਦਾ ਵੀ 4-4 5-5 ਭਰਾ ਜਿਹੜੇ ਸੀਗੇ ਉਹ ਘਰਾਂ ਦੇ ਘਰ ਖਾਲੀ ਹੋ ਗਏ। ਸਾਨੂੰ ਉਹਨਾਂ ਸਾਰਿਆਂ ਭਰਾਵਾਂ ਦਾ ਬੇਹੱਦ ਦੁੱਖ ਹੈ ਜਿਹੜਾ ਉਦੋਂ ਨੁਕਸਾਨ ਹੋਇਆ। ਅਸੀਂ ਇਹ ਚਾਹੁੰਦੇ ਹਾਂ ਦੁਬਾਰਾ ਇਹ ਨੁਕਸਾਨ ਨਾ ਹੋਵੇ। ਇਹ ਨੁਕਸਾਨ ਨੂੰ ਰੋਕਣ ਵਾਸਤੇ ਤੁਹਾਨੂੰ ਹਮੇਸ਼ਾ ਹੀ ਉਹ ਸੱਚ ਮੂਹਰੇ ਲਿਆਉਣਾ ਚਾਹੀਦਾ ਜਿਹੜਾ ਸੱਚ ਵਾਪਰਿਆ। ਹੁਣ ਮੈਂ ਇਸ ਗੱਲ ਤੋਂ ਹੈਰਾਨ ਹਾਂ, ਮੈਨੂੰ ਲੱਗਦਾ ਸੀ ਵੀ ਚਲੋ ਵੋਟਾਂ ਤੱਕ ਇਹ ਮਸਲਾ ਚੱਕਣਗੇ, ਵੋਟਾਂ ਲੈਣ ਦੇ ਮਾਰੇ ਆਪਾਂ ਕਹਿ ਦਈਏ ਵੀ, ਜਾਂ ਸਿਮਰਜੀਤ ਸਿੰਘ ਮਾਨ ਉਹਨਾਂ ਦਾ ਨਾਂ ਲੈ ਦਈਏ, ਉਹਨਾਂ ਨੇ ਵੋਟਾਂ ਲੈਣੀਆਂ, ਕੈਸ਼ ਕਰਨੀਆਂ, ਵੀ ਜਿਹੜੇ ਵੀ ਉਹ ਬਿਆਨ ਦੇ ਰਹੇ ਆ ਠੀਕ ਆ, ਸਾਨੂੰ ਵੀ ਕੋਈ ਇਸ ਚੀਜ਼ ਨਾਲ ਮਤਲਬ ਨਹੀਂ। ਜਿਹੜਾ ਵੀ ਕੋਈ ਮਰਜ਼ੀ ਪੰਜਾਬ ਦਾ
ਭਲਾ ਕਰਨ ਵਾਲਾ ਹੋਵੇ ਅਸੀਂ ਉਹਦੇ ਨਾਲ ਖੜੇ ਹੋਏ ਹਾਂ ਹਮੇਸ਼ਾ ਹੀ। ਮਾਨ ਸਾਹਿਬ ਦੀ ਅਸੀਂ ਡਟ ਕੇ 89 ਦੇ ਵਿੱਚ ਸਪੋਰਟ ਕੀਤੀ ਆ। ਸਾਡੇ ਉੱਥੋਂ ਹਰਭਜਨ ਲਾਖਾ ਹੁਣੀ ਸੀ, ਡਟ ਕੇ ਸਪੋਰਟ ਕੀਤੀ, ਬਸਪਾ ਦੇ ਰਲ ਕੇ ਇਹਨਾਂ ਨੇ ਚੋਣ ਲੜੀ ਸੀ ਉਸ ਟਾਈਮ ਦੇ ਵਿੱਚ। ਜਦੋਂ ਵੀ ਕੋਈ ਪੰਜਾਬ ਲਈ ਆਵਾਜ਼ ਉੱਠੀ ਆ, ਚਾਹੇ ਉਹ ਮਨਪ੍ਰੀਤ ਹੁਣੀ ਆਏ ਆ ਪੀਪੀ ਵਾਲੇ, ਅਸੀਂ ਉਦੋਂ ਵੀ ਨਾਲ ਹੋਏ ਆ। ਚਾਹੇ ਉਸ ਤੋਂ ਬਾਅਦ ਵਿੱਚ ਆਮ ਆਦਮੀ ਆਈ ਆ, ਆਮ ਆਦਮੀ ਦਾ ਵੀ ਡਟ ਕੇ ਸਪੋਰਟ ਕੀਤੀ ਆ। ਜਿੰਨਾ ਵੀ ਹੋ ਸਕਿਆ ਉਸ ਟਾਈਮ ਫੰਡ ਵੀ ਇਕੱਠਾ ਕਰਕੇ ਭੇਜਿਆ। ਸਾਨੂੰ ਤਾਂ ਜਦੋਂ ਵੀ ਕੋਈ ਪੰਜਾਬ ਦਰਦੀ ਲੱਗਦਾ ਸੀ ਤਾਂ ਉਹਦੇ ਨਾਲ ਹੀ ਖੜ ਜਾਂਦੇ ਆ। ਸਾਨੂੰ ਤਾਂ ਕਿ ਸਾਡੀ ਪ੍ਰੋਬਲਮ ਹੈ, ਸਾਡੀ ਕੋਈ ਧਿਰ ਨਹੀਂ ਹੈਗੀ, ਹਮੇਸ਼ਾ ਅਸੀਂ ਹਰੇਕ ਨਾਲ ਖੜੇ ਹੋਏ ਆ। ਕਿਸਾਨ ਮੋਰਚਾ ਉੱਠਿਆ, ਕਿਸਾਨ ਮੋਰਚੇ ਦੇ ਵਿੱਚ ਜਿਹੜੀ ਮੇਰੀ ਸਮਝ ਬਣੀ, ਮੈਨੂੰ ਐਂ ਲੱਗਿਆ ਸੀ ਵੀ 26 ਤਰੀਕ ਨੂੰ ਦੁਬਾਰਾ ਫਿਰ ਜਿਹੜਾ ਮੋਰਚਾ ਇਹ ਉੱਜੜ ਚੱਲਿਆ ਹੈ ਨਾ। ਉਹ ਮੋਰਚੇ ਦੇ ਵਿੱਚ ਕੀ ਹੋਇਆ ਸੀਗਾ, ਆਹੀ ਪੱਤਾ ਫੇ ਖੇਡਿਆ ਗਿਆ ਸੀਗਾ ਧਰਮ ਦਾ। ਪਰ ਕੀ ਉਹਦੇ ਵਿੱਚ ਟਕੈਤ ਉਹਨਾਂ ਨੇ ਬੜਾ ਤਕੜਾ ਸਟੈਂਡ ਲਿਆ, ਜਿਹਦੇ ਪਿੱਛੇ ਤਜਿੰਦਰ ਵਿਰਕ ਉਹਨਾਂ ਦਾ ਹੱਥ ਸੀਗਾ ਇਹ ਗੱਲ ਕਹਿਣ ਵਾਸਤੇ ਵੀ ਟਕੈਤ ਸਾਹਿਬ ਤੁਸੀਂ ਜੇ ਗ੍ਰਿਫਤਾਰੀ ਦੇ ਦਿੱਤੀ ਸਾਡੇ ਤੇ ਫਿਰ ਉਹੀ ਕੁਝ ਹੋ ਜਾਣਾ ਜੋ ਕੁਛ 84 ਵਿੱਚ ਹੋਇਆ ਸੀਗਾ। ਸੋ ਤਜਿੰਦਰ ਵਿਰਕ ਉਹਨਾਂ ਦੀ ਗੱਲ ਇੱਥੇ ਮੰਨ ਕੇ ਟਕੈਤ ਨੇ ਕਿਹਾ ਸੀਗਾ ਮੈਂ ਇੱਥੇ ਮਰਤਾ ਜਾਊਂਗਾ, ਖੁਦਕੁਸ਼ੀ ਤਾਂ ਕਰ ਦੂੰਗਾ ਪਰ ਮੈਂ ਗ੍ਰਿਫਤਾਰੀ ਨਹੀਂ ਦਿੰਦਾ। ਉਸ ਤੋਂ ਬਾਅਦ ਵਿੱਚ ਟਕੈਤ ਉਹਨਾਂ ਨੇ ਕਿਸੇ ਨੂੰ ਕੀ ਕਿਹਾ, ਕਿਸੇ ਨੂੰ ਕੀ ਕਿਹਾ, ਉਹ ਗੱਲਾਂ ਸਾਰਿਆਂ ਨੂੰ ਭੁੱਲ ਗਈਆਂ। ਚਲੋ ਆਪਾਂ ਚੇਤੇ ਕਰਨੀਆਂ ਵੀ ਨਹੀਂ ਚਾਹੁੰਦੇ ਹੈ ਨਾ, ਆਪਾਂ ਉਹਨਾਂ ਗੱਲਾਂ ਦੇ ਪਿੱਛੇ ਨਹੀਂ ਜਾਣਾ। ਅੱਜ ਆਪਾਂ ਕਿਸੇ ਵੀ ਬੰਦੇ ਦੀ ਕਿਰਦਾਰਕੁਸ਼ੀ ਨਹੀਂ ਕਰਨੀ, ਕਿਸੇ ਦੀ ਵੀ। ਸਿਰਫ ਕੀ ਆ, ਤੁਹਾਡੇ ਨਾਲ ਸਾਂਝ ਪਾਈ ਜਾਊਗੀ ਜੋ ਕੁਛ ਵੀ ਉੱਥੇ ਹੋਇਆ। ਚਲੋ ਮੈਂ ਭੂਆ ਦੇ ਪੁੱਤ ਨਾਲ ਗੱਲ ਕਰਦਾ ਸੀਗਾ, ਮੈਂ ਉਹਨੂੰ ਫਿਰ ਮੈਨੂੰ ਕਹਿੰਦਾ ਜੀ ਦੇਖੋ ਗਿਆਨੀ ਜੈਲ ਸਿੰਘ, ਕੈਪਟਨ ਕਮਲਜੀਤ ਸਿੰਘ। ਮੈਂ ਕਿਹਾ ਵੀ ਕੀ ਇਹ 2 ਐਕਸੀਡੈਂਟ ਹੋਇਆ? ਇਸ ਤੋਂ ਬਾਅਦ ਮੈਂ ਆਪਣੇ ਪਰਿਵਾਰ ਦੇ ਵਿੱਚ ਉਹਨੂੰ ਗਣਾਏ। ਮੇਰੇ ਨਾਲ ਗਰਨੇਕ ਭਾਜੀ ਹੁਣੀ ਆ, ਗਰਨੇਕ ਨਿੱਜਰ, ਇਹਨਾਂ ਦੇ ਬ੍ਰਦਰ ਇਨ ਲਾ ਦੀ ਡੈਥ ਹੁੰਦੀ ਆ ਦਸੰਬਰ 8-9 ਦੀ ਜਿਹੜੀ ਰਾਤ ਹੈ 2005 ਅੰਮ੍ਰਿਤਸਰ ਦੇ ਲਾਗੇ ਐਕਸੀਡੈਂਟ ਹੋਇਆ ਉਹਨਾਂ ਦਾ। ਇਹਨਾਂ ਦੇ ਜਿਹੜੇ ਬ੍ਰਦਰ ਇਨ ਲਾ ਆ ਜਾਂ ਇਹਨਾਂ ਦਾ ਜਿਹੜਾ ਸਹੁਰਾ ਪਰਿਵਾਰ ਹੈ ਉਹ ਹਰੀਪੁਰ ਤੋਂ ਆ, ਫਲੋਰ ਦੇ ਲਾਗੇ ਪਿੰਡ ਪੈ ਜਾਂਦਾ ਹਰੀਪੁਰ ਤੋਂ 4 ਜਾਣੇ ਸੀਗੇ ਮੇਰੇ ਖਿਆਲ 'ਚ, ਕਿਸੇ ਨੂੰ ਚੜਾਉਣ ਚੱਲੇ ਸੀਗੇ। ਉਹ ਚੜਾਉਣ ਜਾਣ ਤੋਂ ਪਹਿਲਾਂ ਹੀ ਉਹਨਾਂ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ, ਉਹ ਖੜੇ ਟਰੱਕ ਦੇ ਵਿੱਚ ਕਾਰ ਵੱਜਦੀ ਆ। ਜਦੋਂ ਕਾਰ ਵੱਜੀ, ਹੁਣ ਮੇਰੇ ਉੱਥੇ ਸਾਰੇ ਰਿਸ਼ਤੇਦਾਰ ਮੈਨੂੰ ਲੱਗਦਾ ਘੱਟੋ ਘੱਟ 150 ਰਿਸ਼ਤੇਦਾਰ ਹੋਣਾ ਮੇਰੇ ਫੇਸਬੁੱਕ ਦੇ ਉੱਤੇ, ਉਹਨਾਂ ਸਾਰਿਆਂ ਨੂੰ ਪਤਾ ਵੀ ਉਹ ਗੁਰਮੁਖ ਲਾਸਟ ਨੇਮ ਰੰਧਾਵਾ ਉਹਨਾਂ ਦਾ, ਤੇ ਨਾਲ ਬੂਟਾ ਸਿੰਘ, ਇਹ ਦੋਨੇ ਜਣੇ ਥਾਂ ਦੇ ਉੱਤੇ ਪੂਰੇ ਹੋ ਜਾਂਦੇ ਆ। ਤੇ ਉਸੇ ਪਿੰਡ ਦੇ ਜੋਗਾ ਸਿੰਘ ਜਿਹੜਾ ਬੰਦਾ ਡਰਾਈਵ ਕਰ ਰਿਹਾ ਸੀਗਾ, ਤੇ ਗੁਰਪ੍ਰੀਤ ਸਿੰਘ, ਉਹਨਾਂ ਦੇ ਕਿਸੇ ਦੇ ਝਰੀਟ ਵੀ ਨਹੀਂ ਲੱਗੀ, ਉਹ ਬਿਲਕੁਲ ਠੀਕ ਆ। ਅੱਜ ਵੀ ਹਰੀਪੁਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਉਹ ਸਹੀ ਸਲਾਮਤ ਰਹਿ ਰਹੇ ਆ। ਤੁਸੀਂ ਇਹ ਗੱਲ ਦਾ ਪਤਾ ਕਰ ਸਕਦੇ ਆ। ਇਹ ਮੈਨੂੰ ਕਿਉਂ ਦੇਣੀਆਂ ਪੈ ਰਹੀਆਂ ਦਲੀਲਾਂ? ਕਿਉਂਕਿ ਇੱਕ ਗੱਲ ਕਹੀ ਜਾ ਰਹੀ ਆ, ਦੇਖੋ ਜੀ ਉਹਦੀ ਡੈਥ ਹੋ ਗਈ, ਕੁੜੀ ਦੇ ਝਰੀਟ ਵੀ ਨਹੀਂ ਲੱਗੀ। ਅਸੀਂ ਚਾਹੁੰਦੇ ਸੀ ਜਾਨੀ ਕੁੜੀ ਵੀ ਥਾਂ ਤੇ ਮਰ ਜਾਂਦੀ। ਕੋਈ ਕਹਿੰਦਾ ਜੀ ਕੁੜੀ ਤਾਂ ਵਿੱਚ ਹੈ ਹੀ ਨਹੀਂ ਸੀ, ਕੋਈ ਕਹਿੰਦਾ ਦੀਪ ਨੂੰ ਪਿੱਛੋਂ ਮਾਰ ਕੇ ਲਿਆਂਦਾ ਗਿਆ। ਜਾਨੀ ਇੰਨੀਆਂ ਕੁ ਸਟੇਟਮੈਂਟਾਂ ਹਰ ਇੱਕ YouTube ਚੈਨਲ ਜਾਂ ਦੂਜੇ ਚੈਨਲ ਵੱਖੋ ਵੱਖਰੀਆਂ ਦੇ ਰਹੇ ਆ ਹੈਡਲਾਈਨ ਲਾ ਕੇ, ਕਿ ਇੱਕ ਬਹੁਤ ਹੈਰਾਨੀਜਨਕ ਹੈਡਲਾਈਨ ਲੈ ਕੇ ਆਉਂਦੇ ਆ, ਜਿਹਦੇ ਕਰਕੇ ਉਹਨਾਂ ਦੇ ਜਿਹੜੇ ਵਿਊ ਆ ਵੱਧ ਸਕਣ। ਦੇਖੋ ਮੈਂ ਕਿਸੇ ਹੱਦ ਤੱਕ ਉਹਨਾਂ ਨੂੰ ਕੁਝ ਨਹੀਂ ਕਹਿੰਦਾ, ਕਿਉਂਕਿ ਉਹਨਾਂ ਕੋਲ ਰੁਜ਼ਗਾਰ ਹੈ ਨਹੀਂ ਹੈ ਨਾ, ਉਹ ਬੇਰੁਜ਼ਗਾਰ ਹੈ। ਜੇ ਉਹਨਾਂ ਦੇ ਚੈਨਲ ਜਿਹਾ ਬੰਦ ਹੋ ਗਿਆ, ਉਹ ਕੀ ਕਰਨਗੇ ਵਿਚਾਰੇ? ਉਹ ਕਿਤੇ ਨਹਿਰ 'ਚ ਛਾਲ ਮਾਰਨਗੇ ਜਿੱਦਾਂ ਬਾਕੀ ਮਾਰਦੇ, ਜਾਂ ਫਾਹਾ ਲੈਣਗੇ। ਉਹਨਾਂ ਨੇ ਤਾਂ ਆਪਣਾ ਕੰਮ ਕਰਨਾ। ਪਰ ਭਰਾਵੋ ਇੱਥੇ ਜਾ ਕੇ ਥੋੜ੍ਹੀ ਜਿਹੀ ਤੁਹਾਨੂੰ ਨਾ ਇੱਕ ਗੱਲ ਮੈਂ ਦੱਸਾਂ, ਜਿਹੜੀ ਵੀ ਜਾਣਕਾਰੀ ਆਉਂਦੀ ਆ, ਚਾਹੇ WhatsApp ਤੋਂ ਆਉਂਦੀ ਆ, ਚਾਹੇ ਚੈਨਲਾਂ ਤੋਂ ਆਉਂਦੀ ਆ, ਚਾਹੇ ਟਵਿੱਟਰ ਤੋਂ, ਇੰਸਟਾਗ੍ਰਾਮ ਤੋਂ, ਕਿਤੇ ਵੀ ਆਉਂਦੀ ਆ, ਉਹਨੂੰ ਥੋੜ੍ਹਾ ਜਿਹਾ ਆਪਣੇ ਜਿੱਦਾਂ ਅਕਲ ਦੇ ਤਰਾਜੂ ਦੇ ਵਿੱਚ ਪਾ ਕੇ ਤੋਲਿਆ ਕਰੋ ਵੀ ਕੀ ਇਹ ਜਿਹੜੀ ਗੱਲ ਬੰਦਾ ਕਹਿ ਰਿਹਾ। ਐ ਨਾ ਹਰੇਕ ਨੂੰ ਤੁਸੀਂ ਸਰਟੀਫਾਈਡ ਪੱਤਰਕਾਰ ਮੰਨ ਕੇ ਕਹਿ ਦਿਆ ਕਰੋ ਵੀ ਇਹ ਔਨ ਏਅਰ ਹੈ ਜੀ, ਇਹ ਡੇਲੀ ਪੋਸਟ ਹੈ ਜੀ। ਇੱਦਾਂ ਨਹੀਂ ਹੈਗਾ। ਉਹਨੂੰ ਕਿੰਨੇ ਵਾਚ ਕਰਦੇ ਆ, ਕਿੰਨੇ ਉਹਦੇ ਫੋਲੋਅਰ ਆ, ਇਹ ਗੱਲਾਂ ਹੈ ਨਹੀਂ। ਚਾਹੇ 2 ਮਿਲੀਅਨ ਬੰਦਾ ਇੱਕ ਪਾਸੇ ਖੜਾ ਹੋਵੇ, ਪਰ ਉੱਥੇ ਤੁਸੀਂ ਸਿਰਫ ਤੇ ਸਿਰਫ ਆਪਣੀ ਸਮਝ ਤੋਂ ਕੰਮ ਲੈਣਾ। ਜਿੱਦਣ ਅਸੀਂ ਇੱਦਾਂ ਕਰਨ ਲੱਗ ਗਏ, ਜਿੱਦਣ ਅਸੀਂ ਆਪਣੀ ਸਮਝ ਤੋਂ ਕੰਮ ਲੈਣ ਲੱਗ ਪਏ, ਸਾਨੂੰ ਕੋਈ ਵੀ ਬੰਦਾ ਗੁੰਮਰਾਹ ਨਹੀਂ ਕਰ ਸਕਦਾ। ਕੋਈ ਵੀ ਇੱਦਾਂ ਦੀ ਗੱਲ ਨਹੀਂ ਹੈਗੀ। ਗੁੰਮਰਾਹ ਅਸੀਂ ਵੀ ਹੁੰਦੇ ਰਹੇ ਹਾਂ, ਅਸੀਂ ਗੁੰਮਰਾਹ ਹੁੰਦੇ ਆਏ ਹਾਂ। ਅਸੀਂ ਨੌਜਵਾਨਾਂ ਨੂੰ ਇਸੇ ਕਰਕੇ ਕਦੇ ਵੀ ਮਾੜਾ ਚੰਗਾ ਨਹੀਂ ਬੋਲਦੇ। ਮੇਰੇ ਨਾਲ ਫੋਨਾਂ ਦੇ ਉੱਤੇ ਬਹੁਤ ਜਾਣੇ ਉਦੋਂ ਦੇ ਝਗੜ ਹਟੇ ਆ, ਕਾਲਾਂ ਵੀ ਆਈਆਂ। ਤੁਸੀਂ ਉਹਨੂੰ ਗਦਾਰ ਕਿਹਾ ਸੀ, ਮੈਂ ਕਿਹਾ ਦੱਸ ਕਿੱਥੇ ਗਿਆ ਗਦਾਰ ਯਾਰ? ਤੁਸੀਂ ਉਹਨੂੰ ਕਿਹਾ ਸੀ ਪਲਟੀਨਾ, ਮੈਂ ਕਿਹਾ ਨਾ, ਮੈਂ ਕਦੇ ਵੀ ਨਹੀਂ ਕਿਹਾ। ਮੈਂ ਕਿਹਾ ਜਿਹੜੇ ਬੰਦੇ ਕਹਿੰਦੇ ਆ ਉਹ ਸਰਫੇਸ ਕਰਕੇ ਕਹਿੰਦੇ ਆ ਵੀ ਜਿੱਦਣ ਉੱਥੇ ਵਿਪਤਾ ਪਈ ਸੀ ਦੀਪ ਉੱਥੋਂ ਚਲ ਗਿਆ ਸੀ, ਉਸ ਟਾਈਮ ਦੀ ਗੱਲ ਆ। ਅੱਜ ਦੀਪ ਦੁਨੀਆ ਦੇ ਉੱਤੇ ਹੈ ਨਹੀਂ। ਮੈਂ ਜਿਹੜਾ ਵੀ ਕੋਈ ਵੀਰੇ ਗੱਲ ਕਰਦਾ, ਮੈਂ ਉਹਨੂੰ ਕਹਿੰਦਾ ਦੀਪ ਦੀ ਕਿਰਦਾਰਕੁਸ਼ੀ ਨਾ ਕਰੋ। ਦੀਪ ਅੱਜ ਦੁਨੀਆ ਤੇ ਹੈ ਨਹੀਂ। ਆਪਾਂ ਇੱਕ ਗੱਲ ਕਰਦੇ ਹੁੰਦੇ ਆ ਬਈ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਕੀ ਪਤਾ ਮੇਰਾ ਹੁਣ ਮੈਂ ਅੱਜ ਬੈਠਾ ਤੁਹਾਡੇ ਕੋਲ, ਕੱਲ੍ਹ ਨੂੰ ਹੋਵਾਂ ਕਿ ਨਾ ਹੋਵਾਂ, ਪਰ ਉਹ ਤਾਂ ਸਾਡਾ ਦੁਸ਼ਮਣ ਵੀ ਹੈ ਨਹੀਂ ਸੀ। ਉਹਦੇ ਨਾਲ ਤਾਂ ਸਾਡਾ ਇੰਨਾ ਕਿ ਮਤਭੇਦ ਸੀ ਵੀ ਅਸੀਂ ਕਹਿੰਦੇ ਸੀਗੇ ਇਸ ਮੋਰਚੇ ਨੂੰ ਧਾਰਮਿਕ ਰੰਗਤ ਨਾ ਦਿੱਤੀ ਜਾਵੇ, ਕਿਉਂਕਿ ਸਾਰੀਆਂ ਸਟੇਟਾਂ ਦੇ ਲੋਕ ਆ ਕੇ ਬੈਠੇ ਆ। ਸਾਰੀਆਂ ਸਟੇਟਾਂ ਦੇ ਲੋਕਾਂ ਦੇ ਨਾਲ ਹੀ ਇਹ ਮੋਰਚਾ ਜਿੱਤਿਆ ਜਾਣਾ, ਕਿਉਂਕਿ ਜੇ ਵੋਟ ਬੈਂਕ ਨੂੰ ਖੋਰਾ ਨਾ ਲੱਗਿਆ, ਮੋਦੀ ਨੇ ਨਹੀਂ ਮੰਨਣਾ। ਫਿਰ ਉਹੀ ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹੀ ਹੋਈ। ਜਦੋਂ ਯੂਪੀ ਤੱਕ ਮੋਰਚਾ ਫੈਲ ਗਿਆ, ਜਿਹੜੇ ਉਹਨੇ ਹਥਿਆਰ ਸੀਗੇ ਸਿੱਟ ਦਿੱਤੇ, ਤਾਂ ਮੋਰਚਾ ਜਿੱਤਿਆ ਗਿਆ। ਪਰ ਹੁਣ ਬਿਪਤਾ ਪਈ ਉਹ ਇਸ ਟਾਈਮ ਭਾਰਤ ਸਰਕਾਰ ਨੂੰ ਵੀ ਜੇ ਉਹ ਜਿਹੜੀ ਬਣੀ ਹੋ ਸੀ, ਤੁਹਾਡੀ ਲੋਹੇ ਦੀ ਲੱਠ ਬਣੀ ਸੀ ਤੁਹਾਡਾ ਇਕੱਠ, ਉਹਨੂੰ ਤੋੜਨਾ ਕਿੱਦਾਂ ਆ? ਹੁਣ ਹੈਗੇ ਤਾਂ ਤੁਸੀਂ ਉਹੀ ਆ ਸਾਰੇ ਜਾਣੇ ਹੈ ਨਾ, ਜਿਹੜੇ ਇਕੱਠੇ ਸੀਗੇ। ਉਹਨਾਂ ਨੇ ਵਿਚਾਲੇ ਹੁਣ ਦਰਾੜ ਖੜੀ ਕਰ ਦਿੱਤੀ। ਹੁਣ ਕਈ ਵੀਰ
ਕਈ ਬਹੁਤ ਮੇਰੀਆਂ ਫੋਨ ਦੇ ਉੱਤੇ 15 ਦਿਨ ਹੋ ਗਏ, 10 ਦਿਨ ਹੋ ਗਏ, ਇਹੀ ਗੱਲਾਂ ਚੱਲੀ ਜਾਂਦੀਆਂ। ਮੇਰੀ ਆਦਤ ਹੈ ਮੈਂ ਹਮੇਸ਼ਾ ਫੋਨ ਕਰ ਲੈਂਦਾ ਹੁੰਦਾ, ਕਿਉਂਕਿ ਸਾਰੇ ਸਾਡੇ ਭਰਾ ਆ। ਜੇ ਕੋਈ ਦੀਪ ਬਾਈ ਦੇ ਨਾਲ ਵੀ ਖੜੇ, ਉਹ ਵੀ ਸਾਡੇ ਭਰਾ ਆ, ਅਸੀਂ ਵੀ ਦੀਪ ਨਾਲ ਖੜਦੇ ਰਹੇ ਹਾਂ, ਅਸੀਂ ਵੀ ਦੀਪ ਦੀਆਂ ਪੋਸਟਾਂ ਸ਼ੇਅਰ ਕਰਦੇ ਰਹੇ ਹਾਂ। ਸਾਰੀ ਗੱਲਬਾਤ ਤੋਂ ਬਾਅਦ ਉਹ ਇੱਥੇ ਪਹੁੰਚ ਜਾਂਦੇ ਆ ਵੀ ਐਕਸੀਡੈਂਟ ਹੋਇਆ, ਕਿਉਂਕਿ ਉਹਨਾਂ ਨੂੰ ਵੀ ਪਤਾ ਰੀਨਾ ਨਾਲ ਸੀ। ਇਹ ਗੱਲ ਦੇ ਉੱਤੇ ਮੈਂ ਇਹ ਗੱਲ ਕਹਿਣਾ, ਜੇ ਮੇਰੀ ਗੱਲ ਤੁਸੀਂ ਪਹੁੰਚਾ ਦਿਓ, ਇਹ ਗੱਲ ਮਨਦੀਪ ਤੱਕ ਪਹੁੰਚਾ ਦਿਓ। ਮਨਦੀਪ ਨੂੰ ਕਿਹੋ, ਦੀਪ ਦੇ ਭਰਾ ਨੂੰ, ਉਹ ਇੱਕ ਬਿਆਨ ਜਾਰੀ ਕਰੇ। ਮੇਰੀ ਬੇਨਤੀ ਆ ਹੱਥ ਜੋੜ ਕੇ, ਵੀਰੇ ਤੁਸੀਂ ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ, ਤੁਸੀਂ ਇੱਕ ਬਿਆਨ ਜਾਰੀ ਕਰੋ ਜਿਹਦੇ ਵਿੱਚ ਸਿਰਫ ਤੇ ਸਿਰਫ ਰੀਨਾ ਦੀ ਗੱਲ ਹੋਵੇ, ਜਾਂ ਇੱਕ ਇੰਟਰਵਿਊ ਦੇ ਦਿਓ, ਉਹਦੇ ਵਿੱਚ ਸਿਰਫ ਤੇ ਸਿਰਫ ਰੀਨਾ ਦੀ ਗੱਲ ਹੋਵੇ ਵੀ ਰੀਨਾ ਦੀਪ ਨੂੰ ਕਦੋਂ ਦੀ ਜਾਣਦੀ ਹੈ, ਕੀ ਰਿਲੇਸ਼ਨ ਸੀ, ਕਿੱਦਾਂ ਉਹ ਆ ਕੇ ਤੁਹਾਡੇ ਧੀਆਂ ਪੁੱਤਾਂ ਨੂੰ ਖਿਲਾਉਂਦੀ ਰਹੀ ਆ, ਕਿਵੇਂ ਦੀਪ ਰੀਨਾ ਦੇ ਵਿਆਹ ਦੇ ਉੱਤੇ ਆ ਕੇ ਗਿਆ ਸਟਾਕਟਨ, ਕਿਵੇਂ ਉਹ ਪਰਿਵਾਰਕ ਤੌਰ ਤੇ ਮਿਲਦੇ ਵਰਤਦੇ ਸੀ, ਕਿੰਨੇ ਚਿਰ ਦੀ ਰਿਲੇਸ਼ਨ ਆ। ਇਹ ਵੀ ਦੱਸੋ ਵੀ ਦੀਪ ਦਾ ਆਪਣੀ ਪਹਿਲੀ ਵਾਈਫ ਦੇ ਨਾਲ ਡਿਵੋਰਸ ਜਾਂ ਹੋ ਗਿਆ ਸੀ ਜਾਂ ਡਿਵੋਰਸ ਚੱਲਦਾ। ਇਹ ਗੱਲ ਤੁਹਾਨੂੰ ਬਾਈ ਕਲੀਅਰ ਕਰਨੀ ਬਣਦੀ ਹੈ, ਕਿਉਂਕਿ ਕੌਮ ਬਹੁਤ ਤਕੜੇ ਭੰਬਲ ਭੂਸੇ 'ਚ ਪਈ ਹੋ ਆ। ਜਿੰਨੇ ਉਹਨੂੰ ਥ੍ਰੈਟ ਆ ਰਹੇ ਆ ਰੀਨਾ ਨੂੰ, ਜਿੰਨਾ ਉਹਦੇ ਲਈ ਲਿਖਿਆ ਜਾ ਰਿਹਾ ਆ, ਮੈਂ ਇਹ ਕਹਿਣਾ, ਮੈਂ ਅੱਜ ਇਹ ਸਾਰਾ ਕੁਝ ਭੁੱਲ ਕੇ ਕਹਿਣਾ ਵੀ ਮੈਂ ਉਹਨੂੰ ਆਪਣੀ ਛੋਟੀ ਭੈਣ ਬਣਾ ਕੇ ਕਹਿਣਾ ਵੀ ਜੇ ਤੂੰ ਵੀ ਸੁਣਦੀ ਆ, ਕੈਲੀਫੋਰਨੀਆ ਦੀ ਹਰ ਇੱਕ ਸੰਸਥਾ ਤੇਰੇ ਨਾਲ ਖੜੀ ਆ ਭੈਣੇ, ਹਰ ਇੱਕ ਸੰਸਥਾ, ਚਾਹੇ ਉਹ ਕਬੱਡੀ ਦੀਆਂ ਫੈਡਰੇਸ਼ਨਾਂ ਆ, ਚਾਹੇ ਉਹ ਗੁਰੂ ਘਰਾਂ ਦੀਆਂ ਕਮੇਟੀਆਂ ਆ, ਚਾਹੇ ਉਹ ਸਾਡੇ ਇੱਥੇ ਸੱਭਿਆਚਾਰਕ ਮੇਲੇ ਕਰਾਉਣੇ ਵਾਲੇ ਆ। ਤੂੰ ਆਪਣੇ ਥਾਂ ਤੇ ਸਹੀ ਆ। ਤੇਰਾ ਜੁਰਮ ਸਿਰਫ ਇੰਨਾ ਕੁ ਹੀ ਆ ਵੀ ਤੂੰ ਅਮਰੀਕਾ ਦੇ ਵਿੱਚ ਜੰਮ ਕੇ ਪੰਜਾਬ ਦੇ ਵਿੱਚ ਰਹਿਣੇ ਵਾਲੇ, ਪੰਜਾਬ ਦੇ ਵਿੱਚ ਜੰਮਿਓ ਇੱਕ ਪੰਜਾਬੀ ਪੁੱਤ ਨੂੰ ਪਿਆਰ ਕੀਤਾ, ਤੈਂ ਉਹਦੇ ਨਾਲ ਵਿਆਹ ਕਰਾਉਣਾ ਸੀ। ਤੇਰਾ ਜੁਰਮ ਇੰਨਾ ਕੁ ਸਾਡੇ ਬੰਦਿਆਂ ਦੇ ਕੋਲੋਂ ਬਰਦਾਸ਼ਤ ਨਹੀਂ ਕਰ ਹੁੰਦਾ। ਨਾ ਤਾਂ ਮੈਂ ਸੌਰੀ ਟੂ ਸੇ, ਮੈਂ ਇੱਕ ਗੱਲ ਹਰੇਕ ਨੂੰ ਕਹਿੰਦਾ ਹੁੰਦਾ, ਮੈਂ ਕਿਹਾ ਜਿਗਰਾ ਕਰੋ। ਜਿਗਰੇ ਦਾ ਮਤਲਬ ਇਹ ਨਹੀਂ ਵੀ ਇਹ ਗੱਲਾਂ ਸਾਰੀਆਂ ਮੈਂ ਲੈ ਕੇ ਆਉਣੀਆਂ, ਮੇਰਾ ਮਤਲਬ ਇਹ ਸੀ ਵੀ ਸਾਰਾ ਕੁਝ ਜਦੋਂ ਹਨੇਰੀ ਥੋੜ੍ਹੀ ਜਿਹੀ ਠੰਡੀ ਪੈ ਗਈ, ਪਰਿਵਾਰ ਨੇ ਆਪਣੇ ਆਪ ਸਾਰੀਆਂ ਗੱਲਾਂ ਦੱਸ ਦੇਣੀਆਂ, ਕਿਉਂਕਿ ਰੀਨਾ ਕੋਈ ਕੱਲ੍ਹ ਪਰਸੋਂ ਜਾਂ 10 ਦਿਨ ਪਹਿਲਾਂ ਨਹੀਂ ਸੀ ਦੀਪ ਨੂੰ ਮਿਲੀ। ਰੀਨਾ ਦੇ ਉਹਦੇ ਨਾਲ ਰਿਲੇਸ਼ਨ 5 ਸਾਲ ਤੋਂ ਆ, 2018 ਤੋਂ ਆ, 4 ਲਾ ਲਓ 5 ਲਾ ਲਓ। ਇਸ ਵਾਰੀ ਉਹਨਾਂ ਦਾ ਵਿਆਹ ਹੋ ਜਾਣਾ ਸੀ। ਸਾਡਾ ਇੱਕ ਭਾਣਜਾ ਉੱਥੇ ਰਹਿੰਦਾ ਆਪਣੇ ਪੰਜਾਬ, ਉਹਦੇ ਨਾਲ ਕਾਫੀ ਨੇੜਤਾ ਦੀਪ ਦੀ, ਉਹ ਚੰਡੀਗੜ੍ਹ ਮਿਲਿਆ ਦੀਪ। ਤਾਂ ਦੀਪ ਦੀ ਇੱਕ ਆਦਤ ਸੀ ਵੀ ਉਹ ਹਰੇਕ ਨੂੰ ਭੱਜ ਕੇ ਮਿਲਦਾ ਸੀ, ਹਰੇਕ ਨੂੰ। ਇਹ ਗੱਲ ਜਿਹੜੀ ਉਹਦੇ ਵਿੱਚ ਬਹੁਤ ਖੂਬਸੂਰਤ ਗੱਲ ਸੀਗੀ ਵੀ ਹਰੇਕ ਨੂੰ ਪਿਆਰ ਦਿੰਦਾ ਸੀ। ਉਹ ਦੇਖ ਕੇ ਇਹਨਾਂ ਦੇ ਕੋਲ ਆ ਗਿਆ, ਕਹਿੰਦਾ ਕਿਵੇਂ, ਕੀ ਹਾਲ ਹੈ? ਕਹਿੰਦਾ ਠੀਕ ਹੈ। ਦੀਪ ਨੂੰ ਪੁੱਛਿਆ ਕੀ ਕਰਦਾ ਫਿਰਦਾ? ਕਹਿੰਦਾ ਮੈਂ ਸ਼ਾਪਿੰਗ ਕਰਦਾ ਫਿਰਦਾ ਆਪਣੇ ਵਿਆਹ ਵਾਸਤੇ। ਜਿਹੜੀਆਂ ਤੁਹਾਨੂੰ ਮੈਂ ਅੱਜ ਗੱਲਾਂ ਦੱਸ ਰਿਹਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ। ਅੱਵਲ ਤਾਂ ਹਮੇਸ਼ਾ ਹੀ ਸੱਚ ਬੋਲਣ ਦੀ ਕੋਸ਼ਿਸ਼ ਕਰੀਦੀ ਆ, ਕਿਉਂਕਿ ਮਸਲਾ ਬੜਾ ਸੰਜੀਦਾ, ਬੜਾ ਨਾਜ਼ੁਕ ਹੈ, ਬੜਾ ਸੈਂਸਿਟਿਵ ਆ। ਇਹਦੇ ਉੱਤੇ ਬੋਲਣ ਵਾਸਤੇ ਵੀ ਮੈਨੂੰ ਬਹੁਤ ਜਾਣਿਆਂ ਨੂੰ ਗੁੱਸੇ ਕਰਨਾ ਪਿਆ, ਘਰਦਿਆਂ ਨੂੰ ਗੁੱਸੇ ਕਰਨਾ ਪਿਆ, ਕਿਉਂਕਿ ਸਾਰੇ ਕਹਿ ਦਿੰਦੇ ਆ 27 ਸਾਲ ਦਾ ਸੰਤਾਪ ਭੋਗ ਕੇ ਅੱਜ ਤੇਰੀ ਮਾੜੀ ਮੋਟੀ ਰੋਟੀ ਚੱਜ ਦੀ ਚੱਲਣ ਲੱਗੀ ਆ, ਤੂੰ ਕਿਹੜਿਆਂ ਪੰਗਿਆਂ 'ਚ ਪੈ ਗਿਆ। ਮੈਂ ਸੋਚਦਾ ਹੁੰਦਾ ਵੀ 27 ਸਾਲ ਦਾ ਸੰਤਾਪ ਭੋਗ ਕੇ ਜੇ ਮੈਨੂੰ ਅਕਲ ਨਹੀਂ ਆਈ, ਜਾਂ ਮੈਨੂੰ ਨਹੀਂ ਉਹ ਸਪੀਡ ਦਾ ਪਤਾ ਜਿਹੜੀ ਸਪੀਡ ਮੈਂ ਝੱਲੀ ਆ, ਜਾਂ ਜਿਹੜੇ ਖੇਮੇ 'ਚ ਮੈਂ ਬੈਠਾ, ਜਿੰਨਾ ਸੁਰੱਖਿਅਤ ਮੈਂ ਬੈਠਾ, ਜੇ ਮੈਂ ਨਾ ਬੋਲੂੰਗਾ ਕਿ ਜਿਹੜੇ ਹਜੇ ਉਹ ਸੰਘਰਸ਼ ਕਰ ਰਹੇ ਆ, ਜਾਂ ਉਹ ਪੀੜ ਜੀ ਗੁਜ਼ਰ ਰਹੇ ਆ, ਜਾਂ ਟਰੱਕਾਂ ਦੇ ਉੱਤੇ ਆ, ਜਾਂ ਰੈਸਟੋਰੈਂਟਾਂ ਦੇ ਭਾਂਡੇ ਮਾਂਜ ਰਹੇ ਆ ਮੇਰੇ ਵੱਲ ਨੂੰ, ਜਾਂ ਗਲੀਆਂ ਦੇ ਵਿੱਚ ਮੇਰੇ ਵਾਂਗੂ ਫੁੱਲ ਵੇਚ ਰਹੇ ਆ, ਜਾਂ ਮੇਰੇ ਵਾਂਗੂ ਟਾਇਰਾਂ ਨੂੰ ਪੈਂਚਰ ਲਾ ਰਹੇ ਆ, ਜਿਹੜੇ ਮੈਂ ਕੰਮ ਤੁਹਾਨੂੰ ਦੱਸਦਾ ਮੈਂ ਸਾਰੇ ਕੀਤੇ ਹੋ, ਮੈਂ ਉੱਦਾਂ ਨਹੀਂ ਕਹਿੰਦਾ। ਉਹ ਬੋਲਣਗੇ ਵੀ ਇੱਥੇ ਆ ਕੇ ਮੇਰੇ ਕੋਲ 2 ਰਸਤੇ ਆ, ਮੈਂ ਕਾਮਯਾਬ ਹੋ ਕੇ ਚੁੱਪ ਕਰਕੇ ਆਪਣੇ ਘਰੇ ਬਹਿ ਜਾਵਾਂ, ਜਾਂ ਦੂਜਾ ਰਸਤਾ ਮੈਂ ਆਪਣੇ ਸਮਾਜ ਲਈ ਫਿਕਰਮੰਦ ਹੋਵਾਂ। ਪਰ ਮੈਨੂੰ ਇੱਦਾਂ ਲੱਗਦਾ ਵੀ ਬਾਬੇ ਨਾਨਕ ਨੇ ਸਾਨੂੰ ਸਮਾਜ ਲਈ ਫਿਕਰਮੰਦ ਹੋਣਾ ਸਿਖਾ ਲਿਆ। ਬਾਬੇ ਨਾਨਕ ਨੇ ਜਦੋਂ ਹਰਿਦੁਆਰ ਜਾ ਕੇ ਪੁੱਠੇ ਪਾਸੇ ਨੂੰ ਪਾਣੀ ਦਿੱਤਾ ਸੀ, ਉਦੋਂ ਸਾਰੇ ਜਣੇ ਸੂਰਜ ਨੂੰ ਪਾਣੀ ਦੇ ਰਹੇ ਸੀਗੇ, ਸਾਰੇ ਜਣੇ। ਅੱਜ ਵੀ ਬਹੁਤਾਤ ਜਿਹੜੀ ਉਹ ਸੂਰਜ ਨੂੰ ਪਾਣੀ ਦੇ ਰਹੀ ਆ। ਤੇ ਅਸੀਂ ਬਾਬੇ ਨਾਨਕ ਤੋਂ ਸਿੱਖਿਆ ਵੀ ਜਿੱਦਣ ਤੁਹਾਨੂੰ ਸੱਚ ਦਾ ਪਤਾ ਲੱਗ ਗਿਆ, ਫਿਰ ਸੱਚ ਬੋਲਣਾ ਜ਼ਰੂਰ ਹੈ। ਹੁਣ ਜਦੋਂ ਉੱਥੇ ਵੀ ਕੰਟਰੋਵਰਸੀ ਚੱਲੀ, ਤੇ ਐਦਾਂ ਥੋੜ੍ਹੀ ਸੀ, ਜਿਹੜੇ ਬਹੁਤ ਜਾਣੇ ਸੀਗੇ ਉਹ ਬਾਬੇ ਨਾਨਕ ਦੇ ਨਾਲ ਆ ਕੇ ਖੜ ਗਏ। ਸੋ ਇਹੀ ਗੱਲ ਹੁੰਦੀ ਹੈ, ਜਦੋਂ ਤੁਸੀਂ ਸੱਚ ਬੋਲਦੇ ਆ, ਬਹੁਤ ਜਾਣੇ ਨੇ ਤੁਹਾਡੇ ਨਾਲ ਖੜ ਜਾਣਾ ਹੁੰਦਾ, ਪਰ ਤੁਹਾਨੂੰ ਸੱਚ ਬੋਲਣ ਦਾ ਜਿਹੜਾ ਜੇਰਾ ਆ ਉਹ ਕਰਨਾ ਪੈਣਾ। ਸੋ ਮੈਂ ਉਹ ਗੁਰਜੀਤ ਨੂੰ ਬਹੁਤ ਸਾਰੇ ਸੁਣਾਏ। ਸਾਡੇ ਮਾਸੀ ਜੀ ਦਾ ਪੁੱਤ 97 ਦੇ ਵਿੱਚ ਉਹਦਾ ਐਕਸੀਡੈਂਟ ਹੋਇਆ, ਉਹਦੀ ਗੋਦੀ ਦੇ ਵਿੱਚ ਕੁਛ ਮਹੀਨਿਆਂ ਦੀ ਉਹਦੀ ਧੀ ਸੀਗੀ, ਉਹ ਬਚ ਗਈ, ਪਰ ਉਹਦੀ ਧੌਣ ਦੇ ਉੱਤੇ ਇਹੋ ਜਿਹੀ ਸੱਟ ਲੱਗੀ, ਉਹ ਪੈਰਾਲਾਈਜ਼ ਹੋਇਆ, ਤੇ ਅਖੀਰ ਉਹਦੀ ਜਿਹੜੀ ਸੀਗੀ ਉਹ ਡੈਥ ਹੋ ਗਈ ਕੁਛ ਸਾਲਾਂ ਬਾਅਦ ਉਸ ਐਕਸੀਡੈਂਟ ਦੇ ਨਾਲ ਹੀ। ਤੇ ਨਾਲ ਉਹਦੀ ਵਾਈਫ ਗੱਡੀ ਚਲਾਉਂਦੀ ਸੀ, ਉਹਦੇ ਝਰੀਟ ਨਹੀਂ ਲੱਗੀ, ਬਲੈਕ ਆਈਸ ਦੇ ਉੱਤੋਂ ਗੱਡੀ ਤਲ ਗਈ ਸੀ ਇੰਗਲੈਂਡ ਦੇ ਵਿੱਚ। ਸੋ ਇਹ ਬਹੁਤ ਸਾਰੇ ਹੈਪਨ ਜਿਹੜੇ ਆ, ਮੈਂ ਤਾਂ ਤੁਹਾਨੂੰ ਦੱਸ ਰਿਹਾ ਵੀ ਜਿਹੜੇ ਵੀਰ ਕਹਿ ਰਹੇ ਇਹ ਕਿੱਦਾਂ ਹੋਇਆ। ਸੋ ਇੱਦਾਂ ਹੀ ਹੁਣ ਕਈ ਜਣੇ ਇੱਥੇ ਕੁਐਸਚਨ ਕਰ ਦਿੰਦੇ ਆ ਵੀ ਉਹ ਗੱਡੀ ਆ ਕੇ ਰੁਕੀ ਟੂਲ ਪਲਾਜ਼ੇ ਦੇ ਉੱਤੇ। ਮੈਂ ਤਾਂ ਕੱਲੀ ਗੱਲ ਕਲੀਅਰ ਕਰ ਰਿਹਾ ਕਿਉਂਕਿ ਸਾਰੇ ਕੁਐਸਚਨ ਆ ਰਹੇ ਆ ਵੀ ਟੂਲ ਪਲਾਜ਼ੇ ਤੇ ਗੱਡੀ ਰੁਕੀ, ਉਦੋਂ ਰੀਨਾ ਕਿੱਥੇ ਸੀ। ਦੇਖੋ ਤੇ ਦੀਪ ਦਾ ਵੀ ਇੱਦਾਂ ਸਟੀਅਰਿੰਗ ਦੇ ਉੱਤੇ ਜਿਹੜਾ ਸਿਰਫ ਹੱਥ ਆ, ਹੱਥ ਦੀਦਾ। ਦੂਜੇ ਪਾਸੇ ਆਪਾਂ ਨੂੰ ਪਤਾ ਹੀ ਹੈ ਵੀ ਜੇ ਗੱਡੀ ਜਾ ਰਹੀ ਹੈ ਤਾਂ ਗੱਡੀ ਦਾ ਅਕਸਰ ਨੂੰ ਕੋਈ ਚਲਾਉਂਦਾ ਹੋਊਗਾ, ਆਪਣਾ ਅੰਦਾਜ਼ਾ ਸਹੀ ਹੈ ਵੀ ਦੀਪ ਦਾ ਵਿੱਚ ਹੈਗਾ।
ਪਰ ਉਹ ਕੁੜੀ ਜਿਹੜੀ ਆ ਉਹ ਜੈਕਟ ਉੱਤੇ ਲੈ ਕੇ, ਕਿਉਂਕਿ ਉਹ ਕਹ ਲਓ ਵੀ ਭੰਨੀ ਪਈ ਸੀਗੀ ਸਫ਼ਰ ਦੀ, ਬਾਹਰੋਂ ਗਈ ਸੀ ਉਦੋਂ ਸੈਟਰਡੇ, ਇੱਥੋਂ ਚੜ੍ਹੀ ਸੀਗੀ, ਜਾ ਕੇ ਸ਼ਾਪਿੰਗ ਵਗੈਰਾ ਕੀਤੀ ਆ। ਉਹ ਤੋਂ ਬਾਅਦ ਵਿੱਚ ਕੀ ਆ, ਉੱਥੇ ਕੀ ਉਹ ਸੀ ਇਹਨੇ ਜਾਣਾ ਸੀ, ਉੱਥੇ ਕਿਸੇ ਨੂੰ ਦੀਪ ਨੇ ਮਿਲਣਾ ਸੀ ਜਾ ਕੇ ਨਾ, ਤੇ ਕਿਉਂ ਚੋਣਾਂ ਦਾ ਟਾਈਮ ਚੱਲਦਾ ਸੀਗਾ, ਉੱਧਰ ਚੱਲ ਰਿਹਾ ਸੀਗਾ ਪ੍ਰਚਾਰ ਵੀ ਚੱਲਦਾ ਸੀਗਾ, ਉਹ ਪ੍ਰਚਾਰ ਦੇ ਵਿੱਚ ਵੀ ਹਿੱਸਾ ਲੈਣਾ ਸੀ। ਜਦੋਂ ਜਾ ਰਿਹਾ ਉਹ ਆਪਣੇ ਉੱਤੇ ਜੈਕਟ ਲੈ ਕੇ ਸੀਟ ਪਿੱਛੇ ਨੂੰ ਕਰਕੇ ਪਿੱਛੇ ਨੂੰ ਲੰਮੀ ਪਈ ਆ, ਤੇ ਜਿਹੜੀਆਂ ਉਹਨੇ ਪੈਰ ਆ ਉਹ ਥੱਲੇ ਡੈਸ਼ਬੋਰਡ ਦੇ ਨਾਲ ਲਾਇਓ ਸੀ। ਸੋ ਡੈਸ਼ਬੋਰਡ ਦੇ ਨਾਲ ਥੱਲੇ ਨੀਵੇਂ ਉਹਦੇ ਥਾਂ ਤੇ ਪੈਰ ਲੱਗੇ ਹੋ ਸੀਗੇ। ਜਦੋਂ ਮੂਹਰੋਂ ਗੱਡੀ ਜਾ ਕੇ ਟਰੱਕ ਦੇ ਵਿੱਚ ਵੱਜੀ ਆ ਤੇ ਉਹ ਬੁੜਕ ਕੇ ਜਾ ਕੇ ਪਿਛਲੀ ਸੀਟ ਤੇ ਡਿੱਗ ਪਈ, ਕਿਉਂਕਿ ਉਹਦਾ ਜਿਹੜਾ ਪ੍ਰੈਸ਼ਰ ਸੀ ਉਹ ਪੈਰਾਂ ਦੇ ਥੱਲੇ ਪਿਆ ਹੋਇਆ ਸੀਗਾ। ਜੇ ਉਹ ਪੈਰ ਨਾ ਲੱਗੇ ਹੁੰਦੇ ਫਿਰ ਓਬਵੀਅਸਲੀ ਉਹਨੇ ਮੋਹਰ ਨੂੰ ਜਾਣਾ ਸੀ, ਮੋਹਰ ਨੂੰ ਜਾ ਕੇ ਉਹਦਾ ਜਿਹੜਾ ਮੂੰਹ ਸਿਰ ਸੀਗਾ ਉਹ ਵਿੰਡਸ਼ੀਲਡ ਤੇ ਵੱਜਣਾ ਸੀਗਾ। ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਮੈਂ ਪਰਿਵਾਰ ਨੂੰ ਪੁੱਛ ਕੇ ਕਰ ਰਿਹਾ, ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਕਰ ਰਿਹਾ, ਕੋਈ ਹਵਾ ਦੇ ਵਿੱਚ ਤੀਰ ਨਹੀਂ। ਔਰ ਮੇਰੀ ਬਦਕਿਸਮਤੀ ਹੈ ਮੈਨੂੰ ਗੱਲਾਂ ਕਰਨੀਆਂ ਪੈ ਰਹੀਆਂ। ਇਹ ਤੁਹਾਡੇ ਵੱਡੇ ਵੱਡੇ ਜਿਹੜੇ ਤੁਸੀਂ ਨਿਊਜ਼ ਹਾਊਸ ਖੋਲ੍ਹੇ ਹੋ ਆ, ਜਾਂ ਇੱਥੇ ਸਾਡੇ ਲੋਕਲ ਪੱਤਰਕਾਰ ਵੀਰ ਆ, ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਲੱਭ ਕੇ ਕਰਨੀਆਂ ਚਾਹੀਦੀਆਂ, ਪਰ ਨਹੀਂ, ਇਹ ਭੁੰਡਾਂ ਦੇ ਖੱਖਰ ਦੇ ਵਿੱਚ ਹੱਥ ਪਾਉਣ ਨੂੰ ਅਸੀਂ ਕਮਲੇ ਬੈਠੇ ਆ। ਪਰ ਕੀ ਆ, ਸਾਨੂੰ ਵੀ ਉਨਾ ਚਿਰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਸੱਚ ਜਿਹੜਾ ਤੁਹਾਡੇ ਸਾਹਮਣੇ ਨਾ ਰੱਖ ਦਈਏ। ਸੋ ਜਿਹੜੀ ਮੈਂ ਗੱਲ ਕਰਦਾ, ਉਹ ਪਿੱਛੇ ਜਾ ਕੇ ਡਿੱਗੀ ਆ, ਉਹਦੇ ਕੁੜੀ ਦੇ ਸੱਟ ਲੱਗੀ, ਤੱਤੇ ਘਾਹ ਬਹੁਤ ਜ਼ਿਆਦਾ, ਤੱਤੇ ਘਾਹ ਉਹਦੇ ਸੱਟ ਲੱਗ ਗਈ। ਪਰ ਆਪਾਂ ਨੂੰ ਵੀ ਪਤਾ ਜਿਹੜੀਆਂ ਗੁੱਝੀਆਂ ਸੱਟਾਂ ਆ, ਆਪਾਂ ਨੂੰ ਸਾਰਿਆਂ ਨੂੰ ਪਤਾ, ਇਹਨਾਂ ਗੁੱਝੀਆਂ ਸੱਟਾਂ ਦਾ ਮੌਕੇ ਤੇ ਪਤਾ ਨਹੀਂ ਲੱਗਦਾ। ਉਹਨੂੰ ਪੇਨ ਕਿਲਰ ਦੇ ਦਿੱਤੇ ਗਏ, ਉਹ ਬੈਠੀ ਦੀ ਫੋਟੋ ਖਿੱਚ ਕੇ ਭੇਜਤੀ, ਦੇਖੋ ਜੀ ਉਹਨੂੰ ਤਾਂ ਕੁਝ ਵੀ ਨਹੀਂ ਹੋਇਆ, ਇਹ ਤਾਂ ਬੜੀ ਸੋਹਣੀ ਬੈਠੀ ਆ। ਉਹਦੇ ਬਣ ਕੇ ਜਿਹੜੇ ਉਹ ਵੀ ਮਾੜੇ ਮੋਟੇ ਡਿਸਕਲੇਟ ਹੋਇਆ, ਉਹਦੀ ਟ੍ਰੀਟਮੈਂਟ ਇੱਥੇ ਚੱਲਦੀ ਆ, ਸਾਰੇ ਪ੍ਰੂਫ ਹੈਗੇ ਆ, ਜਿਹੜੀਆਂ ਗੱਲਾਂ ਕਰਦੇ ਸਾਰੇ ਪ੍ਰੂਫ ਹੈਗੇ ਆ। ਕੋਈ ਮੈਂ ਤੁਹਾਨੂੰ ਐ ਨਹੀਂ ਗੁੰਮਰਾਹ ਨਹੀਂ ਕਰ ਰਿਹਾ, ਨਾ ਮੈਨੂੰ ਕੋਈ ਲੋੜ ਹੈ ਗੁੰਮਰਾਹ ਕਰਨ ਦੀ, ਨਾ ਮੈਂ ਕੋਈ ਇੱਥੇ ਚੈਨਲ ਚਲਾ ਰਿਹਾ। ਜੇਬਾਂ 'ਚੋਂ ਪੈਸੇ ਖਰਚਣ ਵਾਲੇ ਲੋਕ ਆ, ਚਾਹੇ ਕਿਸਾਨ ਅੰਦੋਲਨ ਹੋਵੇ, ਚਾਹੇ ਆਮ ਆਦਮੀ ਹੋਵੇ, ਜਦੋਂ ਵੀ ਕਿਤੇ ਆ ਨਾ, ਮੈਨੂੰ ਇਹ ਤੋਂ ਕੋਈ ਫਾਇਦਾ ਨਹੀਂ। ਸਿਰਫ ਮੇਰਾ ਇੱਕ ਫਰਜ਼ ਬਣਦਾ ਸੀ, ਜਿਹੜੀ ਮੈਨੂੰ ਗੱਲ ਦਾ ਪਤਾ ਸੀਗਾ ਮੈਂ ਗੱਲ ਤੁਹਾਡੇ ਮੂਹਰੇ ਲਿਆ ਕੇ ਰੱਖ ਦਿਆਂ, ਬਸ ਇੰਨਾ ਮਤਲਬ ਸੀ ਮੇਰਾ, ਹੋਰ ਕੁਝ ਨਹੀਂ। ਸੋ ਉਹਦੇ ਗੁੱਝੀਆਂ ਸੱਟਾਂ ਵੱਜੀਆਂ। ਪਰਿਵਾਰ ਨੇ ਸਲਾਹ ਕੀਤੀ ਵੀ ਜਿਹੇ ਜੀ ਕੰਟਰੀ ਆ, ਜਿਹੋ ਜਿਹਾ ਕਾਨੂੰਨ ਹੈ, ਜਾਂ ਸਾਰਾ ਕੁਛ ਹੀ ਆ, ਵੀ ਇਹ ਵੱਡੀ ਪ੍ਰੋਬਲਮ ਦੇ ਵਿੱਚ ਫਸਾਂਗੇ। ਈਵਨ ਇੱਥੇ ਮਨਦੀਪ ਉਹਨਾਂ ਦੀ ਵੀ ਸਹਿਮਤੀ ਸੀਗੀ। ਮਨਦੀਪ ਸਿੰਘ ਛੋਟੇ ਵੀਰ, ਇਹ ਸਿੱਧੂਆਂ ਦੀ ਹੁਣ ਇਸ ਵੇਲੇ ਪਰਖ ਹੈ, ਕਿਉਂਕਿ ਮੇਰਾ ਲਾਸਟ ਨੇਮ ਵੀ ਸਿੱਧੂ ਆ, ਤੇ ਤੁਸੀਂ ਪੜ੍ਹਿਆ ਲਿਖਿਆ ਪਰਿਵਾਰ ਹੈ। ਆਪਣੇ ਘਰੇ ਆਪਣੀ ਵਾਈਫ ਨਾਲ ਸਲਾਹ ਕਰਿਓ, ਆਪਣੇ ਬੱਚਿਆਂ ਨੂੰ ਪੁੱਛਿਓ, ਆਪਣੀ ਮਾਤਾ ਨੂੰ ਪੁੱਛਿਓ, ਆਪਣੀਆਂ ਸਾਰੇ ਘਰ ਦੀਆਂ ਲੇਡੀਜ਼ ਨੂੰ ਪੁੱਛਿਓ ਵੀ ਆਪਾਂ ਨੂੰ ਅੱਜ ਰੀਨਾ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ। ਇਹ ਜ਼ਰੂਰ ਮੇਰਾ ਵੀਰ ਬੇਨਤੀ ਆ, ਜੇ ਕੋਈ ਵੀਰ ਸੁਣਦਾ ਹੋਵੇ ਉਸ ਵੀਰ ਤੱਕ ਜ਼ਰੂਰ ਪਹੁੰਚਾ ਦਿਓ। ਹੋਰ ਕੋਈ ਵੀਰ ਇਸ ਰੌਲੇ ਦੇ ਵਿੱਚ ਨਾ ਆਵੇ, ਕਿਉਂਕਿ ਤੁਸੀਂ ਸਿਰਫ ਬੱਲੇ ਬੱਲੇ ਖੱਟਣੇ ਨੂੰ ਲਾਈਵ ਹੋ ਕੇ ਬਹਿ ਜੰਨੇ ਆ, ਕੋਈ ਕਿਤੇ ਇੰਗਲੈਂਡ 'ਚ ਬਹਿ ਜਾਂਦਾ, ਕੋਈ ਕਿਤੇ ਬਹਿ ਜਾਂਦਾ, ਗੁੰਮਰਾਹ ਕਰੀ ਜਾਂਦੇ ਆ। ਜੋ ਤੁਹਾਡੇ ਕੋਲ ਖੇਸਵਾ ਆਈ ਜਾਂਦੀ ਆ YouTube ਦੇ ਉੱਤੋਂ, ਆ ਜਿਹੜੇ ਫੁਕਰੇ ਪੱਤਰਕਾਰ ਇਹਨਾਂ ਕੋਲੋਂ ਉਹੀ ਗੱਲਾਂ ਤੁਸੀਂ ਗਾਂ ਪਾਲਿਸ਼ ਕਰਕੇ ਉਹਨਾਂ ਨੂੰ ਵਧਾ ਕੇ ਫਿਰ ਸਿੱਟੀ ਜਾਂਦੇ ਆ। ਇਹਨਾਂ ਗੱਲਾਂ ਦਾ ਜਵਾਬ ਮੇਰੀਆਂ ਦਾ ਜੇ ਦੇਣਾ ਹੋਇਆ ਦੀਪ ਦਾ ਪਰਿਵਾਰ ਦੇਵੇ, ਹੋਰ ਕੋਈ ਬੰਦਾ ਵੀ ਜਵਾਬ ਦੇਣ ਦੀ ਖੇਚਲ ਨਾ ਕਰੇ। ਦੀਪ ਦੇ ਪਰਿਵਾਰ ਦੇ ਕੋਲੋਂ ਮੈਂ ਸੁਣਨਾ ਚਾਹੁੰਦਾ, ਮਨਦੀਪ ਸਿੰਘ ਸੱਚ ਬੋਲੀ, ਜ਼ਿੰਦਗੀ ਇੱਕੋ ਵਾਰੀ ਮਿਲੀ ਆ। ਹਾਲਾਂਕਿ ਮੇਰਾ ਕੋਈ ਰੌਲਾ ਨਹੀਂ ਤੁਹਾਡੇ ਕੇਸ ਦੇ ਵਿੱਚ, ਮੈਂ ਚੁੱਪ ਕਰਕੇ ਬਹਿ ਸਕਦਾ ਸੀ, ਕਿਉਂਕਿ ਇੱਕ ਤੋਂ ਇਹ ਤੁਹਾਨੂੰ ਕਈ ਵਾਰੀ ਹੋ ਜਾਂਦਾ ਵੀ ਉਹ ਜਿਹੜਾ ਪਰਿਵਾਰ ਹੈ ਉਹ ਬਿਲਕੁਲ ਸਾਡੇ ਲਾਗਲੇ ਪਿੰਡ ਤੋਂ ਆ, ਉਹਦਾ 2 ਕਿਲੋਮੀਟਰ ਤੇ ਪਿੰਡ ਆ। ਤੁਸੀਂ ਹਿੰਦੂਆਂ ਦੀ ਕੁੜੀ ਕਹੀ ਜਾਂਦੇ ਆ, ਉਹਦਾ ਪਿੰਡ ਖਾਨਖਾਨਾ ਹੈ। ਗੁਣਾਚੌਰ ਮੇਰਾ ਪਿੰਡ ਹੈ, ਮੈਂ ਕਿਹੜਾ ਕੋਈ ਲੋਕ ਕੇ ਗੱਲ ਕਰਦਾ, ਗੁਣਾਚੌਰ ਦੇ ਨਾਲ ਖਾਨਖਾਨਾ ਪੈਂਦਾ, ਉੱਥੋਂ ਦਾ ਪਰਿਵਾਰ ਹੈ, ਜੂਬਾ ਹਿੱਡੀ 'ਚ ਰਹਿੰਦਾ। ਉਹ ਕਿਤੇ ਖਾਨਾ ਬਦੋਸ਼ ਕੁੜੀ ਥੋੜੀ ਆ ਵੀ ਐਵੇਂ ਦੀਪ ਦੇ ਨਾਲ ਬਹਿ ਗਈ ਜਾ ਕੇ, ਕਿਤੇ ਪਰਿਵਾਰ ਦੀ ਜ਼ਿੰਮੇਵਾਰੀ ਦੇ ਉੱਤੇ ਕੁੜੀ ਗਈ ਹੈ ਉੱਥੇ ਨੂੰ। ਮੈਨੂੰ ਫਿਕਰ ਇਹ ਆ ਵੀ ਜਿਹੜੇ ਹਿਸਾਬ ਦੇ ਨਾਲ ਕਈ ਕਵਿਤਾਵਾਂ ਲਿਖੀ ਜਾਂਦੇ ਆ, ਅਸੀਂ ਸੋਧ ਦੇਣੀ ਆ, ਅਸੀਂ ਐਂ ਕਰ ਦੇਣਾ, ਉਹ ਕਰ ਦੇਣਾ, ਉਹਨਾਂ ਵੀਰਾਂ ਨੂੰ ਬੇਨਤੀ ਆ, ਰੱਬ ਦੇ ਵਾਸਤੇ ਤੁਸੀਂ ਭਰਾਵਾ ਹੈਗੇ ਆ ਭੁਲੱਕੜ, ਭੁੱਲਿਓ। ਮੈਂ ਤੁਹਾਨੂੰ ਤਾਂ ਨਹੀਂ ਕੁਝ ਵੀ ਕਹਿੰਦਾ, ਕਿਉਂਕਿ ਕਿਸੇ ਟਾਈਮ ਅਸੀਂ ਵੀ ਇਸ ਖੇਮੇ 'ਚ ਸੀਗੇ। ਹੁਣ ਮੈਂ ਤੁਹਾਨੂੰ ਪਿੱਛੇ ਲੈ ਜਾਣਾ ਥੋੜ੍ਹਾ ਜਿਹਾ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ। ਅਟੈਕ ਤੋਂ ਬਾਅਦ ਵਿੱਚ ਜੋ ਕੁਝ ਵੀ ਗੱਲ ਪਰਿਵਾਰ ਵੱਲੋਂ ਜਾਂ ਮੀਡੀਆ ਵੱਲੋਂ ਜਾਂ ਸਰਕਾਰ ਵੱਲੋਂ ਜਿਹੜੀ ਰੱਖੀ ਜਾਂਦੀ ਹੈ, ਉਹਦੇ ਵਿੱਚ ਰੱਖੀ ਜਾਂਦੀ ਹੈ ਵੀ ਬਾਬਾ ਜਰਨੈਲ ਸਿੰਘ ਜਿਹੜੇ ਉਹ ਸੇਫ ਨਿਕਲ ਕੇ ਕਿਸੇ ਦੂਜੀ ਕੰਟਰੀ 'ਚ ਪਹੁੰਚ ਗਏ ਆ। ਉਹ ਗੱਲ ਪ੍ਰਚਾਰੀ ਗਈ, ਅਸੀਂ ਮੰਨੀ। ਅੱਛਾ, ਜਦੋਂ ਕਿਤੇ ਉਹ ਕੁਛ ਬਜ਼ੁਰਗ ਉਹਨਾਂ ਟਾਈਮਾਂ ਦੇ ਜਿਹੜੇ ਬਜ਼ੁਰਗ ਹੁੰਦੇ ਸੀ, ਜਿਹੜੇ ਸਿਆਣੇ ਸੀ, ਉਹਨੇ ਸਾਨੂੰ ਇੱਦਾਂ ਕਹਿ ਦੇਣਾ ਵੀ ਬਾਬਾ ਜਰਨੈਲ ਸਿੰਘ ਤਾਂ ਲੜਾਈ ਦੇ ਵਿੱਚ ਸ਼ਹੀਦ ਹੋ ਗਿਆ, ਤੇ ਅਸੀਂ ਉਹਨਾਂ ਨੂੰ ਕਹਿਣਾ ਤੁਹਾਡੇ ਮੂੰਹ ਦੇ ਵਿੱਚ ਕੀੜੇ ਪੈਣੇ ਆ, ਤੁਸੀਂ ਕੀੜੇ ਪੈ ਕੇ ਮਰਨਾ। ਜਿਹੜੀਆਂ ਗੱਲਾਂ ਤੁਸੀਂ ਸਾਡੇ ਬਾਬਾ ਜਰਨੈਲ ਸਿੰਘ ਦੇ ਬਾਰੇ ਕਹਿੰਦੇ ਆ, ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਰਹੇ ਆ ਨਾ, ਉਹਦਾ ਪੇਬੈਕ ਸਾਨੂੰ ਆ ਰਿਹਾ। ਉਹ ਸਾਨੂੰ ਗੱਲਾਂ ਫਿਰ ਦੁਬਾਰਾ ਹੁਣ ਭੁਗਤਣੀਆਂ ਪੈ ਰਹੀਆਂ, ਜਿਹੜੀਆਂ ਤੁਸੀਂ ਸਾਨੂੰ ਨੌਜਵਾਨੋਂ ਗਾਲਾਂ ਕੱਢੋਗੇ। ਇਹ ਸਾਡੇ ਉਦੋਂ ਦੇ ਕੀਤੇ ਉਹ ਕਰਮ ਹੈ। ਉਸ ਟਾਈਮ ਦੇ ਵਿੱਚ ਅਸੀਂ ਉਹਨਾਂ ਸਿਆਣਿਆਂ ਬਜ਼ੁਰਗਾਂ ਨੂੰ ਇਹ ਕਿਹਾ ਸੀ ਤੁਹਾਡੇ ਮੂੰਹ 'ਚ ਕੀੜੇ ਪੈਣੇ ਆ। ਇਹ ਗੱਲਾਂ ਤੁਸੀਂ ਕਹਿ ਸਕਦੇ ਆ, ਅਸੀਂ ਮੰਨਦੇ ਹਾਂ ਅੱਜ, ਹੈ ਨਾ। ਪਰ ਕੀ ਆ ਸੱਚਾਈ ਕੀ ਸੀ, ਉਹ ਜਾ ਕੇ ਭਾਵੇਂ ਆਮ ਲੋਕਾਂ ਨੂੰ ਜਾਂ ਸਾਰਿਆਂ ਲੋਕਾਂ ਨੂੰ 2004 ਦੇ ਵਿੱਚ ਪਤਾ ਲੱਗੀ, 20 ਸਾਲਾਂ ਬਾਅਦ। ਪਰ ਮੈਂ ਜਦੋਂ 96 ਦੇ ਵਿੱਚ ਵਾਟਸਨਵਿਲ ਬਾਬਾ ਜਰਨੈਲ ਸਿੰਘ ਉਹਨਾਂ ਦੇ ਧਰਮ ਪਤਨੀ ਮਾਤਾ ਪ੍ਰੀਤਮ ਕੌਰ ਨੂੰ ਜਦੋਂ ਮਿਲਿਆ, ਉਦੋਂ ਅਸੀਂ ਸਾਰੇ ਜਣੇ ਸਾਡੇ ਮਾਮਾ ਜੀ ਦੇ ਘਰੇ ਬੈਠੇ ਸੀਗੇ।
ਤੇ ਉੱਥੇ ਇਹ ਗੱਲਬਾਤ ਸਾਰੀ ਚੱਲੀ। ਜਾਣੀ ਮੇਰੇ ਰੌਂਗਟੇ ਖੜ ਗਏ ਵੀ ਕਿਵੇਂ ਮਾਤਾ ਜੀ ਨੇ ਆਪਣਾ ਪਰਿਵਾਰ ਪਾਲਿਆ, ਕਿਵੇਂ ਉਹ ਪਹਿਲਾਂ ਮੇਰਠ ਵਿੱਚ ਜਾ ਕੇ ਰਹੇ ਆ, ਫਿਰ ਉਹ ਕਿਵੇਂ 4-5 ਸਾਲ ਜਿਹੜਿਆਂ ਔਖਿਆਂ ਸਮਿਆਂ ਵਿੱਚ ਹੀ ਲੰਘੇ ਆ। ਪਹਿਲਾਂ ਤਾਂ ਮੈਨੂੰ ਉਹ ਚੀਜ਼ਾਂ ਨੇ ਪਰੇਸ਼ਾਨ ਕੀਤਾ। ਫਿਰ ਮੇਰਾ ਕੁਐਸਚਨ ਸੀ ਵੀ ਮਾਤਾ ਜੀ ਅਮਰੀਕਾ, ਕੈਨੇਡਾ, ਇੰਗਲੈਂਡ ਤੋਂ ਯੂਰਪ ਤੱਕ ਤੋਂ ਲੈ ਕੇ ਅਰਬ ਕੰਟਰੀਆਂ ਤੱਕ ਪੈਸਾ ਇਕੱਠਾ ਹੋਇਆ, ਕੀ ਉਹਨਾਂ ਪੈਸਿਆਂ ਦੇ ਵਿੱਚੋਂ ਤੁਹਾਡੇ ਤੱਕ ਕੋਈ ਮਦਦ ਨਹੀਂ ਪਹੁੰਚੀ? ਮਾਤਾ ਜੀ ਦਾ ਜਵਾਬ ਸੀ ਵੀ ਸਾਡੇ ਕੋਲ ਇੱਕ ਗਲੀ ਵਾਲਾ ਪੈਸਾ ਵੀ ਨਹੀਂ ਆਇਆ। ਇਹ ਗੱਲ ਮੈਂ 96 ਦੀ ਕਰਦਾ, 12 ਸਾਲ ਬਾਅਦ ਦੀ। ਜਾਣੀ ਉੱਥੇ ਫਿਰ ਸਾਨੂੰ ਜਦੋਂ ਮਾਤਾ ਜੀ ਨੇ ਦੱਸਿਆ ਵੀ ਇੱਦਾਂ ਦਾ ਕਰਕੇ ਵੀ ਬਾਬਾ ਜੀ ਦੇ ਪਰਿਵਾਰ ਨੇ, ਸੰਤਾਂ ਦੇ ਪਰਿਵਾਰ ਨੇ, ਉਹਨਾਂ ਦੇ ਭਰਾਤਾਂ ਨੇ ਸ਼ਨਾਖਤ ਕੀਤੀ ਆ, ਉਹਨਾਂ ਨੇ ਹੀ ਜਿਹੜਾ ਸੀਗਾ ਸੰਸਕਾਰ ਕਰਵਾਇਆ ਬਾਬਾ ਜਰਨੈਲ ਸਿੰਘ ਦਾ। ਹੁਣ ਇੱਥੇ ਸਾਨੂੰ ਗੱਲਾਂ ਸੋਚਣ ਲਈ ਮਜਬੂਰ ਕਰਦੀਆਂ ਕਿ ਉਹਨਾਂ ਪਰਿਵਾਰਾਂ ਦੇ ਉੱਤੇ ਕਿਹੋ ਜਿਹਾ ਦਬਾਅ ਸਰਕਾਰਾਂ ਵੱਲੋਂ, ਸਟੇਟ ਵੱਲੋਂ ਪਾਇਆ ਜਾਂਦਾ ਹੋਊਗਾ, ਜਿਹਦੇ ਕਰਕੇ ਅੱਜ ਮਨਦੀਪ ਵੀ ਰੀਨਾ ਦੇ ਬਾਰੇ ਗੱਲ ਕਰਨ ਤੋਂ ਲਾਚਾਰ ਆ। ਮੈਂ ਕਹਿੰਦਾ ਇੱਦਾਂ ਨਹੀਂ ਹੈ, ਉਹ ਕਰਨੀ ਚਾਹੁੰਦਾ ਹੋਣਾ, ਪਰ ਪਤਾ ਨਹੀਂ ਕਿਹੋ ਜਿਹਾ ਦਬਾਅ ਪਾਏ ਜਾਂਦੇ ਆ। ਇੱਕ ਤਾਂ ਉਹਨੇ ਆਪਣਾ ਭਰਾ ਗਵਾ ਲਿਆ, ਦੂਜਾ ਉਹ ਕਹਿੰਦਾ ਹੋਣਾ ਵੀ ਜਿਹੜੇ ਹੁਣ ਸਮਾਜ ਲਈ ਜਾਂ ਜਿਹਦੇ ਕਾਸੇ ਵਾਸਤੇ ਵੀ ਮੈਂ ਸੱਚ ਬੋਲਣਾ, ਇਹਦਾ ਖਮਿਆਨਾ ਜਿਹੜਾ ਸਾਨੂੰ ਭੁਗਤਣਾ ਪੈਣਾ, ਉਹਦਾ ਸਾਨੂੰ ਗਾਹਾਂ ਨਹੀਂ ਪਤਾ ਕੀ ਭੁਗਤਣਾ ਪੈਣਾ। ਇਹ ਗੱਲਾਂ ਜਿਹੜੀਆਂ ਮੈਂ ਤਾਂ ਪਿੱਛੇ ਜਾ ਕੇ ਜੋੜੀਆਂ ਵੀ 20 ਸਾਲ ਉਸ ਮੁਖੀ ਸੰਸਥਾ ਦੇ ਮੁਖੀ ਬਾਬਾ ਬ੍ਰਹਮ ਗਿਆਨੀ ਠਾਕਰ ਸਿੰਘ ਹੁਣਾਂ ਨੇ ਸਟੇਜ ਤੇ ਬਹਿ ਕੇ ਗੱਲ ਕਹੀ ਆ ਵੀ ਬਾਬਾ ਜਰਨੈਲ ਸਿੰਘ ਹੁਣੀ ਜਿਉਂਦੇ ਆ। ਇਹ ਵੀ ਨਹੀਂ ਕਿਹਾ ਵੀ ਪੱਕਾ ਨਹੀਂ ਪਤਾ ਜਿਉਂਦੇ ਆ ਜਾਂ ਸ਼ਹੀਦ ਹੋ ਗਏ ਆ, ਉਹਨੇ ਦਾਅਵਾ ਕੀਤਾ ਵੀ ਜਿਉਂਦੇ ਆ। ਉਹ ਦਾਅਵੇ ਨੂੰ ਅਸੀਂ ਵੀ ਮੰਨਿਆ, ਤੁਸੀਂ ਵੀ ਸਾਰਿਆਂ ਨੇ ਮੰਨਿਆ। 2004 ਦੇ ਵਿੱਚ ਉਹਨਾਂ ਨੂੰ ਸ਼ਹੀਦ ਡਿਕਲੇਅਰ ਕੀਤਾ ਗਿਆ। ਸੋ ਇਹ ਸਟੇਟ ਨੇ ਦੇਖਣਾ ਹੁੰਦਾ ਸਾਡੇ ਪੱਖ ਦੇ ਵਿੱਚ ਗੱਲ ਕਿੱਦਾਂ ਜਾਂਦੀ ਹੈ। ਸੋ ਅੱਜ ਸਟੇਟ ਦੇ ਪੱਖ ਦੇ ਵਿੱਚ ਜਿਹੜੀ ਗੱਲ ਆ ਉਹ ਰੌਲਾ ਘਟੌਲਾ ਪਾ ਕੇ ਜਾ ਰਹੀ ਆ। ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਰਾਜਨੀਤਿਕ ਪਾਰਟੀਆਂ ਸਾਰੀਆਂ ਖੜ ਕੇ ਉਹ ਤੁਹਾਡੇ ਜਿਹੜਾ ਅੰਦੋਲਨ ਹੈ ਜਿਹਦੇ ਵਿੱਚ ਤੁਸੀਂ ਸਾਰੇ ਇਕੱਠੇ ਸੀਗੇ, ਉਹਦੇ ਵਿੱਚ ਐਵੇਂ ਆਪਾਂ ਕਾਮਰੇਡਾਂ ਨੂੰ ਕ੍ਰੈਡਿਟ ਦੇਈ ਜਾਈਏ, ਕਾਮਰੇਡਾਂ ਨੂੰ ਕ੍ਰੈਡਿਟ ਨਾ ਦਿਓ। ਉਹਦੇ ਵਿੱਚ ਆਪਾਂ ਸਾਰੇ ਹੀ ਸੀਗੇ, ਅਸੀਂ ਵੀ ਸੀਗੇ, ਅਸੀਂ ਪੈਸੇ ਭੇਜੇ। ਹੁਣ ਅਸੀਂ ਕਿਹੜਾ ਕਾਮਰੇਡ ਹੈ, ਅਸੀਂ ਵੀ ਵਿੱਚ ਖੜੇ ਆ। ਆਪਾਂ ਉਹ ਮੈਂ ਅੱਗੇ ਵੀ ਇੱਕ ਦਿਨ ਲਾਈਵ ਕੀਤਾ ਸੀ ਜਦੋਂ ਹਜੇ ਮੋਰਚਾ ਨਹੀਂ ਸੀ ਜਿੱਤਿਆ। ਮੈਂ ਕਿਹਾ ਯਾਰ ਤੁਸੀਂ ਸਾਰਾ ਕੁਝ ਕਾਮਰੇਡ ਕਰਕੇ ਮੈਨੂੰ ਲੱਗਦਾ ਜਿੱਦਣੇ ਜਿੱਤ ਗਏ ਉਦੋਂ ਸਾਨੂੰ ਇਹ ਕਹਿਣਾ ਔਖਾ ਹੋ ਜਾਣਾ ਵੀ ਅਸੀਂ ਜਿੱਤੇ ਆ। ਵੀ ਅਸੀਂ ਕਾਹਤੇ ਉਹਨਾਂ ਨੂੰ ਕਹੀ ਜਾਂਦੇ ਆ, ਸਾਰੇ ਲੋਕ ਉੱਥੇ ਬੈਠੇ ਆ, ਸਾਡੀਆਂ ਸਾਰੀਆਂ ਸੰਸਥਾਵਾਂ ਬੈਠੀਆਂ। ਸੋ ਇਹ ਜਿੰਨੇ ਵੀ ਅੱਜ ਵੀ ਜਿਹੜੇ ਹੈਗੇ ਆ ਉੱਥੇ ਮੈਂ ਜਿਨ੍ਹਾਂ ਦੀ ਗੱਲ ਕੀਤੀ, ਜਿਹੜੀਆਂ ਗਿਰਜਾਂ ਆ, ਉਹ ਗਿਰਜਾਂ ਨੂੰ ਹੁਣ ਤੁਸੀਂ ਪਛਾਣੋ ਕਿਹੜੇ ਇਤਿਹਾਸਕਾਰ ਹੈ, ਕਿਹੜੇ ਚਿੰਤਕ ਹੈ। ਮੈਂ ਦੱਸਿਆ ਸੀ ਮੈਂ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਕਰਨੀ, ਮੈਂ ਇਸ ਕਰਕੇ ਇਹ ਆਪਣੀ ਜ਼ੁਬਾਨ ਨੂੰ ਥੋੜ੍ਹਾ ਜਿਹਾ ਤਾਲਾ ਲਾ ਰਿਹਾ। ਮੈਂ ਨਾ ਤਾਂ ਸਾਰਿਆਂ ਦੇ ਲੈ ਦਿਆਂ, ਕਿਹੜੇ ਕਦੇ ਬੰਦੇ ਨਾਲ ਇਹ ਤੁਸੀਂ ਪਛਾਣਨੇ ਆ ਜਿਹੜੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਹੁਣ ਸਾਡਾ ਤਾਂ ਇੱਕ ਚੌਕੀਦਾਰ ਦਾ ਕੰਮ ਹੈ ਹੋਕਾ ਦੇਣਾ ਬਈ। ਇੱਥੇ ਆ ਕੇ ਤੁਹਾਨੂੰ ਆਪਣੀ ਸਮਝ ਜਿਹੜੀ ਆ ਉਹ ਤੋਂ ਕੰਮ ਲੈਣਾ ਪੈਣਾ। ਹੁਣ ਮੇਰੇ ਨਾਲ ਤਾਂ ਸਾਡੇ ਸ਼ਹਿਰ ਦੇ ਇੱਥੇ ਜਿਹੜੇ ਕਿਸੇ ਟਾਈਮ ਜਦੋਂ ਕਿਸਾਨ ਅੰਦੋਲਨ ਲਈ 1,11,000 ਡਾਲਰ ਇਕੱਠਾ ਕੀਤਾ ਸੀ, ਜਿਹੜੇ ਕਹਿੰਦੇ ਬੱਲੇ ਭਾਜੀ, ਸ਼ਾਬਾ ਭਾਜੀ, ਮੇਰੇ ਤਾਂ ਉਹ ਵੀ ਹੁਣ ਕਹਿ ਲਓ ਵੀ ਪੰਜਾਬੀ 'ਚ ਗੱਲ ਪੈਣ ਨੂੰ ਫਿਰਦੇ ਆ ਵੀ ਭਾਜੀ ਤੂੰ ਕਿੱਧਰ ਖੜ ਗਿਆ। ਹੁਣ ਭਾਜੀ ਦੀ ਬਦਕਿਸਮਤੀ ਇਹ ਆ, ਭਾਜੀ ਨੂੰ ਸਾਰਾ ਸੱਚ ਪਤਾ। ਭਾਜੀ ਦੇ ਪਿੰਡ ਦੇ ਲਾਗੇ ਦੀ ਕੁੜੀ ਆ, ਕੈਲੀਫੋਰਨੀਆ 'ਚ ਰਹਿੰਦੀ ਆ, ਉਹਦੇ ਜਿਹੜੇ ਕਹਾਂ ਨਾਨਕੇ ਆ ਉਹ ਵੀ ਸਾਡੇ ਨਾਲ ਹੈ। ਸੋ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਪੱਕਾ ਐਕਸੀਡੈਂਟ ਹੈ। ਹੁਣ ਇੱਕ ਹੋਰ ਗੱਲ ਆ ਰਹੀ ਹੈ ਵੀ ਟਰੱਕ ਨੇ ਜਿਹੜੀਆਂ ਸੀ, ਚਲੋ ਵੀਰ ਮੰਨ ਜਾਂਦੇ ਐਕਸੀਡੈਂਟ ਹੈ, ਉਹ ਕਹਿੰਦੇ ਇੱਦਾਂ ਵੀ ਟਰੱਕ ਨੇ ਮੂਹਰੇ ਜਾ ਕੇ ਜ਼ੋਰ ਨਾਲ ਬ੍ਰੇਕਾਂ ਮਾਰਤੀਆਂ। ਹੁਣ ਜਿੰਨੇ ਵੀ ਤੁਸੀਂ ਡਰਾਈਵ ਕਰਨ ਵਾਲੇ ਆਪਾਂ ਇਹ ਚੀਜ਼ ਨੂੰ ਖੋਜਣਾ ਵੀ ਜਿਹੜਾ ਲੱਦਿਆ ਟਰੱਕ ਹੈ, ਜਿਹੜਾ ਲੱਦਿਆ ਕੋਲੇ ਦਾ ਟਰੱਕ ਹੈ, ਉਹ ਸਕਾਰਪੀਓ ਗੱਡੀ ਦੇ ਨਾਲੋਂ ਭੱਜ ਕੇ ਮੂਹਰੇ ਨਿਕਲ ਜਾਊਗਾ। ਖਾਸ ਤੌਰ ਤੇ ਜੇ ਉਸ ਗੱਡੀ ਨੂੰ ਦੀਪ ਚਲਾਉਂਦਾ ਹੋਵੇ, ਜਿਹਦਾ ਰਿਕਾਰਡ ਹੈ ਵੀ ਉਹ ਆਮ ਬੰਦੇ ਨਾਲੋਂ ਗੱਡੀ ਤੇਜ਼ ਚਲਾਉਂਦਾ, ਤੇ ਉਦੋਂ ਤਾਂ ਉਹਨੇ ਕਿਤੇ ਨਾ ਕਿਤੇ ਖਾਸ ਮਕਸਦ ਦੇ ਨਾਲ ਪਹੁੰਚ ਕੇ ਕਿਸੇ ਨੂੰ ਮਿਲਣਾ ਵੀ ਸੀ, ਹੌਲੀ ਤਾਂ ਉਹਨੇ ਜਾਣਾ ਨਹੀਂ ਸੀ। ਵੀ ਚਲੋ ਇਹ ਤੁਸੀਂ ਸੋਚੋ ਵੀ ਉਸ ਗੱਡੀ ਨੂੰ ਟਰੱਕ ਜਿਹੜਾ ਕ੍ਰੋਸ ਕਰ ਜੂ। ਚਲੋ ਜੇ ਕ੍ਰੋਸ ਕਰ ਵੀ ਗਿਆ, ਜਿਹੜੇ ਤੁਸੀਂ ਟਰੱਕ ਚਲਾਉਣ ਵਾਲੇ ਵੀਰ ਆ, ਤੁਸੀਂ ਦੱਸੋ ਜਦੋਂ ਤੁਸੀਂ ਟਰੱਕ ਦੀ ਬ੍ਰੇਕ ਮਾਰੋਗੇ, ਟਰੱਕ ਨੇ ਛੇਤੀ ਰੁਕਣਾ ਜਾਂ ਗੱਡੀ ਨੇ ਰੁਕਣਾ ਛੇਤੀ? ਉੱਥੇ ਹੋਇਆ ਕੀ ਹੁਣ ਮੈਂ ਤੁਹਾਨੂੰ ਦੱਸਦਾ। ਜਿਹੜੀ ਮੌਕੇ ਦੀ ਜਿਹੜੀ ਸਥਿਤੀ ਹੈ, ਜਿਹੜੇ ਵੀਰ ਉੱਥੇ ਪਹੁੰਚੇ ਆ ਉਹਨਾਂ ਦੇ ਕੋਲੋਂ ਮੈਨੂੰ ਪਤਾ ਲੱਗਿਆ ਜਿਹੜਾ ਆਖਰੀ ਐਕਸਲ ਹੈ ਨਾ ਉਹਨਾਂ ਟਰੱਕਾਂ ਦਾ, ਜਿਹੜੇ ਹੁਣ ਚੱਲਦੇ ਆਪਾਂ ਤਾਂ ਸਾਰੇ ਚਿਰਾਂ ਦੇ ਆਏ ਹਾਂ, ਆਖਰੀ ਐਕਸਲ ਜਿਹੜਾ ਆ ਉਹ ਜ਼ਮੀਨ ਦੇ ਨਾਲੋਂ 5-4 ਇੰਚ ਉੱਚਾ ਚੱਲਦਾ। ਉਹਦੇ ਉੱਤੇ ਲੋਡ ਨਹੀਂ ਹੁੰਦਾ ਕੋਈ ਵੀ। ਉਹਦੇ ਨਾਲ ਸਟੱਪਣੀਆਂ ਟੰਗੀਆਂ ਹੁੰਦੀਆਂ 4। ਅੱਗੇ ਟੂਲ ਦੇ ਵਿੱਚ ਸਟੱਪਣੀ ਰੱਖੀ ਹੁੰਦੀ ਸੀ, ਹੁਣ ਸਟੱਪਣੀਆਂ 4 ਸਟੱਪਣੀਆਂ ਬਿਲਕੁਲ ਉਹ ਜਿਹੜੀਆਂ ਆਖਰੀ ਐਕਸਲ ਆ ਉਹਦੇ ਨਾਲ ਟੰਗੀਆਂ ਹੁੰਦੀਆਂ। ਉਹਨੂੰ ਇੱਕ ਸਿਰਫ ਜੂ ਜੁਆਇੰਟ ਪਾਇਆ ਹੁੰਦਾ। ਜੂ ਜੁਆਇੰਟ ਦਾ ਮਤਲਬ ਹੈ ਆਪਾਂ ਸਰੀਆ ਜਿਹੜਾ ਆ ਉਹ ਮੋੜ ਕੇ ਤੇ ਉੱਤੇ ਨਟ ਕੱਸ ਦਈਏ, ਕਿਉਂਕਿ ਉੱਤੇ ਲੋਡ ਨਹੀਂ ਕਦੇ ਪੈਣਾ ਹੁੰਦਾ। ਉਹਨੇ ਤੋਂ 4 ਟਾਇਰ ਆ ਜਿਹੜੇ ਹੋਲਡ ਕਰਕੇ ਰੱਖਣੇ ਆ, ਉਨੀ ਕੁ ਕੈਪੇਬਿਲਿਟੀ ਉਹਦੀ ਬਣਾ ਦਿੰਦੇ ਆ ਵੀ ਠੀਕ ਹੈ ਇਹਨੇ 4 ਟਾਇਰ ਹੋਲਡ ਕਰਨੇ ਆ, ਇੱਥੇ ਕਿਹੜਾ ਲੋਡ ਪੈਣਾ। ਜਦੋਂ ਉਹ ਗੱਡੀ ਪਿੱਛੋਂ ਤੇਜ਼ ਜਾ ਕੇ ਆਖਰੀ ਐਕਸਲ ਦੇ ਵਿੱਚ ਵੱਜੀ, ਇਹ ਸੱਚ ਹੈ, ਆਖਰੀ ਐਕਸਲ 'ਚ ਜਦੋਂ ਜਾ ਕੇ ਗੱਡੀ ਵੱਜੀ ਨਾ, ਜਿਹੜਾ ਪਿੱਛੇ ਸੀਗਾ ਉਹ ਐਕਸਲ ਜਿਹੜਾ ਸੀਗਾ ਉਹ ਟੁੱਟ ਗਿਆ। ਟੁੱਟ ਕੇ ਐਕਸਲ ਥੱਲੇ ਡਿੱਗ ਗਿਆ। ਉਦੋਂ ਜ਼ਮੀਨ ਤੇ ਨਹੀਂ ਲੱਗਦਾ, ਪਰ ਉਹ ਟੁੱਟ ਕੇ ਥੱਲੇ ਲੱਗ ਗਿਆ। ਥੱਲੇ ਲੱਗ ਕੇ 20-25 ਮੀਟਰ ਜਿਹੜੇ ਟਾਇਰ ਆ, ਆਖਰੀ ਟਾਇਰ ਆ, ਉਹ ਘੜੀਸ ਹੁੰਦੇ ਗਏ ਆ ਥੱਲੇ। ਇਹ ਆ ਉਹਦੀ ਬ੍ਰੇਕ ਦਾ ਸੱਚ। ਸੋ ਇੱਥੇ ਦੁੱਖ ਤਾਂ ਸਾਨੂੰ ਉਨਾ ਹੀ ਆ। ਦੀਪ ਚਾਹੇ ਐਕਸੀਡੈਂਟ ਦੇ ਵਿੱਚ ਮਰਿਆ, ਚਾਹੇ ਤੁਸੀਂ
ਜਿਹੜਾ ਕੁਝ ਬਣਾ ਕੇ ਇਹਨੂੰ ਦਿਖਾ ਰਹੇ ਆ, ਉਹ ਕੀ ਹੁੰਦਾ ਵੀ ਜਿਹੜਾ ਦੀਪ ਹੈਗਾ ਤੁਸੀਂ ਉਹ ਦੀਪ ਵੀ ਨਹੀਂ ਰਹਿਣ ਦੇਣਾ। ਤੁਸੀਂ ਉਹਦੇ ਜ਼ਿਆਦਾ ਹਮੇਤੀ ਬਣਦਿਆਂ ਨੇ, ਮੈਂ ਕਹਿੰਦਾ ਹੁੰਦਾ ਵੀ ਤੁਸੀਂ ਹਮੇਤੀ ਵੀ ਹੈਗੇ ਕਿ ਦੁਸ਼ਮਣ ਆ ਉਹਦੇ। ਜਿਹੜੀਆਂ ਉਹਦੀਆਂ ਖੂਬੀਆਂ ਹੈਗੀਆਂ ਉਹ ਪ੍ਰਚਾਰੋ। ਉਹ ਚੰਗਾ ਪੜ੍ਹਿਆ ਲਿਖਿਆ ਨੌਜਵਾਨ ਸੀ, ਉਹ ਆਪਣੇ ਬਲਬੂਤੇ ਦੇ ਉੱਤੇ ਵਕਾਲਤ ਕਰਕੇ ਕਿੱਥੇ ਦੀ ਕਿੱਥੇ ਪਹੁੰਚਿਆ। ਉਹਨੇ ਆਪਣੀ ਸਿਹਤ ਦਾ ਕਿੰਨਾ ਖਿਆਲ ਰੱਖਿਆ। ਉਹ 42-43 ਸਾਲ ਦੀ ਉਮਰ ਦੇ ਵਿੱਚ ਵੀ ਬਿਲਕੁਲ ਫਿੱਟ ਲੱਗਦਾ ਸੀ। ਹੁਣ ਇੱਥੇ ਵੀ ਰੌਲਾ ਪਾਈ ਜਾਂਦੇ ਜਿਹੜੇ ਝੂਠ ਬੋਲਣ ਵਾਲੇ ਸੀਗੇ ਵੀ ਉਹਦੀ ਏਜ ਜਿਹੜੀ ਆ ਉਹ 37 ਸਾਲ ਸੀਗੀ, ਵੀ ਉਹ 84 'ਚ ਜੰਮਿਆ। ਮੈਂ ਇੱਕ ਦਿਨ ਫੇਸਬੁੱਕ ਤੇ ਪਾਇਆ ਸੀ, ਮੈਂ ਕਿਹਾ ਯਾਰ ਐਂ ਕਰੋ, ਤੁਹਾਨੂੰ 50 ਲੱਖ ਰੁਪਈਆ ਨਾਮ ਰੱਖਿਆ ਬੈਂਸਣਾ ਛੱਡੋ, ਪਰਵਾਨੇ ਉਹਨਾਂ ਨੂੰ ਕਹੋ ਮੇਰੇ ਕੋਲੋਂ 50 ਲੱਖ ਰੁਪਈਆ ਇੰਡੀਆ ਤੋਂ ਚੱਕ ਲੈਣ, ਤੁਸੀਂ ਉਹਦੀ ਦਿਖਾਲ ਦਿਓ ਵੀ ਤਰੀਕ ਹੈ 84 ਦੀ। ਹੁਣ ਕਈ ਵੀਰ ਇੱਥੇ ਮੇਰੇ ਨਾਲ ਆ, ਉਹ ਜੈਕਟਾਂ ਛਪਾਈ ਫਿਰਦੇ, ਉਹਦੇ ਉੱਤੇ 84 ਤੋਂ ਲੈ ਕੇ 22 ਤੱਕ ਦਾ ਪਾਇਆ। ਉਹ ਮੈਂ ਕਿਹਾ ਝੱਲਿਓ ਯਾਰ, ਘੱਟੋ ਘੱਟ ਜੋ ਸੱਚ ਹੈ ਸੱਚ ਨੂੰ ਤਾਂ ਪ੍ਰਵਾਨ ਕਰ ਲਓ। ਏਜ ਵੀ ਕਾਹਤੇ ਉਹਦੀ ਗਲਤ ਦੱਸੀ ਜਾਂਦੇ ਆ ਤੁਸੀਂ। ਉਹ 2 ਅਪ੍ਰੈਲ 1979 ਦਾ ਜੰਮਿਆ ਆ। 2 ਅਪ੍ਰੈਲ 1979 ਦੇ ਵਿੱਚ ਉਹਨੇ 43 ਸਾਲਾਂ ਦਾ ਹੋ ਜਾਣਾ ਸੀ। ਖੂਬੀ ਇਹ ਸੀ ਵੀ ਉਹਨੇ ਆਪਣੇ ਆਪ ਨੂੰ ਇੰਨਾ ਸਾਂਭ ਕੇ ਰੱਖਿਆ ਸੀ ਵੀ ਚਾਹੇ ਤੁਸੀਂ ਉਹਨੂੰ 32 ਦਾ ਕਹਿ ਦਿਓ ਚਾਹੇ 31 ਦਾ ਕਹਿ ਦਿਓ, ਉਹ ਨੌਜਵਾਨ ਸੀ। ਇਹ ਚੀਜ਼ਾਂ ਸਮਝ ਕੇ ਉਹਨੂੰ ਰੋਲ ਮਾਡਲ ਬਣਾਓ। ਸਿਹਤ ਦਾ ਖਿਆਲ ਰੱਖੋ, ਚੰਗਾ ਪੜ੍ਹੋ, ਚੰਗੇ ਵਧੀਆ ਬੁਲਾਰੇ ਬਣੋ। ਇੱਕ ਚੰਗਾ ਬੁਲਾਰਾ ਸੀਗਾ, ਜਦੋਂ ਉਹਦੇ ਵਿਚਾਰ ਸੀਗੇ, ਜਦੋਂ ਡਾਇਲੋਗ ਆਪਣਾ ਡਿਲੀਵਰ ਕਰਦਾ ਸੀ, ਉਹ ਚੰਗਿਆਂ ਨੂੰ ਕੀਲ ਜਾਂਦਾ ਸੀ। ਸੋ ਇਹ ਚੀਜ਼ਾਂ ਜਿਹੜੀਆਂ ਇਹ ਉਹਦੇ ਗੁਣ ਹੈ। ਹੁਣ ਜਿਹੜੇ ਲੋਕਾਂ ਨੇ ਰੋਟੀਆਂ ਸੇਕਣੀਆਂ, ਉਹ ਪਹਿਲਾਂ ਤਾਂ ਲੋਕਾਂ ਨੂੰ ਦੁਬਧਾ ਦੇ ਵਿੱਚ ਪਾ ਰਹੇ ਆ ਵੀ ਉਹਦਾ ਮਰਡਰ ਹੋਇਆ, ਕਤਲ ਹੋਇਆ। ਕਿਉਂ ਪਾ ਰਹੇ ਆ? ਉਹ ਪਾ ਕੇ ਫਿਰ ਉਹਨਾਂ ਨੇ ਕੋਸ਼ਿਸ਼ ਕਰਨੀ ਉਹਨੂੰ ਸ਼ਹੀਦ ਬਣਾਉਣ ਦੀ। ਸ਼ਹੀਦ ਬਣਾ ਕੇ ਕੀ ਕਰਨਾ? ਐ ਨਹੀਂ ਵੀ ਦੀਪ ਦੇ ਨਾਲ ਉਹਨਾਂ ਨੂੰ ਬਹੁਤ ਹੈ ਵੀ ਦੀਪ ਨੂੰ ਸ਼ਹੀਦ ਬਣਾਉਣਾ ਜ਼ਰੂਰ ਆ। ਦੀਪ ਨੂੰ ਜੇ ਇਹ ਜਿਹੜੇ ਸ਼ਹੀਦ ਬਣਾਉਣ ਵਾਲੇ ਇੰਨੇ ਤੁਰੇ ਫਿਰਦੇ ਆ, ਮੈਂ ਇੱਕ ਗੱਲ ਕਰਦਾ ਵੀ ਜਿੱਦਣ ਦੀਪ ਨੂੰ ਮੋਹਾਲੀ ਦੇ ਵਿੱਚ ਕੋਈ ਕੋਠੀ ਨਹੀਂ ਸੀ ਕਿਰਾਏ ਤੇ ਦਿੰਦਾ, ਉਦੋਂ ਤੁਸੀਂ ਸਾਰੇ ਜਾਣੇ ਕਿੱਥੇ ਸੀ? ਜਿੱਦਣ ਦੀਪ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਐਲਾਨ ਕਰਨਾ ਸੀ, ਉਦੋਂ ਉੱਥੇ 100 ਬੰਦਾ ਨਹੀਂ ਪਹੁੰਚਿਆ, ਉਦੋਂ ਤੁਸੀਂ ਕਿੱਥੇ ਸੀ? ਜਿੱਦਣ ਤਲਵੰਡੀ ਸਾਬੋ ਉਹਨੇ ਇਕੱਠ ਕੀਤਾ, ਉਦੋਂ ਤਲਵਾੜੇ ਉਹਨਾਂ ਨੇ ਇਹ ਗੱਲ ਸਟੇਜ ਤੋਂ ਕਹੀ ਆ ਵੀ ਦੀਪ ਪਰਸੋਂ ਦਾ ਪਾਠ ਖੋਲ੍ਹਿਆ ਆ, 7 ਤੋਂ ਬਿਨਾਂ 2 ਬੰਦੇ ਮੱਥਾ ਟੇਕਣ ਆਏ ਆ। ਇਹ ਔਨ ਰਿਕਾਰਡ ਹੈ ਵੀ 7 ਤੋਂ ਬਿਨਾਂ 2 ਬੰਦੇ ਮੱਥਾ ਟੇਕਣ ਆਏ ਆ, ਤੀਜਾ ਬੰਦਾ ਕੋਈ ਮੱਥਾ ਟੇਕਣ ਨਹੀਂ ਆਇਆ। ਤਲਵੰਡੀ ਸਾਬੋ ਦੀ ਮੈਂ ਗੱਲ ਕਰਦਾ। ਇਹ ਜਿਹੜੇ ਅੱਜ ਇੰਨੇ ਇਕੱਠੇ ਹੋ ਗਏ ਉਹਨੂੰ ਸ਼ਹੀਦ ਬਣਾਉਣ ਵਾਸਤੇ, ਖਿਆਲ ਕਰਿਓ ਕਰਨਾ ਇਹਨਾਂ ਨੇ ਵੀ ਉਹੀ ਕੁਛ ਹੈ। ਪਰਿਵਾਰ ਨੂੰ ਪਿੱਛੇ ਕਰ ਦੇਣਾ, ਨਾ ਉਹਦੀ ਧੀ ਨੂੰ ਮੂਹਰੇ ਆਉਣ ਦੇਣਾ, ਨਾ ਉਹਦੀ ਵਾਈਫ ਜਿਹੜੀ ਐਕਸ ਵਾਈਫ ਆ ਨਾ ਉਹਨੂੰ ਮੂਹਰੇ ਆਉਣ ਦੇਣਾ। ਉਹਦੇ ਲਈ ਗੱਲਾਂ ਕੋਈ ਹੋਰ ਬਣਾਉਣੀਆਂ। ਇਹਨਾਂ ਨੇ ਤੁਹਾਡੇ ਪੁੱਤ ਮਰਾਉਣੇ ਆ, ਇਹਨਾਂ ਨੇ ਤੁਹਾਡੇ ਪੁੱਤਾਂ ਦੇ ਸਿਵੇ ਸੇਕ ਕੇ ਆਪਣੀਆਂ ਰੋਟੀਆਂ ਸੇਕਣੀਆਂ ਉਹਨਾਂ ਦੇ ਉੱਤੇ। ਇਹਨਾਂ ਤੋਂ ਖਬਰਦਾਰ ਹੋ ਜਾਓ। ਮੈਂ ਤੁਹਾਡਾ ਕਿਸੇ ਦਾ ਦੁਸ਼ਮਣ ਨਹੀਂ ਭਰਾਵੋ, ਮੈਂ ਤੁਹਾਡਾ ਸਾਰਿਆਂ ਦਾ ਮਿੱਤਰ ਹੈ। ਫਰੀਨੋ 'ਚ ਰਹਿਣਾ, ਜਿਹੜਾ ਕੋਈ ਫਰੀਨੋ 'ਚ ਰਹਿਣੇ ਵਾਲਾ ਮੇਰਾ ਪੁੱਤ ਭਰਾ ਛੋਟਾ ਆ, ਜੇ ਤੁਹਾਨੂੰ ਮੇਰੇ ਬਾਰੇ ਕੋਈ ਦੱਸਦਾ, ਆਹ ਮੇਰੀ ਰੀਅਲ ਆਈਡੀ ਆ, ਇਹ 'ਤੇ ਜਦੋਂ ਮਰਜ਼ੀ ਮੈਨੂੰ ਮੈਸੇਂਜਰ ਦੇ ਉੱਤੇ ਕਾਲ ਕਰਕੇ ਮੇਰੇ ਬਾਰੇ ਪੁੱਛ ਲਿਆ ਕਰੋ। ਕੰਮਾਂ ਕਾਰਾਂ ਬਾਰੇ ਤੁਹਾਨੂੰ ਵਧੀਆ ਸਲਾਹ ਦਊਂਗਾ। ਮੈਨੂੰ ਪਤਾ ਬੜਾ ਕੁਝ ਭਰਿਆ ਜਾ ਰਿਹਾ। ਮੈਂ ਹੈਰਾਨ ਆ ਵੀ ਜਦੋਂ ਉਹ ਜਵਾਕ ਜਿਹਾ ਗੱਲਾਂ ਕਰਦੇ, ਉਹਨਾਂ ਨੂੰ ਵਿਚਾਰਿਆਂ ਨੂੰ ਹਜੇ ਨੌਲੇਜ ਤਾਂ ਹੈ ਨਹੀਂ। ਉਹ ਹੋਰ ਜਿੱਦਾਂ ਨਹੀਂ ਉਹ ਇਦਾਂ ਦੀ ਗੱਲ ਹੁੰਦੀ ਹੈ। ਮੈਂ ਤੁਹਾਨੂੰ ਇੱਕ ਕਹਾਣਾ ਦੱਸਦਾ ਵੀ ਕਈ ਵਾਰੀ ਨਾ ਜਵਾਕ ਘਰੇ ਬੈਠਾ ਹੁੰਦਾ ਤਾਂ ਉਹਦਾ ਬਾਪ ਕਹਿੰਦਾ ਵੀ ਕੋਈ ਡੋਰ 'ਤੇ ਆਇਆ, ਉਹਨੂੰ ਜਾ ਕੇ ਕਹਿ ਦੇ ਮੈਂ ਘਰੇ ਹੈ ਨਹੀਂ। ਹੁਣ ਜਿਹੜੇ ਇੱਥੇ ਵਾਲੇ ਜਵਾਕ ਹੈ ਇਹ ਵਿਚਾਰੇ ਬੜੇ ਭੋਲੇ ਆ। ਇਹ ਉਹ ਜਵਾਕ ਆ ਜਿਹੜੇ ਜਾ ਕੇ ਕਹਿੰਦੇ ਮੇਰਾ ਪਾਪਾ ਕਹਿੰਦਾ ਮੈਂ ਘਰੇ ਹੈ ਨਹੀਂ। ਹੁਣ ਜਿਹੜੇ ਜ਼ਹਿਰ ਭਰਨ ਵਾਲੇ ਲੋਕ ਆ, ਜ਼ਹਿਰ ਭਰਨ ਵਾਲੇ ਉਹ ਲੋਕ ਆ ਜਿਹੜੇ ਕਿਸੇ ਟਾਈਮ ਇਹ ਕਹਿੰਦੇ ਹੁੰਦੇ ਸੀ ਮੁਲਕ ਨੇ ਦਾ ਕੰਮ ਕਰਦੇ ਨੇ ਮਰ ਜਾਣਾ। ਇਹ 2-2 ਸ਼ਿਫਟਾਂ ਲਾਉਂਦਾ, ਇਹ ਸੈਟਰਡੇ ਸੰਡੇ ਵੀ ਲਾਉਂਦਾ, ਇਹ 5 ਦਿਨ ਡਿਸਪੈਚ ਕਰਦਾ, 2 ਦਿਨ ਡਾਕ ਤੇ ਬੈਠਾ ਰਹਿੰਦਾ। ਅੱਜ ਉਹ ਬੰਦੇ ਉਹਨਾਂ ਨੂੰ ਪੁੱਛਦੇ ਆ ਇਹਦੇ ਕੋਲ ਪੈਸੇ ਕਿੱਥੋਂ ਆ ਗਏ? 27 ਸਾਲ ਬਿਨਾਂ ਨਾਗਾ ਕੰਮ ਕੀਤਾ। 27 ਸਾਲ ਮੈਂ ਇਸ ਕੰਟਰੀ 'ਚੋਂ ਇੱਥੋਂ ਪਿੰਡ ਨਹੀਂ ਗਿਆ। ਹੁਣ ਜੇ ਮਾੜੀ ਮੋਟੀ ਰੋਟੀ ਖਾਣ ਲੱਗਾ ਚੱਜ ਦੀ, ਤੁਸੀਂ ਜਵਾਕਾਂ ਦੇ ਵਿੱਚ ਆ ਜ਼ਹਿਰ ਭਰਨੀ ਆ। ਤੁਸੀਂ ਮੈਨੂੰ ਹੀ ਆ ਕੇ ਪੁੱਛ ਲਓ ਕਿੱਥੋਂ ਆਏ ਆ। ਮੈਂ ਤਾਂ ਗੱਲ ਕਰਦਾ ਹੁੰਦਾ ਟਰੰਪ ਸਰਕਾਰ ਦੇ ਕੋਲੋਂ ਤੁਸੀਂ ਮਿਲੀਅਨ ਡਾਲਰ ਲਏ ਆ, ਲੱਖਾਂ ਡਾਲਰ ਲਏ ਆ। NKRS ਟਰੱਕਿੰਗ ਕੰਪਨੀਆਂ ਦਾ ਆ, ਕੱਢ ਕੇ ਦਿਖਾ ਦਿਓ ਗਲੀ ਵਾਲਾ ਪੈਸਾ ਵੀ ਲਿਆ ਹੋਵੇ। 17 ਸਾਲਾਂ ਤੋਂ ਓਨਰ ਨਾਲ ਕੰਮ ਕਰਦੇ ਆ। ਅੱਜ ਮੈਂ ਦਾਅਵੇ ਨਾਲ ਗੱਲ ਕਹਿ ਕੇ ਜਾਂਦਾ, ਪੰਜਾਬੀ ਕੰਪਨੀ ਸਿਰਫ ਤੇ ਸਿਰਫ NKRS ਆ ਪੂਰੇ ਅਮਰੀਕਾ ਦੇ ਵਿੱਚ ਜਿਹਦੇ ਕੋਲ ਇੰਨੇ ਓਨਰ ਪੁਰਾਣੇ ਆ। ਦਾਅਵੇ ਨਾਲ ਕਹਿ ਕੇ ਜਾਂਦਾ। ਸੋ ਇਹ ਤੁਹਾਡੀਆਂ ਜਿਹੜੀਆਂ ਕੀਤੀਆਂ ਗੱਲਾਂ ਆ ਜਾਂ ਤੁਹਾਡਾ ਭਰਿਆ ਜ਼ਹਿਰ ਹੈ, ਇਹ ਕਿਸੇ ਕੰਮ ਨਹੀਂ ਆਉਣਾ। ਤੁਸੀਂ ਕਦੇ ਕਹਿੰਦੇ ਆ ਇਹ ਉਹ ਬੰਦਾ ਆ ਜਿਹੜਾ ਦੀਪ ਨੂੰ ਗਦਾਰ ਕਹਿੰਦਾ ਸੀ। ਰਿਕਾਰਡ ਦਿਖਾ ਲਓ ਮੈਂ ਕਿੱਥੇ ਗਦਾਰ ਕਿਹਾ, ਦਿਖਾ ਲਓ ਮੈਂ ਕਿੱਥੇ ਪਲਟੀਨਾ ਕਿਹਾ। ਉਹ ਮੁੰਡੇ ਦੀ ਮੈਨੂੰ ਕਾਲ ਆਈ, ਕਹਿੰਦਾ ਸੀ 100-150 ਬੰਦਾ ਆ ਭਾਜੀ, ਅਸੀਂ ਇੱਦਾਂ ਮੁੰਡਾ ਆ, ਅਸੀਂ ਭਾਜੀ ਗੱਲਾਂ ਕਰਦੇ ਸੀ, ਤੁਸੀਂ ਉਹਨੂੰ। ਉਹ ਮੈਂ ਕਿਹਾ 150 ਛੱਡ ਕੇ ਭਾਵੇਂ ਤੁਸੀਂ 1.5 ਲੱਖ ਹੋ ਜਾਓ, ਮੈਂ ਜਿਹੜੇ ਸਟੈਂਡ ਦੇ ਉੱਤੇ ਹੈਗਾ ਮੈਂ ਹੈਗਾ। ਮੈਂ ਉਦੋਂ ਕਿਹਾ ਸੀ ਝੰਡਾ ਜਿਹੜਾ ਚਾੜਿਆ ਗਿਆ ਇਹਦੇ ਨਾਲ ਅੰਦੋਲਨ ਖਤਮ ਹੋ ਜਾਣਾ ਸੀ। ਉਹ ਵੀਡੀਓ ਉੱਤੇ ਪਈ ਆ, ਮੈਂ ਕਦੇ ਨਹੀਂ ਲਾਈ। ਇਹ ਖਤਮ ਹੋ ਜਾਣਾ ਸੀ ਅੰਦੋਲਨ। ਮੈਂ ਉਦੋਂ ਵੀ ਕਿਹਾ ਸੀ, ਅੱਜ ਵੀ ਕਹਿਣਾ, ਜੇ ਟਕੈਤ ਉੱਥੇ ਸਟੈਂਡ ਨਾ ਲੈਂਦਾ ਤੁਹਾਡੇ ਤੇ 84 ਫੇਰ ਵਾਪਰ ਜਾਣੀ ਸੀ। ਤੁਹਾਡੇ ਬਜ਼ੁਰਗ ਧੀਆਂ ਭੈਣਾਂ ਉੱਥੇ ਬੈਠੀਆਂ ਸੀ, ਉਹਨਾਂ ਦਾ ਕੀ ਹਾਲ ਹੋਣਾ ਸੀ। ਇਹ ਗੱਲਾਂ ਕੋਈ ਲੁਕੀਆਂ ਥੋੜ੍ਹੀ ਆ। ਜਿਹੜੇ ਬੰਦੇ
ਹੁਣ ਫੇਸਬੁੱਕਾਂ ਬਣਾ ਕੇ ਤੁਰੇ, ਉਹਨਾਂ ਟਾਈਮਾਂ ਦੇ ਵਿੱਚ ਜਿਹਨਾਂ ਨੇ ਤਵੱਜੋ ਨਹੀਂ ਦਿੱਤੀ। ਅਸੀਂ ਤਾਂ ਮੋਰਚੇ ਦੇ ਵਿੱਚ ਬੈਠੇ ਸੀ, ਅਮਰੀਕਾ 'ਚ ਬੈਠੇ ਵੀ, ਹਰ ਇੱਕ ਮਾੜੀ ਮੋਟੀ ਗੱਲ ਦੀ ਖਬਰ ਰੱਖਦੇ ਸੀ। ਅੱਛਾ, ਜੇ ਅਸੀਂ ਇੱਦਾਂ ਹੀ ਹੁੰਦੇ, ਜਿੱਦਾਂ ਹੁਣ ਮੈਂ ਉਦੋਂ ਪੰਨੂ ਭੰਦੇਰ ਹੋਣਾ ਦੀਆਂ ਜਥੇਬੰਦੀਆਂ ਨੂੰ ਵੀ ਇਹ ਕਿਹਾ ਸੀਗਾ ਵੀ ਪੰਨੂ ਭੰਦੇਰ ਹੋਣੀ ਵੀ ਜਿਹੜੇ ਗਏ ਆ ਇਹ ਗਲਤ ਗਏ ਆ, ਪਰ ਜਿੱਦਣ ਅਸੀਂ ਫੰਡ ਇਕੱਠਾ ਕਰਕੇ 70 ਲੱਖ ਰੁਪਈਆ ਭੇਜਿਆ, ਅਸੀਂ ਪੰਨੂ ਭੰਦੇਰ ਹੋਣਾ ਦੀ ਜਥੇਬੰਦੀਆਂ ਦਾ ਸਭ ਤੋਂ ਜ਼ਿਆਦਾ ਉਹਦੇ ਵਿੱਚੋਂ ਸਮਾਨ ਲੈ ਕੇ ਦਿੱਤਾ। ਜੇ ਸਾਡੇ ਮਨ 'ਚ ਇਹ ਹੁੰਦੀ ਵੀ ਪੰਨੂ ਭੰਦੇਰ ਹੋਣਾ ਦੀ ਜਥੇਬੰਦੀ ਲਾਲ ਕਿਲੇ ਤੇ ਗਈ ਆ, ਅਸੀਂ ਉਹਨਾਂ ਦੇ ਕਿਸਾਨਾਂ ਨੂੰ ਕੁਝ ਦੇਣਾ ਨਹੀਂ, ਇਸ ਗੱਲ ਦਾ ਗਵਾਹ ਸਰਬਜੀਤ ਸਿੰਘ ਧੁੰਦਾ ਭਾਜੀ ਆ ਵੀ ਸਭ ਤੋਂ ਵੱਡੀ ਲਿਸਟ ਪੰਨੂ ਭੰਦੇਰ ਹੋਣਾ ਦੀ ਸੀਗੀ ਸਮਾਨ ਦੀ, ਜਿਹੜੀ ਅਸੀਂ ਉਹਨਾਂ ਨੂੰ ਸਮਾਨ ਲੈ ਕੇ ਦਿੱਤਾ, ਗੱਦੇ ਵਿੱਚ ਕੂਲਰ ਰਹਿਬਰ ਜੋ ਵੀ ਸਮਾਨ ਸੀਗਾ। ਸਾਡੇ ਮਨਾਂ 'ਚ ਤਾਂ ਹੈ ਹੀ ਨਹੀਂ ਸੀ ਵੀ ਕਿਹੜੀ ਪਾਰਟੀ ਨਾਲ ਕੋਈ ਜੁੜਿਆ। ਅਸੀਂ ਤਾਂ ਇਹ ਕਹਿੰਦੇ ਸੀਗੇ ਮੋਰਚੇ ਨੂੰ ਖਰਾਬ ਨਾ ਕਰੋ, ਜਦੋਂ ਇਹ ਮੋਰਚਾ ਜਿੱਤਿਆ ਗਿਆ ਤੁਸੀਂ ਜਿਹੜੀਆਂ ਮਰਜ਼ੀ ਗੱਲਾਂ ਫਿਰ ਦੁਬਾਰਾ ਕਰ ਲਿਓ, ਅਸੀਂ ਤੁਹਾਡੇ ਨਾਲ ਵੀ ਖੜੇ ਹੋਵਾਂਗੇ। ਸਾਡਾ ਇਹ ਰਿਕਾਰਡ ਹੈ, ਅਸੀਂ ਹਰੇਕ ਉਸ ਪੰਜਾਬ ਦਰਦੀ ਨਾਲ ਖੜੇ ਹੋਏ ਹਾਂ, ਭਾਵੇਂ ਅਸੀਂ ਧੋਖਾ ਖਾਧਾ, ਭਾਵੇਂ ਅਸੀਂ ਉੱਥੇ ਖੁਸ਼ ਹੋਏ ਹਾਂ, ਚਾਹੇ ਅਸੀਂ ਜੋ ਮਰਜ਼ੀ ਹੋਇਆ, ਸਾਡੇ ਮਨ ਨੂੰ ਸ਼ਾਂਤੀ ਹੋ ਜਾਂਦੀ ਹੈ ਵੀ ਯਾਰ ਜੋ ਅਸੀਂ ਕਰ ਸਕਦੇ ਸੀ ਅਸੀਂ ਕਰ ਦਿੱਤਾ। ਅਸੀਂ ਆਪਣਾ ਗਵਾ ਕੇ ਕਰਨੇ ਵਾਲੇ ਆ। ਆ ਜਿਹੜੇ ਵੀਰ ਸਾਡੇ ਲਈ ਜ਼ਹਿਰ ਭਰ ਰਹੇ ਆ, ਮੈਂ ਕਹਿੰਦਾ ਹੁੰਦਾ ਤੁਸੀਂ ਉੱਦਾਂ ਕਿਤੇ ਕੋਈ ਰੱਖ ਲਓ, ਮੀਟਿੰਗ ਰੱਖ ਲਓ, ਆਪਾਂ ਇਕੱਠੇ ਹੋ ਕੇ ਬਹਿ ਕੇ ਗੱਲਾਂ ਕਰ ਲੈਂਦੇ ਆ। ਤੁਸੀਂ ਉਹ ਜਿਹੜਾ 100-150 ਮੁੰਡਾ ਹੈ ਉਹਨੂੰ ਵੀ ਸੱਦ ਲਿਓ, ਤੁਸੀਂ ਵੀ ਆ ਜਿਓ, ਆਪਾਂ ਬਹਿ ਕੇ ਸਾਰੇ ਸਵਾਲ ਜਵਾਬ ਕਰ ਲੈਂਦੇ ਆ। ਵਿੱਚ ਕੱਢ ਦਿਓ ਕਸੂਰ ਕਿਹੜੇ ਆ, ਦੱਸ ਦਿਓ ਮੈਂ ਕਿੱਥੇ ਗਲਤ ਹਾਂ। ਸੋ ਇਹ ਕਈ ਵਾਰੀ ਨਾ ਤੁਹਾਡੇ ਮੂੰਹ ਚੋਂ ਗੱਲਾਂ ਕਢਾਉਂਦੇ ਆ। ਇੱਕ ਦਿਨ ਇੱਕ ਵੀਰ ਕਮੈਂਟ ਕਰਕੇ ਗਿਆ ਸੀਗਾ, ਮੈਂ ਉਹਨੂੰ ਫੋਨ ਬਹੁਤ ਕੀਤੇ, ਸਾਡੇ ਇੱਥੇ ਲੋਕਲ ਫਰਿਜਨੋ ਤੋਂ ਹੀ ਆ ਬੰਦਾ, ਉਹ ਕਮੈਂਟ ਕਰ ਗਿਆ, ਮੈਂ ਬਹੁਤ ਫੋਨ ਕੀਤੇ, ਜੋ ਨਾ ਚੱਕਿਆ ਤਾਂ ਗੁੱਸੇ ਦੇ ਵਿੱਚ ਮੇਰੇ ਕੋਲੋਂ ਥੱਲੇ ਇੱਕ ਕਮੈਂਟ ਲਿਖਿਆ ਗਿਆ, ਸਿਰਫ ਇੱਕ ਕਮੈਂਟ, ਉਹਦਾ ਸਕਰੀਨਸ਼ਾਟ ਲੈ ਕੇ ਵੱਡਿਆਂ ਪੇਜਾਂ ਤੇ ਘੁਮਾਤਾ, ਦੇਖੋ ਇਹਨੇ ਕੀ ਕਹਿਤਾ, ਦੇਖੋ। ਮੈਂ ਕਿਹਾ ਮੈਂ ਇਹਦੇ ਵਿੱਚ ਜੋ ਆਪਣੇ ਬਾਰੇ ਕਿਹਾ, ਮੈਂ ਕੱਲੀ ਗੱਲ ਸਹੀ ਕਹੀ, ਇਹਨੂੰ ਕੁਛ ਠਲਾ ਨਹੀਂ ਸਕਦਾ। ਇਹ ਗੱਲ ਮੈਂ ਉਹਨਾਂ ਨੂੰ ਕਹੀ ਸੀ। ਪਰ ਚਲੋ ਮੇਰਾ ਲਾਈਵ ਅੱਗੇ ਉਹਨੂੰ ਫਿਰ ਲੰਮਾ ਹੋ ਜਾਣਾ। ਮੈਂ ਤੁਹਾਨੂੰ ਇਹ ਦੱਸਣ ਲਈ ਅੱਜ ਇੱਥੇ ਆਇਆ ਸੀ ਵੀ ਦੀਪ ਦਾ ਐਕਸੀਡੈਂਟ ਹੋਇਆ, ਬਹੁਤ ਮਾੜਾ ਹੋਇਆ, ਇਹਦਾ ਆਪਾਂ ਨੂੰ ਸਾਰਿਆਂ ਨੂੰ ਸੋਗ ਹੈ। ਇਸ ਚੀਜ਼ ਦਾ ਗਵਾਹ ਦੀਪ ਦਾ ਭਰਾ ਮਨਦੀਪ ਹੈ, ਜਿਹਨੂੰ ਜਦੋਂ ਵੀ ਇਹਨਾਂ ਨੇ ਪੁੱਛਦੇ ਤਾਂ ਜਿਹੜੇ ਪੱਤਰਕਾਰ ਹੈ, ਮੇਰੇ ਤੋਂ ਹੁਣ ਮੂੰਹ ਚੋਂ ਕਿਤੇ ਨੂੰ ਗਲਤ ਗੱਲ ਨਾ ਨਿਕਲ ਜਾਵੇ, ਪਰ ਜਿੰਨੀਆਂ ਵੀ ਗਲਤ ਗੱਲਾਂ ਸਾਰੀਆਂ ਉਹਨਾਂ ਦੇ ਸਿਰ 'ਚ ਮਾਰ ਕੇ ਕਹਿਣਾ, ਪੁੱਛਦੇ ਤੁਸੀਂ ਇੱਦਾਂ ਆ ਵੀ ਅਸੀਂ ਸੁਣਿਆ ਵੀ ਬਹੁਤ ਵੱਡੀ ਸਾਜ਼ਿਸ਼ ਕੀਤੀ ਗਈ ਆ, ਦੀਪ ਦਾ ਕਤਲ ਹੋਇਆ, ਤੁਸੀਂ ਕੀ ਕਹਿਣਾ ਚਾਹੁੰਦੇ ਆ? ਜਿਹੜੇ ਉਹਨੂੰ ਗਦਾਰ ਕਹਿੰਦੇ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ? ਇਹ ਕੋਈ ਸਵਾਲ ਹੈ? ਇਹਦਾ ਤੁਸੀਂ ਜਵਾਬ ਵੀ ਵਿੱਚੇ ਲੈ ਕੇ ਬੈਠੇ ਆ। ਤੁਸੀਂ ਉਹਨੂੰ ਸਵਾਲ ਕਰੋ। ਅੱਛਾ, ਇਹਦੇ ਸਾਰੇ ਦੇ ਬਾਵਜੂਦ ਵੀ ਮਨਦੀਪ ਨੇ ਇੱਕ ਵਾਰੀ ਵੀ ਕਿਹਾ ਹੋਵੇ ਸਾਜ਼ਿਸ਼ ਹੈ? ਮਨਦੀਪ ਨੇ ਹਰੇਕ ਵਾਰੀ ਕਿਹਾ ਵੀ ਇਹ ਐਕਸੀਡੈਂਟ ਹੈ, ਹਰੇਕ ਵਾਰੀ ਉਹਨੇ ਐਕਸੀਡੈਂਟ ਕਿਹਾ। ਅੱਛਾ, ਉਹ ਮਨਦੀਪ ਦੀ ਗੱਲ ਸੁਣਦਾ ਕੋਈ ਨਹੀਂ। ਸੁਣਦੇ ਕਿਹਨਾਂ ਨੂੰ? ਤੁਸੀਂ ਔਨਰ ਵਾਲਿਆਂ ਨੂੰ, ਡੇਲੀ ਪੋਸਟ ਵਾਲਿਆਂ ਨੂੰ, ਜਾਂ ਹੋਰ ਆ ਯੂਟਿਊਬਰ ਚੈਨਲ ਜਿਹੜੇ ਮੈਂ ਕਹਿੰਦਾ ਉਹਨਾਂ ਜਿਹਨਾਂ ਨੂੰ ਇੱਕ ਦੁੱਕੀ ਦੀ ਵੀ ਅਕਲ ਹੈ ਨਹੀਂ, ਜਿਨ੍ਹਾਂ ਨੂੰ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ, ਪੰਜਾਬੀ ਵੀ ਗਲਤ ਬੋਲਦੇ ਆ, ਉਹਨਾਂ ਨੂੰ ਸੁਣ ਕੇ ਤੁਸੀਂ ਆਪਣੇ ਖੇਮਿਆਂ 'ਚ ਗੱਲਾਂ ਪਾਈ ਜਾਂਦੇ ਆ। ਮੇਰੀ ਰਿਸ਼ਤੇਦਾਰੀ 'ਚੋਂ ਬਹੁਤ ਹੈ, ਮੈਂ ਸੌਰੀ ਟੂ ਸੇ, ਕਈ ਤਾਂ ਮੈਂ ਜਿਹਨਾਂ ਨੂੰ ਮੈਂ ਇੱਦਾਂ ਆਪਣੇ ਰੋਲ ਮਾਡਲ ਮੰਨਦਾ ਹੁੰਦਾ ਸੀਗਾ, ਜਿਹਨਾਂ ਦੀਆਂ ਗੱਲਾਂ ਬਹਿ ਕੇ ਸੁਣਦੇ ਹੁੰਦੇ ਸੀ, ਅੱਜ ਮੈਂ ਉਹਨਾਂ ਨੂੰ ਸੁਣ ਕੇ ਹੈਰਾਨ ਹੈ ਵੀ ਯਾਰ ਕਿਤੇ ਜਿਹੜੀ ਕੋਵਿਡ ਦੀ ਵੈਕਸੀਨ ਲੱਗੀ ਸੀ ਇਹਦਾ ਤਾਂ ਨਹੀਂ ਕਿਤੇ ਗਲਤ ਗੁਲਤ ਅਸਰ ਹੋ ਗਿਆ ਕੋਈ? ਜਾਣੀ ਕਿ ਮੈਂ ਓਨੈਸਟ, ਮੈਂ ਸੱਚੀ ਦੱਸਦਾ, ਮੇਰੇ ਮਨ 'ਚ ਇਹ ਗੱਲ ਵੀ ਸਾਡੀ ਵੈਕਸੀਨ ਨਾਲ ਕਿਤੇ ਕੋਈ ਗਲਤ ਅਸਰ ਕਰ ਗਈ ਹੋਵੇ। ਜਿਹੜੇ ਚੰਗੇ ਭਲੇ ਸਿਆਣੇ ਬਿਆਣੇ ਸੀਗੇ ਉਹ ਵੀ ਇਸ ਬਹਿਣ ਦੇ ਵਿੱਚ ਬਹਿ ਗਏ। ਗੱਲਾਂ ਉਹ ਕਰਦੇ ਆ ਛੋਟੇ ਬੱਚਿਆਂ ਵਾਲੀਆਂ, ਬਚਕਨਾਂ ਗੱਲਾਂ, ਜਾਣੀ ਕਿੱਥੋਂ ਸੁਣਦੇ ਆ? ਯੂਨੀਵਰਸਿਟੀ ਕਿਹੜੀ ਉਹਨਾਂ ਦੀ? ਵਟਸਐਪ, ਫੇਸਬੁੱਕ, ਟਵਿੱਟਰ, ਇਹਨਾਂ ਦੇ ਉੱਤੇ ਅੱਗ ਲੱਗੀ ਆ, ਅੱਗ ਲੱਗਦੀ ਰਹਿਣੀ ਆ। ਇਸ ਅੱਗ ਨੂੰ ਤੁਸੀਂ ਕਿੱਦਾਂ ਸ਼ਾਂਤ ਕਰਨਾ, ਤੁਹਾਡਾ ਜਿੰਨੇ ਜ਼ਿੰਮੇਵਾਰ ਲੋਕ ਐ ਆਪਣੇ ਸਮਾਜ ਵਾਸਤੇ, ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ। ਇਹ ਤੋਂ ਪਹਿਲਾਂ ਵਾਲੀ ਵੀ ਇੱਕ ਘਟਨਾ ਮੈਂ ਅੱਜ ਸਾਂਝੀ ਕਰ ਜਾਣਾ। ਦਿੱਲੀ ਦੇ ਵਿੱਚ ਇੱਕ ਸਾਇੰਸੀਆਂ ਦਾ ਪਰਿਵਾਰ ਸੀ, ਉਹ ਪਰਿਵਾਰ ਦੀ ਆਪਸ ਵਿੱਚ ਲੜਾਈ ਹੋ ਪਈ। ਲੜਾਈ ਦੇ ਵਿੱਚ ਕੀ ਹੋਇਆ ਵੀ ਚਲੋ ਉਹ ਦੋ ਮੁੰਡਾ ਤੇ ਕੁੜੀ ਸੀਗੇ, ਉਹ ਮੁੰਡਾ ਕਿਤੇ ਕਿਸੇ ਗੱਲੋਂ ਖੁਦਕੁਸ਼ੀ ਕਰਕੇ ਮਰ ਗਿਆ, ਤੇ ਉਹਨਾਂ ਨੇ ਬਹੁਤ ਦੁਰਦਸ਼ਾ ਕੀਤੀ ਉਹ ਕੁੜੀ ਦੀ। ਉਹਨਾਂ ਦੀ ਆਪਣੀ ਬਰਾਦਰੀ ਦੀ ਕੁੜੀ ਸੀਗੀ, ਦੁਰਦਸ਼ਾ ਕੀਤੀ ਵੀ ਜਿਹਨੂੰ ਇਹ ਸਮਝਾਇਆ ਗਿਆ ਵੀ ਭਾਈ ਆਪਣੀ ਬਰਾਦਰੀ ਦੇ ਵਿੱਚ ਤੁਸੀਂ ਇਹ ਸੰਬੰਧ ਜਿਹੜੇ ਸੀਗੇ ਤੁਹਾਡੇ, ਤੁਸੀਂ ਬਣਨੇ ਕਿਉਂ ਦਿੱਤੇ ਜੋ ਤੁਹਾਨੂੰ ਪਤਾ ਵਿਆਹ ਨਹੀਂ ਹੋਣਾ ਤੁਹਾਡਾ, ਰਾਈਟ? ਨਹੀਂ ਸੀ ਕਰਨਾ ਚਾਹੀਦਾ। ਪਰ ਉਹ ਜਦੋਂ ਬਾਅਦ ਵਿੱਚ ਗੱਲ ਸਾਹਮਣੇ ਆਈ, ਉਹ ਬੜੇ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਸੀਗੇ ਉਹਨਾਂ ਦੇ 20 25 40 ਪਰਚੇ ਇਕੱਲੇ ਤੇ ਸੀਗੇ। ਉਹ ਇਦਾਂ ਹੀ ਲੜਦੇ ਸੀ ਅੱਗੇ ਵੀ। ਉਹ ਘਟਨਾ ਹੋਈ ਨੂੰ ਵੀ 5-6 ਦਿਨ ਹੋ ਗਏ ਸੀ ਜਦੋਂ ਜਾ ਕੇ ਸਾਡੇ ਆਹ ਪੰਜਾਬੀ ਚੈਨਲਾਂ ਨੂੰ ਪਤਾ ਲੱਗਾ। ਇਹਨਾਂ ਨੇ ਉੱਥੇ ਜਾ ਕੇ ਗੱਲ ਬਣਾਈ ਵੀ ਦੇਖੋ ਜੀ ਆ ਸਿੱਖਾਂ ਦੀ ਕੁੜੀ ਸੀ, ਉਹਦੇ ਵਾਲ ਕੱਟ ਦਿੱਤੇ ਗਏ, ਹਿੰਦੂਆਂ ਦੇ ਪਰਿਵਾਰਾਂ 'ਚ ਧੱਕਾ ਕੀਤਾ, ਬੜੀਆਂ ਗੱਲਾਂ ਨਾਲ ਜੁੜੀਆਂ ਗਈਆਂ, ਉਹਦੇ ਤੇ ਰੇਪ ਦੇ ਵੀ ਕੇਸ ਲਾਤੇ। ਜਦੋਂ ਨਾ ਇੱਕ ਉਹ ਪੱਤਰਕਾਰ ਉਹਦੀ ਇੱਦਾਂ ਇੰਟਰਵਿਊ ਲੈਂਦਾ ਉਹਦੀ ਕੁੜੀ ਦੀ ਮਾਸੀ ਦੀ, ਤੇ ਉਹਨੇ ਆਪਣਾ ਨਾਂ ਦੱਸਿਆ, ਉਹਨੇ ਪਿੱਛੇ ਦੇਵੀ ਲਾਤਾ। ਉਹ ਕਹਿੰਦਾ ਅੱਛਾ ਜੀ, ਉਹ ਹੁਣ ਲੱਗ ਗਿਆ ਪਤਾ ਵੀ ਇਹ ਤਾਂ ਪਰਿਵਾਰ ਤਾਂ ਦੋਨੇ ਹੀ ਜਿਹੜੇ ਆ ਉਹ ਨੌਨ ਸਿੱਖ ਆ ਜਾਂ ਸਿੱਖ ਆ। ਕਹਿੰਦਾ ਜੀ ਤੁਸੀਂ ਕੁੜੀ ਦਾ ਨਾਂ ਨਾ ਮੈਨੂੰ ਦੱਸਿਓ, ਪਰ ਉਹਨੂੰ ਪਤਾ ਸੀ ਵੀ ਕੁੜੀ ਦਾ ਨਾਂ ਇੱਥੇ ਦੱਸ ਦਿੱਤਾ, ਜਿਹੜੀ ਗੇਮ ਅਸੀਂ ਖੇਡ ਰਹੇ ਹਾਂ ਉਹਦੇ ਵਿੱਚ ਸਾਰੀ 'ਚ ਪਾਣੀ ਪੈ ਜਾਣਾ। ਉਦੋਂ ਹੁਣ ਸਾਰੇ ਸਾਡੇ ਯੰਗਸਟਰ ਜਿਹੜੇ ਸੀਗੇ ਇਹਨਾਂ ਦੇ ਟਵਿੱਟਰ ਭਰ ਗਏ। ਹੁਣ ਮੇਰੇ ਵੀ ਭਾਣਜੇ ਭਾਣਜੀਆਂ ਭਤੀਜੇ ਭਤੀਜੀਆਂ ਇੱਥੇ ਬਹੁਤ ਸੁੱਖ ਨਾਲ ਫੈਮਿਲੀ ਬਹੁਤ ਜ਼ਿਆਦਾ ਆ, ਉਹਨਾਂ ਦੀਆਂ ਗੱਲਾਂ ਆਉਣ ਲੱਗ ਪਈਆਂ ਵੀ ਚਾਚਾ ਜੀ ਮਾਮਾ ਜੀ ਫੇਰ 84 ਵਾਪਰ ਗਈ, ਫੇਰ 84 ਵਾਪਰ ਗਈ। ਮੈਂ ਕੀ ਹੋਇਆ? ਕਹਿੰਦਾ ਇੱਦਾਂ ਦਾ ਕਰਕੇ ਉੱਥੇ ਇੱਕ ਬਹੁਤ ਵੱਡਾ ਕਾਰਾ ਹੋ ਗਿਆ, ਸਿੱਖਾਂ ਦੀ ਧੀ ਦੇ ਨਾਲ ਇੱਦਾਂ ਕੀਤਾ ਗਿਆ।
ਹੁਣ ਮੈਂ ਸੋਚਦਾ ਹੁੰਦਾ ਵੀ ਜੇ ਇਦਾਂ ਦੀਆਂ ਤੁਸੀਂ ਫੇਕ ਖਬਰਾਂ ਨਾ ਨਿਆਣਿਆਂ ਦੇ ਕੋਲ ਲੈ ਕੇ ਆਉਣੀਆਂ, ਇੱਕ ਤਾਂ ਨਾ ਨਿਆਣਿਆਂ ਦੇ ਉੱਤੇ ਬਹੁਤ ਮਾੜਾ ਅਸਰ ਹੁੰਦਾ, ਦੂਜਾ ਇਹਨਾਂ ਨੇ ਇਹ ਤਾਂ ਜੰਮਿਓ ਬਾਅਦ ਦੇ ਆ, ਇਹਨਾਂ ਨੇ ਕਹਿਣਾ ਖਰੀ ਇਦਾਂ ਦੀ 84 ਸੀਗੀ ਬਸ ਜਿੱਦਾਂ ਦੀ 84 ਹੁਣ ਦਿਖਾਲਦੇ ਆ। ਜਾਣੀ ਕਿ ਤੁਸੀਂ ਸਾਰੇ ਕਾਸੇ ਦੇ ਉੱਤੇ ਪਾਣੀ ਫੇਰੀ ਜਾਂਦੇ। ਮੈਨੂੰ ਨਹੀਂ ਪਤਾ ਤੁਸੀਂ ਪੰਥ ਹਥੈਸ਼ੀ ਆ, ਪੰਥ ਦੇ ਦੁਸ਼ਮਣ ਆ, ਸਰਕਾਰੀ ਬੰਦੇ ਆ, ਏਜੰਸੀਆਂ ਦੇ ਬੰਦੇ ਆ। ਹਾਂ, ਸਾਨੂੰ ਜ਼ਰੂਰ ਉਸ ਖੇਮੇ 'ਚੋਂ ਪਰੇ ਕਰਕੇ ਤੁਸੀਂ ਆਪ ਪੰਥਕ ਬਣ ਜਾਂਦੇ ਆ ਵੀ ਤੁਸੀਂ ਕਾਮਰੇਡ ਆ, ਤੁਸੀਂ ਨਾਸਤਕ ਆ, ਤੁਸੀਂ ਜਾਣੀਏ ਪੰਥ ਦਾ ਠੇਕਾ ਲੈ ਲਿਆ, ਅੱਗ ਲਾਉਣ ਵਾਲਿਓ ਤੁਸੀਂ ਠੇਕਾ ਲੈ ਲਿਆ। ਅਸੀਂ ਕੌਣ ਆ ਫਿਰ ਜਿਹੜੇ ਅੱਗ ਲਾਉਣ ਵਾਲੇ? ਤੁਸੀਂ ਪੰਥਕ ਆ। ਤੁਹਾਡੀ ਕੱਲੀ ਕੱਲੀ ਖਬਰ ਜਿਹੜੀ ਗਲਤ ਨਿਕਲਦੀ ਆ, ਜਿੱਦਣ ਨਿਹੰਗਾਂ ਨੇ ਲਿਆ ਕੇ ਬੰਦਾ ਵੱਢਿਆ ਲਖਵੀਰ, ਹੈ ਨਾ, ਤੇ ਉਦਣ ਵੀ ਮੈਂ ਇਹ ਗੱਲ ਕਹੀ ਸੀਗੀ ਵੀ ਇਹ ਬੇਕਸੂਰ ਲਿਆ ਕੇ ਬੰਦਾ ਵੱਢ ਦਿੱਤਾ। ਅੱਖਰ ਦੇ ਉੱਤੇ ਇੰਟਰਵਿਊ ਕੀਤੀ, ਉੱਥੇ ਗਾਲਾਂ ਦਾ ਮੀਂਹ ਬਰਸਾਤਾ ਤੁਸੀਂ। ਹੁਣ ਥੋੜ੍ਹੇ ਦਿਨਾਂ ਬਾਅਦ ਉਹਦੀਆਂ ਫੋਟੋਆਂ ਤੋਮਰ ਦੇ ਨਾਲ ਆ ਗਈਆਂ। ਉਹ ਕਿੱਥੇ ਗਿਆ ਸਾਰਾ ਕੁਛ? ਖੂਹ 'ਚ ਪੈ ਗਿਆ। ਤੁਹਾਨੂੰ ਇੱਕ ਵਾਰੀ ਇੱਕ ਕੇਸ ਦੇ ਉੱਤੇ ਸਮਝਾ ਦਿਓ, ਮਗਰ ਦੂਜਾ ਫੇਰ ਖੜਾ ਹੁੰਦਾ, ਉੱਤੇ ਫੇਰ ਸਿਰ ਭਕਾਈ ਕਰੀ ਜਾਓ, ਮਗਰ ਤੀਜਾ ਖੜਾ ਹੁੰਦਾ। ਯਾਰ ਜਿੰਨਾ ਚਿਰ ਤੁਸੀਂ ਆਪਣੇ ਸਿਰ ਦਾ ਇਸਤੇਮਾਲ ਨਹੀਂ ਕਰਦੇ ਉਨਾ ਚਿਰ ਇਹਨਾਂ ਨੇ ਤੁਹਾਨੂੰ ਵਰਤੀ ਜਾਣਾ। ਤੁਸੀਂ ਵਰਤ ਹੁੰਦੇ ਰਹਿਣਾ। ਤੁਸੀਂ ਪਹਿਲਾਂ ਵੀ ਵਰਤ ਹੋਏ ਆ, ਤੁਸੀਂ ਗਾਹਾਂ ਵੀ ਵਰਤ ਹੋਣਾ। ਇੱਕੋ ਹੀ ਹੱਥ ਜੋੜ ਕੇ ਬੇਨਤੀ ਆ ਤੁਹਾਡੇ ਸਾਰਿਆਂ ਦੇ ਸਾਹਮਣੇ, ਆਪੋ ਆਪਣੇ ਸਿਰ ਵਰਤਣੇ ਸ਼ੁਰੂ ਕਰ ਦਿਓ। ਮੇਰੇ ਵੱਲੋਂ YouTube ਵਰਤੋ, ਮੇਰੇ ਵੱਲੋਂ WhatsApp ਵਰਤੋ, Facebook ਵਰਤੋ, ਪਰ ਨਾਲ ਦੀ ਨਾਲ ਆਪਣਾ ਸਿਰ ਜ਼ਰੂਰ ਵਰਤੋ। ਇਹ ਨਾ ਹੋਵੇ ਤੁਹਾਡੇ ਕੰਨਾਂ 'ਚ ਗੱਲ ਪਈ ਤੇ ਇੱਧਰ ਦੀ ਪਈ ਤਾਂ ਇੱਧਰ ਦੀ ਕੱਢ ਦਿੱਤੀ, ਮੂਹਰੇ ਦਸਾਂ ਨੇ ਹੋਰ ਸੁਣੀ। ਉਹ ਗੱਲ ਦਾ ਫਲੂਹਾ ਇਹੋ ਜਿਹਾ ਬਣਿਆ, ਆਲਾ ਹੁਣ ਉਹਦਾ ਕਦੇ ਉਹਦਾ ਕੁਛ ਬਣਾਈ ਜਾਂਦੇ, ਕਦੇ ਕੁਛ ਬਣਾਈ ਜਾਂਦੇ ਆ। ਜਾਣੀ ਕਿਸੇ ਨੇ ਖੇਚਣ ਲਈ ਕੀਤੀ ਵੀ ਅਸੀਂ ਪਰਿਵਾਰ ਨੂੰ ਪੁੱਛ ਲਈਏ। ਪੱਤਰਕਾਰ ਤਾਂ ਚਲੋ ਮੈਨੂੰ ਪਤਾ ਅੱਗ ਲਾਉਣੇ ਵਾਲੇ ਹੈਗੇ ਹੀ ਆ। ਤੁਸੀਂ ਕਿਸੇ ਨੇ ਵੀ ਇਹ ਖੇਚਲ ਕੀਤੀ ਆ ਵੀ ਜਾ ਕੇ ਮਨਦੀਪ ਨੂੰ ਪੁੱਛ ਲਈਏ। ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ ਆ, ਮਨਦੀਪ ਸਿੰਘ, ਰੀਨਾ ਰਾਏ ਕੌਣ ਹੈ? ਰੀਨਾ ਰਾਏ ਨੂੰ ਮਾਰਨ ਤੱਕ ਦੀਆਂ ਧਮਕੀਆਂ ਆ ਰਹੀਆਂ, ਇੰਨਾ ਕੁਛ ਲਿਖਿਆ ਜਾ ਰਿਹਾ। ਇੱਥੇ ਕਈ ਸਾਡੇ ਵੀ ਮੈਂ ਦੇਖਦਾ ਚੰਗੇ ਭਲੇ ਬੰਦੇ ਆ ਕੈਲੀਫੋਰਨੀਆ 'ਚ, ਉਹ ਵੀ ਕਹੀ ਜਾਂਦੇ ਉਹ ਕੈਲੀਫੋਰਨੀਆ 'ਚ ਰੀਨਾ ਰਹਿੰਦੀ ਆ, ਸਾਰਾ ਪਰਿਵਾਰ ਇੱਥੇ ਆ। ਦੀਪ ਇੱਥੇ ਆਉਂਦਾ ਰਿਹਾ, 3-4 ਵਾਰੀ ਆ ਕੇ ਗਿਆ। ਉਹਨਾਂ ਦਿਨਾਂ ਸੁਦਾਂ ਦੇ ਉੱਤੇ ਆਉਂਦਾ, ਉਹਨੇ ਉਹਨਾਂ ਵਿਆਹ ਕਰਾਉਣਾ ਸੀਗਾ। ਇਹ ਰੀਨਾ ਰਾਏ ਆ। ਜਿਹੜੀ ਰੀਨਾ ਰਾਏ ਤੁਸੀਂ ਬਣਾ ਰਹੇ ਆ, ਉਹ ਤੁਸੀਂ ਕਦੇ ਹਥਿਆਰੀ ਬਣਾਉਂਦੇ ਆ, ਕਦੇ ਹਿੰਦੂਆਂ ਦੀ ਕੁੜੀ ਬਣਾਉਂਦੇ। ਚਲੋ ਜੇ ਹਿੰਦੂਆਂ ਦੀ ਕੁੜੀ ਹੁੰਦੀ ਵੀ ਤਾਂ ਵੀ ਮੈਨੂੰ ਨਹੀਂ ਸੀ ਕੋਈ ਇੱਦਾਂ, ਪਰ ਉਹਦਾ ਸਾਡੇ ਗੁਆਂਢ ਦੇ ਵਿੱਚੋਂ ਆ। ਕਿੰਨੇ 'ਚ ਮਤਲਬ ਮੇਰੇ ਇੱਕ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅਸੀਂ ਉਹ ਲੋਕ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਨਗਰ ਕੀਰਤਨਾਂ ਦੇ ਉੱਤੇ ਇਹ ਦਾਅਵੇ ਕਰਦੇ ਆ ਵੀ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜ਼ਾਲਮ ਦੀ ਚੁੰਗਲ ਦੇ ਵਿੱਚੋਂ ਬਚਾ ਕੇ ਲੈ ਕੇ ਆਉਂਦੇ ਰਹੇ ਆ। ਪਰ ਅੱਜ ਸਾਡੀ ਇੱਕ ਧੀ ਘਰੇ ਬੈਠੀ ਰੋ ਰਹੀ ਆ, ਸਾਡੇ ਕੋਲੋਂ ਇੱਕ ਹਾਂ ਦਾ ਨਾਰਾ ਨਹੀਂ ਮਾਰ ਹੁੰਦਾ। ਇਹ ਗੱਲ ਕਿਤੇ ਮੈਨੂੰ ਇਕੱਲੇ ਨੂੰ ਥੋੜ੍ਹੀ ਪਤਾ ਵੀ ਮੈਂ ਇਕੱਲਾ ਹੀ ਜਾ ਕੇ ਪੁੱਛ ਕੇ ਆ ਕੇ ਤਾਂ ਵਾਪਸ ਆ ਗਿਆ। ਇਹ ਗੱਲ ਸਾਰਿਆਂ ਨੂੰ ਪਤਾ ਹੈ। ਮੈਂ ਆਪਣੀ ਟੀਮ ਨਾਲ ਸਾਰੀਆਂ ਸਲਾਹ ਕਰਕੇ ਉਦੋਂ ਦਾ ਕਾਲਾਂ ਕਰਦਾ, ਸਲਾਹ ਕਰਕੇ ਬੋਲਿਆ। ਕੁਛ ਭਰਾ ਕਹਿੰਦੇ ਸੀਗੇ ਤੈਂ ਕੀ ਲੈਣਾ, ਛੱਡ ਪਰੇ। ਮੈਂ ਕਿਹਾ ਜੀ ਇੱਦਾਂ ਤਾਂ ਗੱਲ ਇਹ ਆ, ਜੇ ਮੈਂ ਨਹੀਂ ਲੈਣਾ, ਜੇ ਕੱਲ੍ਹ ਨੂੰ ਮੇਰੀ ਧੀ ਦੇ ਉੱਤੇ ਜਾਂ ਤੁਹਾਡੇ 'ਚੋਂ ਕਿਸੇ ਧੀ ਦੇ ਉੱਤੇ ਇਹ ਵਿਪਤਾ ਆਣ ਪਈ, ਇਹਦਾ ਮਤਲਬ ਸਮਾਜ ਕਹੂਗਾ ਅਸੀਂ ਕੀ ਲੈਣਾ, ਫਿਰ ਤੁਸੀਂ ਘਰੇ ਬੈਠੇ ਕੀ ਸੋਚੋਗੇ? ਸੋ ਇਹ ਗੱਲਾਂ ਮੈਂ ਜੇ ਰੀਨਾ ਦੇ ਪਰਿਵਾਰ ਤੱਕ ਗੱਲ ਜਾਂਦੀ ਆ, ਮੈਂ ਕਹਿੰਦਾ ਦਾਅਵੇ ਦੇ ਨਾਲ ਅਸੀਂ ਬਹੁਤ ਵੱਡੀਆਂ ਸੰਸਥਾਵਾਂ ਤੇਰੇ ਨਾਲ ਖੜੇ ਆ। ਕਿਤੇ ਡਿਪਰੈਸ਼ਨ 'ਚ ਨਾ ਚੱਲ ਜੀ, ਕਿਤੇ ਕੋਈ ਗਲਤ ਕਦਮ ਨਾ ਚੱਕ ਲਈ। ਸੋਸ਼ਲ ਮੀਡੀਆ ਛੱਡਣਾ, ਬਾਚ ਕਰਨਾ ਛੱਡ ਦੇ, ਇੰਸਟਾਗ੍ਰਾਮ ਛੱਡ ਦੇ। ਉਦੋਂ ਉਹਨੇ ਇੰਸਟਾਗ੍ਰਾਮ ਦੇ ਉੱਤੇ ਆਪਣਾ ਸਾਰਾ ਹੀ ਪਾਤਾ ਸੀਗਾ ਵੀ ਕਿੱਦਾਂ ਮੈਂ ਗਈ ਆ, ਕਦੋਂ ਮੈਂ ਦੀਪ ਨੂੰ ਮਿਲੀ ਆ, ਇੰਸਟਾਗ੍ਰਾਮ ਤੇ ਪਾਤਾ। ਪਰ ਕੀ ਸੀ ਉਹਦਾ ਇੰਸਟਾਗ੍ਰਾਮ ਇੰਨਾ ਗਾਲਾਂ ਨਾਲ ਭਰ ਦਿੱਤਾ, ਇੰਨਾ ਧਮਕੀਆਂ ਨਾਲ ਭਰ ਦਿੱਤਾ, ਉਹ ਕੁੜੀ ਮੁੜ ਕੇ ਬੋਲੀ ਨਹੀਂ। ਉਹਨੂੰ ਤਾਂ ਉਹੀ ਦੁਨੀਆ ਲੱਗਦੀ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਆ। ਜਿਹੜੀ ਗਰਾਊਂਡ ਵਾਲੀ ਦੁਨੀਆ ਹੈ, ਜਿਹੜੀ ਰਿਐਲਿਟੀ ਵਾਲੀ ਦੁਨੀਆ ਆ, ਉਸ ਦੁਨੀਆ ਤੋਂ ਬੇਖਬਰ ਹੈ। ਸੋ ਉਹਦੇ ਕਰਕੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਇਹੀ ਗੱਲ ਜਾਂਦੀ ਆ ਵੀ ਕੋਈ ਨਹੀਂ, 10 ਦਿਨਾਂ ਨੂੰ ਠੰਡੀ ਪੈ ਜਾਣੀ ਆ, 15 ਦਿਨਾਂ ਨੂੰ ਠੰਡੀ ਪੈ ਜਾਣੀ ਆ, ਨਾ ਬੋਲੋ। ਪਰ ਮੈਨੂੰ ਐਂ ਲੱਗਦਾ ਵੀ ਇਹ ਗੱਲ ਜਿਹੜੀ ਸੀ ਇਹ ਮੱਘਦੀ ਜਾ ਰਹੀ ਸੀ, ਇਹ ਹੋਰ ਤੂਲ ਫੜ ਰਹੀ ਸੀਗੀ। ਇਸ ਗੱਲ ਦੇ ਵਿੱਚ ਜਿਹੜੇ ਲਿਖ ਰਹੇ ਆ ਨਹੀਂ ਤਾਂ ਕਦੇ ਨਹੀਂ ਕੁਛ ਕਰਨਾ ਹੁੰਦਾ। ਇਹਦਾ ਮੈਨੂੰ ਪਤਾ ਜਿਹੜੇ ਅਨੰਦਪੁਰ ਸਾਹਿਬ ਦੀਆਂ ਸਟੇਜ ਤੋਂ ਭੜਕਾ ਕੇ ਸਟੇਜ ਦੇ ਥੱਲੇ ਵੜ ਗਏ ਸੀ ਉਹਨਾਂ ਨੂੰ ਕੁਛ ਨਹੀਂ ਹੋਇਆ। ਜਿਹੜੇ ਗਏ ਸੀ ਮੂਹਰੇ ਬਰਨਾਲੇ ਨੂੰ ਰੋਕਣ, ਉਹਨਾਂ ਸਿੱਧੀਆਂ ਗੋਲੀਆਂ ਵੱਜੀਆਂ, ਉਹ ਮਾਰੇ ਗਏ। ਇਹ ਜਿਹੜੇ ਭੜਕਾਉਣੇ ਵਾਲੇ ਹੁੰਦੇ ਇਹਨਾਂ ਨੂੰ ਕੁਛ ਨਹੀਂ ਹੁੰਦਾ। ਇਹ ਜਿਹੜੇ ਕਵਿਤਾਵਾਂ ਵੀ ਵੱਡੀਆਂ ਵੱਡੀਆਂ ਲਿਖਣ ਵਾਲੇ ਇਹਨਾਂ ਨੂੰ ਕੁਛ ਨਹੀਂ ਹੋਣਾ। ਪਰ ਕਿਸੇ ਨਾ ਕਿਸੇ ਭਾਵਕ ਹੋਏ ਬੰਦੇ ਨੇ ਜਿਹੜਾ ਦੀਪ ਨੂੰ ਬਹੁਤ ਪਿਆਰ ਕਰਨੇ ਵਾਲਾ ਆ, ਉਹਨੇ ਕੋਈ ਨਾ ਕੋਈ ਨੁਕਸਾਨ ਕਿਸੇ ਨਾ ਕਿਸੇ ਤਰ੍ਹਾਂ ਦਾ ਜੇ ਕਰ ਦਿੱਤਾ ਤੇ ਸਮਾਜ ਵਾਲਿਓ ਮੈਨੂੰ ਇਹ ਦੱਸੋ ਵੀ ਤੁਸੀਂ ਆਪਣੇ ਆਪ ਨੂੰ ਮਾਫ ਕਰ ਲਓਗੇ ਉਸ ਤੋਂ ਬਾਅਦ 'ਚ, ਹੈ ਨਾ? ਫਿਰ ਹੁਣ ਤੁਸੀਂ ਵੀ ਕਹੀ ਜਾਂਦੇ ਵੀ ਜਗਦੇਵ ਸਿੰਘ ਖੁੰਡੀਆ ਹੁਣੀ ਬਹੁਤ ਵਧੀਆ ਬੰਦੇ ਸੀਗੇ, ਹਰਮਿੰਦਰ ਸੰਧੂ ਬਹੁਤ ਵਧੀਆ ਸੀਗਾ, ਇਹ ਬੰਦੇ ਜਿਹੜੇ ਮਾਰੇ ਗਏ ਇਹ ਗਲਤ ਹੋਇਆ ਕੰਮ। ਕੀ ਉਸ ਟਾਈਮ ਦੇ ਉੱਤੇ ਸਾਡਾ ਫਰਜ਼ ਨਹੀਂ ਬਣਦਾ ਬੋਲਣੇ ਦਾ? ਅਸੀਂ ਇੱਦਾਂ ਚੁੱਪ ਕਰਕੇ ਲੋਕ ਮਰਾਈ ਜਾਣੇ, ਇੱਦਾਂ ਚੁੱਪ ਕਰਕੇ ਨੁਕਸਾਨ ਕਰਾਈ ਜਾਣੇ ਆ। ਹੈ ਤਾਂ ਮੈਨੂੰ ਵੀ ਪ੍ਰਮਾਤਮਾ ਨੇ ਪ੍ਰਸ਼ਾਦਾ ਪਾਣੀ ਠੀਕ ਠਾਕ ਦਿੱਤਾ, ਮੈਂ ਵੀ ਮੇਰਾ ਵੀ ਚੁੱਪ ਕਰਕੇ ਸਰਦਾ। ਮੈਂ ਕਿਹੜੇ ਨਾ ਗੱਲਾਂ 'ਚ ਕੁਛ ਕੱਢਣਾ ਪਾਉਣਾ ਹੁੰਦਾ। ਪਰ ਜਦੋਂ ਤੁਹਾਨੂੰ ਸੱਚ ਦਾ ਪਤਾ ਹੋਵੇ, ਤੁਸੀਂ ਸੱਚ ਦੇ ਬਿਲਕੁਲ ਨੇੜੇ ਹੋਵੋ, ਤੁਹਾਨੂੰ ਰਾਤ ਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਸੌਣ ਨਹੀਂ ਦਿੰਦੀਆਂ, ਇਹ ਬੋਝ ਬਣ ਜਾਂਦੀਆਂ ਤੁਹਾਡੇ ਦਿਮਾਗ ਦੇ ਉੱਤੇ। ਫਿਰ ਕਈ ਹੁਣ ਇੱਥੇ ਆਪੂ ਬਣੇ ਪੱਤਰਕਾਰ ਆ ਕੇ ਸਾਨੂੰ ਇੱਦਾਂ ਸਵਾਲ ਕਰਦੇ ਆ, ਤੇਰੇ ਤੋਂ ਇਹ ਆਸ ਨਹੀਂ ਸੀ।
ਉਹ ਮੈਂ ਕਿਹਾ ਭਰਾਵੋ ਹੁਣ ਤੁਹਾਡੀਆਂ ਆਸਾਂ ਦੇ ਉੱਤੇ ਮੈਂ ਜ਼ਿੰਦਗੀ ਜੀਵਾਂ, ਮੈਂ ਝੂਠ ਬੋਲੀ ਜਾਵਾਂ? ਜੋ ਮੈਨੂੰ ਪਤਾ ਮੈਂ ਤਾਂ ਉਹੀ ਦੱਸਣਾ ਕਿ ਮੈਂ ਆ ਭੀੜ ਦੇ ਪਿੱਛੇ ਲੱਗ ਕੇ ਜੋ ਭੀੜ ਕਹਿ ਰਹੀ ਆ ਇਹ ਕਹਿ ਰਿਹਾ ਵੀ ਤੁਹਾਡੀਆਂ ਆਸਾਂ ਦੇ ਉੱਤਰ ਜਾਊਂਗਾ। ਵੀ ਜਿਹੜੀ ਤੁਸੀਂ ਇਨਫੋਰਮੇਸ਼ਨ ਲੈ ਕੇ ਆਏ ਆ ਇਹਦਾ ਸੋਰਸ ਕੀ ਆ, ਇਹ ਕਿੱਥੋਂ ਆਈ ਆ? ਇਹ ਤਾਂ ਆਈ ਆ ਕੰਨ ਰਸ ਹੈ, ਇੱਧਰੋਂ ਆ ਗਈ ਗਾਂ ਕਰ ਦਿੱਤੀ, ਉਹਨੂੰ ਹੋਰ ਮਸਾਲਾ ਲਾ ਦਿੱਤਾ। ਇੱਕ ਨੇ ਕਹਿਤਾ ਦੀਪ ਨੂੰ ਮਾਰ ਕੇ ਲਿਆਂਦਾ, ਦੂਜੇ ਨੇ ਕਹਿੰਦਾ ਗੋਲੀਆਂ ਮਾਰ ਕੇ ਲਿਆਂਦਾ, ਤੀਜੇ ਨੇ ਗੋਲੀਆਂ ਦੀ ਫੋਟੋ ਵੀ ਪਾਤੀ। ਆਹ 2 ਗੋਲੀਆਂ ਜਿਹੜੀਆਂ ਸਿਰ ਚੋਂ ਕੱਢੀਆਂ, ਜਾਣੀ ਕਿ ਇਹ ਸਾਡੇ ਸਮਾਜ ਦੇ ਇੱਥੇ ਤੱਕ ਬੇੜਾ ਬੈਠਾ ਹੈ। ਔਰ ਜੋ ਉਹ ਕਹੀ ਜਾਂਦੇ ਆ ਸਾਡੇ ਲੋਕ ਸੱਚ ਮੰਨੀ ਜਾਂਦੇ ਆ। ਚੰਗੇ ਭਲੇ ਬੰਦੇ, ਚੰਗੇ ਸਿਆਣੇ ਬਿਆਣੇ, ਮੈਂ ਹੈਰਾਨ ਹੈ। ਯੂਥ ਨੂੰ ਤਾਂ ਮੈਂ ਕਹਿੰਦਾ, ਮੈਂ ਯੂਥ ਨੂੰ ਤਾਂ ਮੈਂ ਅੱਗੇ ਵੀ ਬਾਹਰ ਕਰ ਦਿੰਦਾ ਹੁੰਦਾ, ਕਿਉਂਕਿ ਜਦੋਂ ਅਸੀਂ ਯੂਥ ਸੀਗੇ ਅਸੀਂ ਵੀ ਗੁੰਮਰਾਹ ਹੁੰਦੇ ਰਹੇ ਹਾਂ। ਤੁਹਾਨੂੰ ਦੱਸਿਆ ਵੀ ਬਾਬਾ ਜਰਨੈਲ ਸਿੰਘ ਨੂੰ ਜੇ ਕਿਸੇ ਨਾਲ ਸ਼ਹੀਦ ਹੋਇਆ ਅਸੀਂ ਕਹਿੰਦਾ ਤੁਹਾਡੇ ਮੂੰਹ 'ਚ ਕੀੜੇ ਪੈਣ। ਸਿਰਫ ਉਦੋਂ ਫੇਸਬੁੱਕ ਦੇ ਉੱਤੇ ਫੇਕ ਆਈਡੀ ਹੈ ਨਹੀਂ ਸੀ। ਜੇ ਫੇਕ ਆਈਡੀ ਹੁੰਦੀ ਅਸੀਂ ਵੀ ਗਾਲਾਂ ਕੱਢਣੀਆਂ ਸੀ ਉਹਨਾਂ ਨੂੰ। ਉਹ ਤਾਂ ਮੂੰਹ ਤੇ ਬਜ਼ੁਰਗ ਬੈਠੇ ਹੁੰਦੇ ਸੀ, ਅਸੀਂ ਇਹਨਾਂ ਕੇ ਕਹਿ ਸਕਦੇ ਤੁਹਾਡੇ ਮੂੰਹ 'ਚ ਕੀੜੇ ਪੈਣੇ ਆ, ਬਸ ਆਹ ਗੱਲ ਅਸੀਂ ਕਹਿ ਕੇ ਹਟ ਜਾਂਦੇ। ਮਨ ਦੇ ਵਿੱਚ ਤਾਂ ਗਾਲਾਂ ਕੱਢਦੇ ਸੀ ਕਿਉਂਕਿ ਅਸੀਂ ਬਾਬਾ ਜਰਨੈਲ ਸਿੰਘ ਨੂੰ ਪਿਆਰ ਕਰਦੇ ਸੀ। ਉਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਕਹਿੰਦੇ ਸੀ, ਜਾਂ ਕਹਿੰਦੇ ਸੀ ਵੀ ਸਾਨੂੰ ਪਤਾ ਆ। ਸਾਨੂੰ ਜਾ ਕੇ ਬਾਬਾ ਜਰਨੈਲ ਸਿੰਘ ਦੀ ਧਰਮ ਪਤਨੀ ਉਹਨਾਂ ਦੇ ਕੋਲੋਂ 96 'ਚ ਪਤਾ ਲੱਗਿਆ ਇਸ ਗੱਲ ਦਾ, ਤੇ ਬਾਕੀ ਸਾਰੇ ਡਿਕਲੇਅਰ ਕੀਤਾ ਗਿਆ 2004 ਦੇ ਵਿੱਚ। ਸੋ ਇਹ ਗੱਲਾਂ ਜਿਹੜੀਆਂ ਇਹ ਅਸੀਂ ਨਾ ਤਾਂ ਇਤਿਹਾਸ ਤੋਂ ਕੁਛ ਸਿੱਖਣਾ ਹੁੰਦਾ, ਨਾ ਅਸੀਂ ਆਪਣਾ ਦਿਮਾਗ ਵਰਤਣਾ ਹੁੰਦਾ। ਸੋ ਇੱਥੇ ਸਾਨੂੰ ਕਰਨਾ ਪਤਾ ਕੀ ਚਾਹੀਦਾ ਸੀ? ਸਾਨੂੰ ਇਹ ਦੇਖਣਾ ਚਾਹੀਦਾ ਸੀ ਪੰਜਾਬ ਦੇ ਵਿੱਚ ਹਰੇਕ ਮਹੀਨੇ ਕਿੰਨੇ ਨੌਜਵਾਨ, ਕਿੰਨੇ ਬਜ਼ੁਰਗ, ਕਿੰਨੇ ਬੱਚੇ ਐਕਸੀਡੈਂਟਾਂ ਦੇ ਵਿੱਚ ਮਾਰੇ ਜਾਂਦੇ ਆ। ਜਿਹੜਾ ਟ੍ਰੈਫਿਕ ਰੂਲ ਰੈਗੂਲੇਸ਼ਨ ਹੈ ਨਾ, ਉਹਨੂੰ ਇਨਫੋਰਸ ਕਰਾਉਣ ਵਾਸਤੇ ਸਾਨੂੰ ਕੋਈ ਕਮੇਟੀ ਬਣਾਉਣੀ ਚਾਹੀਦੀ ਸੀ, ਕਿਉਂਕਿ ਅੱਜ ਇੱਕ ਨਾਮਵਰ ਬੰਦੇ ਦੀ ਡੈਥ ਹੋਈ ਸੀ। ਇਹ ਇਸ ਥਾਂ ਤੇ ਕੰਮ ਆ ਸਕਦੇ ਸੀ। ਉਸ ਕਮੇਟੀ ਦਾ ਨਾਂ ਭਾਵੇਂ ਦੀਪ ਦੇ ਨਾਂ ਤੇ ਰੱਖ ਦਿੰਦੇ ਵੀ ਦੀਪ ਦੇ ਯਾਦ ਦੇ ਵਿੱਚ ਇਹ ਕਮੇਟੀ ਬਣਾਈ ਗਈ ਹੈ, ਜਿਹੜੀ ਕਮੇਟੀ ਇਸ ਲਾ ਨੂੰ, ਇਸ ਟ੍ਰੈਫਿਕ ਰੂਲ ਰੈਗੂਲੇਸ਼ਨ ਨੂੰ ਹੁਣ ਲਾਗੂ ਕਰਾਊਗੀ। ਕੋਈ ਹੋਰ ਦੀਪ ਇਸ ਤਰ੍ਹਾਂ ਦੇ ਨਾਲ ਇਸ ਐਕਸੀਡੈਂਟ ਦੀ ਭੇਟ ਨਾ ਚੜ੍ਹ ਸਕੇ। ਇਹ ਸਾਡਾ ਕੰਮ ਕਰਨ ਵਾਲਾ ਸੀਗਾ, ਪਰ ਅਸੀਂ ਕੀਤਾ ਕਿ ਉਹਦੇ ਉਲਟ ਪਤਾ ਕੀ ਕੀਤਾ, ਕਿਉਂ ਕੀਤਾ? ਦੇਖੋ ਇਹਦੇ ਵਿੱਚ ਸਰਕਾਰ ਨੂੰ ਵੀ ਫਾਇਦਾ, ਇਹ 'ਚ ਰਾਜਨੀਤਿਕ ਪਾਰਟੀਆਂ ਨੂੰ ਵੀ ਫਾਇਦਾ, ਕਿਉਂਕਿ ਉਹਨਾਂ ਦੀ ਸਭ ਤੋਂ ਵੱਡੀ ਸਿਰਦਰਦੀ ਬਣਿਆ ਆ ਜਿਹੜਾ ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀਆਂ ਦਾ ਇਕੱਠ ਹੋ ਗਿਆ ਹੈ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰਤ ਹੋਏ ਹੋ ਆ। ਉਹ ਜਾਗਰਤਾ ਨੂੰ ਖਡੇਰਨ ਵਾਸਤੇ, ਉਹਦੇ ਨਾਲ ਲੋਕਾਂ ਨੂੰ ਤੋੜਨ ਵਾਸਤੇ ਇੱਕੋ ਗੱਲ ਕਹੀ ਜਾ ਰਹੀ ਹੈ ਵਾਰ-ਵਾਰ। ਹੁਣ ਦੇਖੋ ਜੀ, ਜਿਹੜੇ ਦੀਪ ਨੂੰ ਗਦਾਰ ਕਹਿੰਦੇ ਸੀ, ਹੁਣ ਉਹਨਾਂ ਦਾ ਕੀ ਬਣੂਗਾ? ਯਾਰੋ ਬਹੁਤ ਮਾੜੀ ਗੱਲ ਹੈ, ਦੀਪ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ। ਪਰ ਮੈਨੂੰ ਇਹ ਵੀ ਦੱਸੋ ਇੱਥੇ ਕਿਸਾਨ ਆਗੂਆਂ ਦਾ ਕੀ ਕਸੂਰ ਹੈ? ਜੇ ਕਸੂਰ ਹੁੰਦਾ ਮੈਂ ਵੀ ਕਹਿ ਦਿੰਦਾ। ਜੇ ਕਿਸੇ ਕਿਸਾਨ ਆਗੂ ਨੇ ਉਹਨੂੰ ਮਾਰਿਆ ਹੁੰਦਾ ਤੇ ਅਸੀਂ ਘੱਟ ਕਰਨੀ ਸੀ। ਹੁਣ ਇੱਕ ਗੱਲ ਹੋਰ ਲਾਸਟ ਵਾਲੀ ਮੈਂ ਕਰਨ ਲੱਗਾ ਤੁਹਾਡੇ ਨਾਲ। ਜਦੋਂ ਸਾਰੇ ਪਾਸਿਆਂ ਤੋਂ ਉਹਨਾਂ ਦੇ ਨਾ ਇਹ ਗੱਲਾਂ ਦੇ ਵਿੱਚ ਆ ਕੇ ਉਹ ਇਹਨਾਂ ਗੱਲਾਂ 'ਚ ਘਿਰ ਜਾਂਦੇ, ਕਿਉਂਕਿ ਸੱਚ ਹੈ ਇਹ ਜਿਹੜੀ ਮੈਂ ਗੱਲ ਕਰਦਾ, ਸੱਚ ਹੈ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਇਹ ਆਖਰੀ ਸੱਚ ਹੈ। ਹੋਰ ਜਿੰਨੀਆਂ ਮਰਜ਼ੀ ਗੱਲਾਂ ਸੁਣ ਲਿਓ ਵੀ ਪਿੱਛੋਂ ਮਾਰ ਕੇ ਲਿਆਂਦਾ, ਕੁੜੀ ਨਾਲ ਹੈ ਨਹੀਂ ਸੀ, ਕੁੜੀ ਹਥਿਆਰੀ ਆ, ਇਹ ਸਾਰਾ ਕੁਝ ਝੂਠ ਹੈ। ਜਿਹੜਾ ਤੁਹਾਨੂੰ ਦੱਸ ਰਿਹਾ ਇਹ ਸੱਚ ਹੈ। ਫਿਰ ਅਖੀਰ ਦੇ ਉੱਤੇ ਗੱਲ ਆ ਜਾਂਦੀ ਆ ਵੀ ਯਾਰ ਉੱਥੇ ਇੰਨਾ ਬੜਾ ਇਕੱਠ ਕਿੱਦਾਂ ਹੋ ਗਿਆ? ਯਾਰ ਕਮਾਲ ਦੀ ਗੱਲ ਹੈ, ਜੇ ਮੈਂ ਪੰਜਾਬ 'ਚ ਹੁੰਦਾ ਮੈਂ ਵੀ ਜਾਂਦਾ। ਸਾਡਾ ਦੀਪ ਨੇ ਕੀ ਵਿਗਾੜਿਆ ਸੀ? ਨੌਜਵਾਨ ਮੁੰਡਾ ਚੱਲ ਗਿਆ ਪੰਜਾਬ ਦਾ, ਅਸੀਂ ਵੀ ਤਾਂ ਉਹਦੇ ਭੋਗ ਤੇ ਜਾਣਾ ਹੀ ਸੀ, ਪਿੰਡੋਂ ਟਰਾਲੀ ਭਰ ਕੇ ਲੈ ਕੇ ਜਾਂਦੇ। ਮੈਨੂੰ ਨਾ ਇੱਥੇ ਗੱਲ ਯਾਦ ਆ ਜਾਂਦੀ ਆ, ਮੇਰੇ ਨਾਲ ਇੱਕ ਆਈਡੀ ਆ ਜਸਵੰਤ ਜਫਰ ਉਹਨਾਂ ਦੀ। ਉਹਨਾਂ ਦੇ ਨੌਜਵਾਨ ਇਕਲੌਤੇ ਪੁੱਤ ਨੂੰ ਹੀਟ ਸਟ੍ਰੋਕ ਦੇ ਨਾਲ ਉਹਦਾ ਬ੍ਰੇਨ ਡੈਮੇਜ ਹੋ ਜਾਂਦਾ। ਮੇਰਾ ਖਿਆਲ 10-12 ਸਾਲ ਦੀ ਗੱਲ ਹੈ। ਇੱਥੇ ਵਾਸ਼ਿੰਗਟਨ ਸਟੇਟ ਬਨਾਚੀ ਦੇ ਵਿੱਚ ਉਹਦੇ ਵਿਵੇਕ ਦੇ ਫਿਊਨਰਲ ਦੇ ਉੱਤੇ ਜਸਵੰਤ ਜਫਰ ਉਹਨਾਂ ਨੇ ਸਪੀਚ ਦਿੱਤੀ ਸੀ। ਉਹਨਾਂ ਦੀ ਸਪੀਚ ਦੇ ਬੋਲ ਮੈਨੂੰ ਅੱਜ ਵੀ ਯਾਦ ਹੈ। ਉਹ ਕਹਿੰਦਾ, ਕਹਿ ਦਿੰਦੇ ਆ ਵੀ ਜਵਾਨ ਪੁੱਤ, ਜਫਰ ਸਾਹਿਬ ਨੇ ਇਹ ਗੱਲ ਕਹੀ, ਕਹਿੰਦੇ ਵੀ ਕਹਿ ਦਿੰਦੇ ਆ ਜਵਾਨ ਪੁੱਤ ਪਰਿਵਾਰ ਨੂੰ ਤੋੜ ਕੇ ਸਿੱਟ ਗਿਆ। ਉਹ ਕਹਿੰਦੇ ਅੱਜ ਜੇ ਮੈਂ ਨਿਗਾਹ ਮਾਰਾਂ ਨਾ, ਵਿੱਚ ਉਹ ਪਰਿਵਾਰ ਵੀ ਆਏ ਬੈਠੇ ਆ ਜਿਨ੍ਹਾਂ ਦੇ ਨਾਲ ਪਿਛਲੇ 20 ਸਾਲਾਂ ਤੋਂ ਸਾਡਾ ਕੋਈ ਮਿਲਵਰਤਨ ਹੈ ਨਹੀਂ ਸੀ। ਮੈਂ ਕਹਿੰਦਾ ਵਿਵੇਕ ਸਾਨੂੰ ਜੋੜ ਗਿਆ। ਸੋ ਇੱਥੇ ਗੱਲ ਤਾਂ ਇਹ ਚੱਲਣੀ ਚਾਹੀਦੀ ਸੀ ਵੀ ਦੀਪ ਸਾਨੂੰ ਜੋੜ ਗਿਆ, ਸਾਨੂੰ ਇਕੱਠੇ ਕਰ ਗਿਆ। ਜਿਹੜੇ ਕਿਸੇ ਟਾਈਮ ਅਸੀਂ ਮੋਹਾਲੀ ਦੇ ਵਿੱਚ ਉਹਨੂੰ ਕੋਠੀ ਨਹੀਂ ਸੀ ਲੈ ਕੇ ਦੇ ਸਕੇ, ਜਿਹੜੇ ਉਹਦੇ ਜਦੋਂ ਵਾਰਸ ਪੰਜਾਬ ਦੀ ਜਥੇਬੰਦੀ ਬਣਾਉਣੀ ਸੀ ਉੱਥੇ ਨਹੀਂ ਪਹੁੰਚੇ, ਜਿਹੜੇ ਕਦੇ ਤਲਵੰਡੀ ਸਾਬੋ ਨਹੀਂ ਗਏ, ਅੱਜ ਉਹਦੇ ਜਾਣ ਤੋਂ ਬਾਅਦ ਅਸੀਂ ਜੁੜ ਗਏ, ਅਸੀਂ ਇਕੱਠੇ ਹੋ ਗਏ। ਤੇ ਇਹ ਜਿਹੜਾ ਇਕੱਠ ਸੀ, ਇਹ ਇਕੱਠ ਦੇ ਵਿੱਚ ਅਸੀਂ ਕੋਈ ਨਾ ਕੋਈ ਏਜੰਡਾ ਰੱਖਣਾ ਸੀ, ਕੋਈ ਨਾ ਕੋਈ ਸੇਧ ਦੇਣੀ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪੰਜਾਬ ਵਾਸਤੇ ਕੀ ਕਰ ਸਕਦੇ ਹਾਂ। ਉਹ 5-7 ਲੱਖ ਦਾ ਇਕੱਠ ਜੇ ਏਜੰਡਾ ਦਿੱਤਾ ਹੁੰਦਾ, ਜਿੱਦਾਂ ਅੱਜ ਤੁਹਾਡੇ ਭਾਖੜੇ ਵਾਲੇ ਪਾਣੀ ਦੇ ਉੱਤੇ ਡਾਕਾ ਪਿਆ ਸੀਗਾ, ਉਹ 5-7 ਲੱਖ ਬੰਦਾ ਜਾ ਕੇ ਬਹਿ ਜਾਂਦਾ ਉੱਥੇ ਮੋਰਚਾ ਲਾ ਕੇ ਬਾਰਡਰ ਦੇ ਉੱਤੇ, ਕਿਉਂਕਿ ਬਾਰਡਰ ਦੇ ਉੱਤੇ 5-7 ਲੱਖ ਬੰਦਾ ਤਾਂ ਕਦੇ ਵੀ ਨਹੀਂ ਹੋਇਆ, ਪਹਿਲਾਂ ਲੱਖ ਵੀ ਨਹੀਂ ਹੋਇਆ। ਜਦੋਂ ਮੋਰਚਾ ਅਖੀਰ ਤੇ ਚੱਲ ਗਿਆ ਸੀਗਾ ਤਾਂ ਗਿਣਤੀ ਬਹੁਤ ਘੱਟ ਰਹਿ ਗਈ ਸੀ। ਉਹ ਤਾਂ ਐਂ ਸੀ ਵੀ ਘਰੋਂ ਘਰੀ ਸੁਨੇਹਾ ਲੱਗ ਗਿਆ ਸੀਗਾ, ਕਿਸਾਨ ਸੀਗੇ ਨਾਲ ਪਰ ਉੱਥੇ ਹੈ ਨਹੀਂ ਸੀ। ਤੁਸੀਂ ਉਹ ਦੱਸੋ 5-7 ਲੱਖ ਬੰਦੇ ਨੂੰ ਆਪਾਂ ਸੇਧ ਦਿੱਤੀ ਹੁੰਦੀ, ਅੱਜ ਪਾਣੀਆਂ ਦੇ ਉੱਤੇ ਲੈਂਦਾ ਸਟੈਂਡ, ਤੇ ਦੂਜੇ ਦਿਨ ਜਿਹੜਾ ਫੈਸਲਾ ਸੀਗਾ ਉਹ ਗੌਰਮੈਂਟ ਨੂੰ ਆਪਣਾ ਵਾਪਸ ਲੈਣਾ ਪੈ ਜਾਣਾ ਸੀਗਾ। ਸੋ ਅਸੀਂ
ਯੂਥ ਨੂੰ ਗਮਰਾਹ ਨਾ ਕਰੀਏ, ਯੂਥ ਨੂੰ ਜੋੜੀਏ। ਪੰਜਾਬ ਦੇ ਲਈ ਕੋਈ ਚੰਗੀ ਗੱਲ ਲੈ ਕੇ ਆਓ, ਜਿਹੜਾ ਮਰਜ਼ੀ ਜਣਾ ਲੈ ਆਵੇ ਅਸੀਂ ਉਹਦੇ ਨਾਲ ਹੈ, ਕੋਈ ਵੀ ਲੈ ਆਵੇ। ਜੇ ਦੀਪ ਦੀ ਜਥੇਬੰਦੀ ਬਣੀ ਆ ਉਹ ਵੀ ਇਹ ਗੱਲ ਲੈ ਆਵੇ, ਸਾਡੇ ਮੂਹਰੇ ਏਜੰਡਾ ਰੱਖੋ। ਜੇ ਤੁਸੀਂ ਇਕੱਲੀ ਇਹ ਗੱਲ ਕਹੀਏ ਨਾ ਸਾਡੀ ਹੋਂਦ ਨੂੰ ਖਤਰਾ, ਸਾਡੀ ਹੋਂਦ ਨੂੰ ਖਤਰਾ, ਹੋਂਦ ਨੂੰ ਤਾਂ ਖਤਰਾ ਹੈਗਾ ਹੀ ਆ, ਉਹ ਤਾਂ ਬਹੁਤ ਚਿਰ ਦਾ ਪਤਾ, ਪਰ ਇਹਦਾ ਇਲਾਜ ਕਿੱਦਾਂ ਕਰਨਾ, ਕੀ ਕਰਨਾ, ਏਜੰਡਾ ਤਿਆਰ ਕਰੋ, ਕਿੱਦਾਂ ਸਟੈਪ ਬਾਏ ਸਟੈਪ ਹੋ ਸਕਦਾ। ਜੇ ਤੁਸੀਂ ਗੱਲ ਕਰਦੇ ਆ, ਮੈਂ ਸਿੱਧੇ ਲਫ਼ਜ਼ਾਂ 'ਚ ਕਹਿੰਦੇ ਖਾਲਿਸਤਾਨ ਦੀ, ਦੇਖੋ ਖਾਲਿਸਤਾਨ ਦੀ ਗੱਲ ਆਪਾਂ ਨੂੰ ਸੋਹਣੀ ਤਾਂ ਬਹੁਤ ਲੱਗਦੀ ਆ, ਆਪਣਾ ਕੰਟਰੀ ਹੋਵੇ ਜਿਹਦੇ ਵਿੱਚ ਆਪਣੀ ਖੁੱਲ੍ਹ ਖੇਲ ਹੋਵੇ, ਆਪਣੇ ਲੋਕ ਹੋਣ, ਸਾਰਾ ਕੁਝ ਹੋਣ, ਪਰ ਮੈਨੂੰ ਇਹ ਲੱਗਦਾ ਵੀ ਹੁਣ ਅਸੀਂ ਬਹੁਤ ਲੇਟ ਹਾਂ। 47 ਦੇ ਵਿੱਚ ਇਹ ਗੱਲ ਹੋ ਜਾਂਦੀ ਤਾਂ ਗੱਲ ਵੱਖਰੀ ਸੀਗੀ। ਹੁਣ ਤੁਹਾਡੀਆਂ ਦੂਜੀਆਂ ਸਟੇਟਾਂ ਦੇ ਵਿੱਚ ਕਿੱਡੇ ਕਿੱਡੇ ਬਿਜ਼ਨਸਮੈਨ ਜਾ ਕੇ ਬੈਠੇ ਆ, ਰਾਈਟ। ਇਹਨੂੰ ਕਿਹੜੇ ਹਿਸਾਬ ਨਾਲ ਕਰੋਗੇ? ਹੁਣ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਵੀ ਜਿਹੜਾ ਭਾਰਤ ਹੈ ਉਹ ਸਾਰੇ ਭਾਰਤ ਦੇ ਵਿੱਚ ਬਾਬੇ ਨਾਨਕ ਦੀ ਗੱਲ ਜਿਹੜੀ ਆ ਉਹ ਜਾਵੇ, ਸਾਰੇ ਭਾਰਤ ਵਿੱਚ ਗੱਲ ਜਿਹੜੀ ਬਾਬੇ ਨਾਨਕ ਦੀ ਜਾਵੇ। ਬਾਬੇ ਨਾਨਕ ਦੀ ਗੱਲ ਜਿਹੜੀ ਆ ਉਹ ਹਰ ਇੱਕ ਨੂੰ ਪ੍ਰਵਾਨ ਹੋਣੀ ਆ, ਪਰ ਹਜੇ ਤੱਕ ਹੋਇਆ ਕੀ ਆ, ਬਾਬੇ ਨਾਨਕ ਦੇ ਸਿਧਾਂਤ ਨੂੰ ਸਹੀ ਢੰਗ ਦੇ ਨਾਲ ਪ੍ਰਚਾਰਿਆ ਹੀ ਨਹੀਂ ਗਿਆ। ਜੇ ਆਪਾਂ ਕਹਿ ਦਈਏ ਅੱਜ ਸਾਡੇ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਕਿਹੜਾ ਹੋ ਰਿਹਾ, ਉਹ ਮੈਨੂੰ ਹੁਣ ਜੇ ਦੱਸਣ ਲੱਗਾ ਬਹੁਤ ਲੰਮਾ ਹੋ ਜਾਣਾ ਕੰਮ। ਆਰਤੀਆਂ ਵੀ ਹੋ ਰਹੀਆਂ, ਬਾਬੇ ਨੇ ਜਿਹੜੀ ਚੀਜ਼ਾਂ ਦਾ ਖੰਡਨ ਕੀਤਾ ਸੀ, ਤੇ ਬਹੁਤ ਜ਼ਿਆਦਾ ਹਿੰਦੂ ਧਰਮ ਦੀਆਂ ਮਨਮਤਾਂ ਤੁਹਾਡੇ ਗੁਰੂ ਘਰਾਂ ਦੇ ਵਿੱਚ ਹੋ ਰਹੀਆਂ, ਤੁਹਾਨੂੰ ਸਾਰਿਆਂ ਨੂੰ ਪਤਾ। ਹੁਣ ਇੱਥੇ ਜਾ ਕੇ ਸਾਡੀ ਹੋਂਦ ਨੂੰ ਖਤਰਾ ਨਹੀਂ ਹੈਗਾ। ਹੋਂਦ ਹੈ ਕੀ ਚੀਜ਼ ਹੈ? ਹੋਂਦ ਤਾਂ ਇਹੀ ਹੈ ਜਦੋਂ ਤੁਹਾਡੇ ਹੋਂਦ, ਤੁਸੀਂ ਆਪਾਂ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੀ ਗੱਲ ਕਰਦੇ ਹਾਂ, ਜਦੋਂ ਉਹ ਮਨਮਤਾਂ ਆਲਰੇਡੀ ਹੋ ਹੀ ਜਾਂਦੀਆਂ ਤੁਹਾਡੇ ਗੁਰੂ ਘਰਾਂ ਦੇ ਵਿੱਚ, ਉਹ ਤਾਂ ਤੁਸੀਂ ਹਟਾ ਨਹੀਂ ਸਕਦੇ। ਜੇ ਨਹੀਂ ਹਟਾ ਸਕਦੇ, ਤੁਹਾਡੀ ਹੋਂਦ ਤਾਂ ਆਲਰੇਡੀ ਖਤਮ ਹੋ ਰਹੀ ਆ। ਪਹਿਲਾਂ ਆਪਣੇ ਗੁਰੂ ਘਰਾਂ ਦੇ ਵਿੱਚ ਬਾਬੇ ਨਾਨਕ ਦਾ ਸਿਧਾਂਤ ਲਾਗੂ ਕਰੋ। ਪਹਿਲਾਂ ਗੁਰੂ ਘਰਾਂ ਦੇ ਵਿੱਚ ਆਪਾਂ ਇਹ ਵੀ ਕਹਿ ਸਕਦੇ ਚਲੋ ਜਿੱਥੋਂ ਰਹਿਤ ਮਰਿਆਦਾ ਮਿਲੀ ਆ, ਰਹਿਤ ਮਰਿਆਦਾ ਸਾਰੇ ਕਿਤੇ ਲਾਗੂ ਕਰਾ ਦਿਓ। ਸੋ ਇਹ ਗੱਲਾਂ ਲਾਗੂ ਕਰਾ ਕੇ ਉਹ ਤੋਂ ਗਾਹਾਂ ਫਿਰ ਏਜੰਡਾ ਦਿਓ ਵੀ ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਜਦੋਂ ਤੁਸੀਂ ਦਓਗੇ ਸਾਰੀ ਚੀਜ਼ ਅਸੀਂ ਤੁਹਾਡੇ ਨਾਲ ਹੋਵਾਂਗੇ, ਪਰ ਆਹ ਵਿਤਕਰੇ ਨਾ ਖੜੇ ਕਰੋ। ਇਹ ਮੈਂ ਇਤਿਹਾਸਕਾਰ ਵੀਰੋ, ਤੁਸੀਂ ਲਕੀਰਾਂ ਨਾ ਖਿੱਚੋ ਵੀ ਲਕੀਰ ਖਿੱਚ ਦਿੱਤੀ ਆ, ਇੱਥੇ ਕੋਈ ਚੱਕਰ ਨਹੀਂ ਹੈਗਾ, ਸਾਰੀ ਨਾਲ ਆ, ਕੋਈ ਦੀਪ ਦਾ ਦੁਸ਼ਮਣ ਨਹੀਂ ਹੈਗਾ। ਇਹ ਦੁਸ਼ਮਣੀਆਂ ਤੁਸੀਂ ਕ੍ਰੀਏਟ ਕਰਕੇ ਬਣਾ ਕੇ ਇੱਕ ਆਪਣੀ ਧਿਰ ਬਣਾ ਕੇ ਸਿਰਫ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ। ਉਹ ਰੋਟੀਆਂ ਤੁਹਾਡੀਆਂ ਜਿਹੜੀਆਂ ਸੇਕਣੀਆਂ, ਉਹ ਸੇਕਣੀਆਂ ਮੁੰਡਿਆਂ ਦੇ ਸਿਵਿਆਂ ਦੇ ਉੱਤੇ। ਤੁਸੀਂ ਇਸ ਚੀਜ਼ ਨੂੰ ਪਲੀਜ਼, ਰੱਬ ਦੇ ਵਾਸਤੇ, ਪੰਜਾਬ ਨੇ ਬਹੁਤ ਸੰਤਾਪ ਭੋਗ ਲਿਆ ਪਹਿਲਾਂ, ਤੁਸੀਂ ਇਸ ਖੂਹ 'ਚ ਜਾ ਕੇ ਨਾ ਸਿੱਟਿਓ, ਕਿਉਂਕਿ ਜਦੋਂ ਵੀ ਕੋਈ ਤੁਹਾਡੇ ਵੱਲੋਂ ਚੱਕਿਆ ਚਕਾਇਆ ਕੋਈ ਬੰਦਾ ਵੀ ਹੈ, ਜਦੋਂ ਕੋਈ ਕੰਮ ਕਰ ਬਹਿੰਦਾ, ਉਸ ਤੋਂ ਬਾਅਦ ਵਿੱਚ ਤੁਸੀਂ ਕਦੇ ਕਿਸੇ ਦੀ ਖਬਰਸਾਰ ਲਈ ਆ, ਚਾਹੇ ਉਹ ਮੋਗੇ ਝੰਡਾ ਚਾੜਿਆ ਸੀਗਾ ਉਹ ਮੁੰਡੇ ਅੰਦਰ ਹੈ, ਚਾਹੇ ਆਪਾਂ ਕਹਿ ਦਈਏ ਵੀ ਹੁਣ ਗੱਲ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਦੇਖੀਏ ਵੀ ਜੱਗੀ ਜੌਲ ਦੀ ਵੀ ਨਹੀਂ ਚੱਲਦੀ, ਚਾਹੇ ਆਪਾਂ ਗੱਲ ਕਰੀਏ, ਮੈਨੂੰ ਇੱਕ ਬੰਦੇ ਨੇ ਰਿਕਾਰਡਿੰਗ ਭੇਜੀ ਸੀ, ਮੈਨੂੰ ਪਤਾ ਨਹੀਂ ਉਹ ਸੱਚ ਹੈ ਜਾਂ ਝੂਠ ਹੈ, ਪਰ ਉਹ ਆਵਾਜ਼ ਤਾਂ ਸਹੀ ਆ। ਜਿਹੜੇ ਤਰਨ ਤੋਂ ਆਪਣੇ ਹੈਗੇ ਆ ਕੈਂਡੀਡੇਟ ਅਕਾਲੀ ਦਲ ਮਾਨ ਦੇ, ਉਹਨਾਂ ਦੇ ਵੀ ਕੋਈ ਕੇਸ ਪਿਆ ਆ। ਉਹ ਮਾਨ ਸਾਹਿਬ ਦੇ ਕੋਲ ਗਏ ਸੀਗੇ ਤਾਂ ਮਾਨ ਸਾਹਿਬ ਨੇ ਉਹਨਾਂ ਨੂੰ ਸਾਫ਼ ਜਿਹੜਾ ਉਹ ਜਵਾਬ ਦੇ ਦਿੱਤਾ। ਤਾਂ ਸ਼ਬਦ ਵੀ ਮੇਰੇ ਖਿਆਲ ਦੇ ਵਿੱਚ ਜਿਹੜੇ ਵਰਤੇ ਆ ਉਹ ਇੰਨੇ ਵਧੀਆ ਨਹੀਂ ਵਰਤੇ ਉਹਦੇ ਵਾਸਤੇ। ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਣਾ। ਮੈਂ ਫਿਰ ਕਹਿੰਦਾ ਵੀ ਮੈਂ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਕਰਨੀ। ਮੈਂ ਸਿਰਫ ਤੁਹਾਨੂੰ ਅੱਜ ਇੱਕੋ ਗੱਲ ਦੱਸਣ ਆਇਆ ਬਈ ਇਹ ਜਿਹੜਾ ਐਕਸੀਡੈਂਟ ਹੈ, ਇਹਦੇ ਵਿੱਚ ਜਿਹੜੀ ਦੀਪ ਦੀ ਮੌਤ ਹੁੰਦੀ ਆ, ਉਹਦਾ ਜਿੱਥੇ ਆਪਾਂ ਨੂੰ ਜਿਹੜੇ ਢੰਗ ਦੇ ਨਾਲ ਦੁੱਖ ਮਨਾਉਣਾ ਚਾਹੀਦਾ ਸੀ ਰਲ ਮਿਲ ਕੇ, ਉਹ ਸਾਨੂੰ ਪਾੜਿਆ ਜਾ ਰਿਹਾ ਉਹਨਾਂ ਨੂੰ ਵਿਤਕਰਾ ਪਾ ਕੇ। ਤੇ ਜਿਹੜੀ ਕੁੜੀ ਆ ਉਹਦੀ ਸਾਨੂੰ ਖਬਰਸਾਰ ਇੱਦਾਂ ਲੈਣੀ ਚਾਹੀਦੀ ਸੀ ਕਿ ਇੱਕ ਕਿਸਮ ਦੇ ਨਾਲ ਮੈਂ ਕਹਿ ਸਕਦਾ ਕਿ ਉਹ ਵਿਚਾਰੀ ਵਿਆਹ ਹੋਣ ਤੋਂ ਪਹਿਲਾਂ ਵਿਧਵਾ ਹੋ ਗਈ। ਇਸ ਢੰਗ ਦੇ ਨਾਲ ਉਹਦਾ ਦੀਪ ਦੇ ਨਾਲ ਰਿਲੇਸ਼ਨ ਸੀਗਾ ਪਿਛਲੇ ਸਾਲਾਂ ਤੋਂ। ਇਹ ਦੋਨਾਂ ਪਰਿਵਾਰਾਂ ਨੂੰ ਪਤਾ ਔਰ ਚੰਗੀ ਤਰ੍ਹਾਂ ਪਤਾ। ਇਹਦੇ ਤੋਂ ਕੋਈ ਵੀ ਦੋਨਾਂ ਪਰਿਵਾਰਾਂ 'ਚੋਂ ਬੰਦਾ ਮੁਨਕਰ ਨਹੀਂ ਹੋ ਸਕਦਾ। ਜਿਹੜੀ ਪਹਿਲੀ ਵਾਈਫ ਆ ਉਹਦੇ ਨਾਲ ਉਹਦਾ ਡਿਵੋਰਸ ਹੋ ਗਿਆ ਆ ਜਾਂ ਚੱਲਦਾ ਆ ਜਾਂ ਹੋਣੇ ਵਾਲਾ ਆ, ਇਹ ਪਰਿਵਾਰ ਨੂੰ ਪਤਾ ਹੋਣਾ, ਪਰ ਉਹ ਇਕੱਠੇ ਨਹੀਂ ਸੀ ਰਹਿੰਦੇ। ਸੋ ਇਹ ਗੱਲਾਂ ਸੱਚ ਆ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ। ਤਾਂ ਜੋ ਕੁਛ ਹੋ ਰਿਹਾ ਉਹ ਬਹੁਤ ਗਲਤ ਹੋ ਰਿਹਾ, ਉਹ ਤੋਂ ਬਚਿਓ। ਇੰਨੀ ਕਿ ਮੇਰੀ ਬੇਨਤੀ ਹੈ ਸਾਰੇ ਸਮਾਜ ਨੂੰ। ਤੁਹਾਡੇ ਵਿੱਚੋਂ ਚਾਹੇ ਤੁਸੀਂ ਮੇਰੀ ਫਰੈਂਡ ਲਿਸਟ ਹੈ ਚਾਹੇ ਬਾਹਰ ਆ, ਮੇਰਾ ਕੋਈ ਦੁਸ਼ਮਣ ਨਹੀਂ, ਮੇਰੇ ਸਾਰੇ ਮਿੱਤਰ ਹੈ। ਜਿੱਥੇ ਵੀ ਕਿਤੇ ਸਮਾਜ ਦੇ ਵਿੱਚ ਜੋ ਵੀ ਕੁਛ ਹੋਣੇ ਵਾਲਾ ਹੁੰਦਾ ਆਪਾਂ ਇਕੱਠੇ ਹੋ ਕੇ ਕਰਾਂਗੇ। ਇਹ ਸਮਾਜ ਲਈ ਆਪਾਂ ਨੂੰ ਸਾਰਿਆਂ ਨੂੰ ਚੇਤੰਨ ਹੋਣਾ ਪੈਣਾ। ਝੂਠ ਜਿਹੜਾ ਵਿਊ ਲੈਣ ਵਾਲਿਆਂ ਨੂੰ ਫੈਲਾਇਆ ਜਾ ਰਿਹਾ, ਚਾਹੇ YouTube ਚੈਨਲ ਹੈ ਜਾਂ ਕੁਛ ਵੀ ਆ, ਉਹਨਾਂ ਦਾ ਕੰਮ ਹੈ ਸਾਰਾ ਕੁਛ ਕਰਨਾ। ਕਿਉਂਕਿ ਜੇ ਉਹਨਾਂ ਨੇ ਸਿਰਫ ਇੰਨੀ ਖਬਰ ਲਾਉਂਦੇ ਵੀ ਦੀਪ ਆਉਂਦਾ ਸੀ ਗੜਗਾਉਂ ਤੋਂ, ਉਹ ਡਿਨਰ ਕਰਕੇ ਤੁਰੇ ਆ, ਤੇ ਉਸ ਤੋਂ ਬਾਅਦ ਵਿੱਚ ਜਿਹੜੀ ਗੱਡੀ ਸੀ ਉਹ ਥੋੜ੍ਹੀ ਜਿਹੀ ਤੇਜ਼ ਸੀਗੀ। ਜਦੋਂ ਪਾਸ ਲੱਗਾ ਕਰਨ ਤੇ ਗੱਡੀ ਦਾ ਜਿਹੜਾ ਇੱਕ ਕੋਰਨਰ ਸੀਗਾ ਉਹ ਪਾਸ ਹੋਣ ਤੋਂ ਪਹਿਲਾਂ ਜਿਹੜਾ ਟਰੱਕ ਦੇ ਪਿੱਛੇ ਜਾ ਕੇ ਵੱਜ ਗਿਆ ਤੇ ਦੀਪ ਦੀ ਮੌਕੇ 'ਤੇ ਮੌਤ ਹੋ ਗਈ। ਇਹ ਖਬਰ ਜਿਹੜੀ ਸੀ ਇਹ 10 ਦਿਨਾਂ ਦੇ ਬਾਅਦ ਇਹ ਜਾਂਦੀ ਲੱਗਣੀ ਸੀ, ਪਰ ਉਹਨਾਂ ਨੂੰ ਇਹ ਮਨਜ਼ੂਰ ਨਹੀਂ ਸੀ। ਉਹ ਖਬਰ ਦੇ ਵਿੱਚੋਂ ਵਿਊ ਭਾਲਦੇ ਆ, ਕੋਈ ਇਹ ਖਬਰ ਦੇ ਵਿੱਚੋਂ ਵੋਟਾਂ ਭਾਲਦਾ, ਕੋਈ ਇਹ ਖਬਰ ਦੇ ਵਿੱਚੋਂ ਧਿਰਾਂ ਭਾਲਦਾ, ਤੇ ਕੋਈ ਖਬਰ ਦੇ ਵਿੱਚੋਂ ਮੁੰਡਿਓ ਤੁਹਾਡਾ ਖੂਨ ਭਾਲਦਾ। ਇਹ ਤੁਸੀਂ ਹੁਣ ਦੇਖ ਲਓ, ਤੁਸੀਂ ਸਮਝਦਾਰ ਹੋਣਾ ਜਾਂ ਤੁਸੀਂ ਇਹ ਸਾਰਾ ਕੁਝ ਕਰਾਉਣਾ, ਇਹ ਸਾਰਾ ਕੁਝ ਤੁਹਾਡੇ ਭਾਈ ਹੱਥ ਵੱਸ ਹੈ। ਖੂਨ ਤੁਹਾਡਾ ਗਰਮ ਹੈ,
ਠੀਕ ਹੈ, ਤੁਸੀਂ ਮੈਨੂੰ ਵੀ ਮਾੜਾ ਚੰਗਾ ਬੋਲੂਗੇ, ਕੋਈ ਨਹੀਂ ਪੁੱਤਰੋ, ਕਿਸੇ ਟਾਈਮ ਅਸੀਂ ਵੀ ਬੋਲਦੇ ਰਹੇ ਹਾਂ। ਇਹ ਪੇ ਬੈਕ ਹੈ, ਇਹ ਸਾਡੇ ਉਸ ਟਾਈਮ ਦੇ ਕਰਮ ਹੈ ਜਿਹੜੇ ਅਸੀਂ ਬਜ਼ੁਰਗਾਂ ਨੂੰ ਗਲਤ ਬੋਲਿਆ ਸੀਗਾ। ਤੁਸੀਂ ਸਾਨੂੰ ਬੋਲੋ, ਵੈਲਕਮ ਹੈ ਤੁਹਾਡਾ, ਤੁਹਾਨੂੰ ਮੈਂ ਕਦੇ ਵੀ ਮਾੜਾ ਨਹੀਂ ਕਹੂੰਗਾ। ਮੇਰੇ ਮੈਸੇਂਜਰ 'ਤੇ ਆਪਣਾ ਫ਼ੋਨ ਨੰਬਰ ਭੇਜ ਦਿਓ, ਮੇਰੇ ਮੈਸੇਂਜਰ 'ਤੇ ਕਾਲ ਕਰ ਲਿਓ, ਜਦੋਂ ਮਰਜ਼ੀ। ਇਸ ਗੱਲ ਇਹ ਵੈਲਕਮ ਹੈ। ਅਬਲ ਤਾਂ ਤੁਸੀਂ ਐਨਕੇਆਰ ਸਟ੍ਰਿੰਗ ਪਾ ਕੇ ਗੂਗਲ 'ਤੇ ਕੱਢ ਲਿਓ, ਮੇਰਾ ਫ਼ੋਨ ਨੰਬਰ ਨਿਕਲ ਆਉਂਦਾ। ਇਹ ਗੱਲ ਹੋਰ ਦੱਸ ਦਿਆਂ, ਮੈਂ ਬਾਰ-ਬਾਰ ਕੰਪਨੀ ਦੀ ਗੱਲ ਕਰਦਾ, ਕੋਈ ਹਾਇਰਿੰਗ ਨਹੀਂ ਲੱਗੀ ਹੋ ਕਦੇ। ਓਨਰ ਆਪਰੇਟਰ ਅਸੀਂ ਇੱਕੋ ਕੰਪਨੀ ਹੋਣੀ ਹੈ ਜਿਹੜੀ ਕਹਿੰਦੀ ਅਸੀਂ ਓਨਰ ਆਪਰੇਟਰ ਹਾਇਰ ਨਹੀਂ ਕਰਦੇ, ਕੋਈ ਡਰਾਈਵਰ ਦੀ ਲੋੜ ਨਹੀਂ। ਦੱਸ ਮੈਂ ਤਾਂ ਰਿਹਾ ਕਿਉਂਕਿ ਟਾਰਗੇਟ ਜਿਹੜਾ ਕੀਤਾ ਜਾ ਰਿਹਾ ਉਹ ਬਿਜ਼ਨਸ ਦੇ ਤੌਰ 'ਤੇ ਵੀ ਕੀਤਾ ਜਾ ਰਿਹਾ, ਹੈ ਨਾ। ਅਤੇ ਮਿੱਤਰੋ, ਜ਼ਿੰਦਗੀ 'ਚ ਕੰਮ ਹੀ ਕੀਤਾ, ਹੋਰ ਕੁਛ ਨਹੀਂ ਕੀਤਾ। ਜਦ ਦੀ ਸੁਰਤ ਸੰਭਾਲੀ ਹੈ, ਇੱਥੇ ਆ ਕੇ ਵੀ ਆ। ਵੱਡੇ ਪਰਿਵਾਰ ਹੈ ਮੇਰੇ ਨਾਲ, ਰਣਜੀਤ ਸਿੰਘ ਟੁੱਟ ਹੋਣੀ ਆ, ਬੜੀ ਦੇਣ ਹੈ ਇਹਨਾਂ ਦੀ ਸਮਾਜ ਨੂੰ। ਬੜੇ ਫਖਰ ਨਾਲ ਕਹੀਦਾ ਵੀ ਇਹ ਸਾਡੇ ਮਾਸੜ ਜੀ ਦੇ ਛੋਟੇ ਭਰਾ ਆ, ਇਹਨਾਂ ਦੀ ਪੰਥ ਨੂੰ ਬਹੁਤ ਦੇਣ ਹੈ। ਇਹ ਉਹ ਪਰਿਵਾਰ ਹੈ, ਟੁੱਟ ਪਰਿਵਾਰ ਹੈ, ਜਿਨ੍ਹਾਂ ਨੇ ਮਾਤਾ ਪ੍ਰੀਤਮ ਕੌਰ ਦਾ ਲਿਆ ਕੇ ਇਲਾਜ ਕਰਾਇਆ ਸੀ। ਉਹਨਾਂ ਟਾਈਮਾਂ ਦੇ ਵਿੱਚ ਜੇਬ ਦੇ ਵਿੱਚੋਂ ਮੇਰਾ ਖਿਆਲ ਹੈ ਵੀ ਆਲਮੋਸਟ $1,00,000 ਖਰਚ ਕੇ ਮਾਤਾ ਪ੍ਰੀਤਮ ਕੌਰ ਦਾ ਇਲਾਜ ਕਰਾਇਆ ਸੀ। ਜਿਹੜੇ ਸਮੇਂ ਦੇ ਵਿੱਚ ਕਿਸੇ ਨੇ ਬਾਂਹ ਨਹੀਂ ਸੀ ਫੜੀ, ਉਸ ਸਮੇਂ ਦੇ ਵਿੱਚ ਇਹਨਾਂ ਨੇ 1988 ਦੇ ਵਿੱਚ ਆਪਣੇ ਕੋਲੋਂ ਪੈਸੇ ਖਰਚ ਕੇ ਉਹਨਾਂ ਨੂੰ ਡੈਰੀ ਫਾਰਮ ਖੋਲ੍ਹ ਕੇ ਦਿੱਤਾ ਸੀਗਾ। ਸਾਨੂੰ ਮਾਣ ਹੈ ਇਸ ਪਰਿਵਾਰ ਦੇ ਉੱਤੇ, ਕਿਉਂਕਿ ਕਮੈਂਟ ਚੱਲਦਿਆਂ ਦੇ ਵਿੱਚ ਮੈਨੂੰ ਰਣਜੀਤ ਅੰਕਲ ਉਹਨਾਂ ਦਾ ਮੈਨੂੰ ਦਿਸ ਪਿਆ ਕਮੈਂਟ ਵੀ ਗੁੱਡ ਜੋਬ ਆ। ਇਹ ਗੁੱਡ ਜੋਬ ਅੰਕਲ ਜੀ ਤੁਹਾਡੇ ਕਰਕੇ ਹੀ ਆ, ਤੁਹਾਡੇ ਸਿਖਾਏ ਹੋਏ ਆ, ਤੁਹਾਡੇ ਦਰਸਾਏ ਹੋਏ ਆ। ਤੁਸੀਂ ਇੱਥੇ ਆਇਆ, ਪਰਿਵਾਰਾਂ ਦੀਆਂ ਬਾਹਾਂ ਫੜੀਆਂ, ਇੱਕ ਵਿਸ਼ਾਲ ਆਪਣਾ ਕਹਿ ਲਓ ਵੀ ਸਮੂਹ ਇੱਦਾਂ ਦਾ ਬਣ ਗਿਆ ਜਿਹੜੇ ਆਪਾਂ ਸਮਾਜ ਲਈ ਕੰਮ ਕਰਦੇ ਹਾਂ। ਆਉਣ ਵਾਲੇ ਟਾਈਮ 'ਚ ਵੀ ਕਰਦੇ ਰਹਾਂਗੇ। ਇਹ ਬੋਲਣ ਤੋਂ ਪਹਿਲਾਂ ਵੀ ਤੁਹਾਤੋਂ ਇਜਾਜ਼ਤਾਂ ਲਈਦੀਆਂ ਵੀ ਆਹ ਗੱਲ ਕਰਨ ਲੱਗੇ ਹਾਂ, ਸਾਨੂੰ ਇਸ ਚੀਜ਼ ਦੀ ਇਜਾਜ਼ਤ ਚਾਹੀਦੀ ਹੈ, ਕਿਉਂਕਿ ਅਸੀਂ ਤੁਹਾਡੇ ਤੋਂ ਬਾਹਰੇ ਹੋ ਕੇ ਕੁਛ ਨਹੀਂ ਕਰ ਸਕਦੇ। ਸੋ ਇਹ ਵੱਡੇ ਪਰਿਵਾਰ ਹੈ, ਟੁੱਟ ਪਰਿਵਾਰ ਹੈ, ਨਿੱਜਰ ਪਰਿਵਾਰ ਹੈ, ਇਹਨਾਂ ਦੀ ਵੀ ਸਾਡੇ ਨਾਲ ਐਂ ਸਾਂਝ ਹੈ ਵੀ ਮੈਂ ਇੱਥੇ ਕੋਈ ਚਾਪਲੂਸੀ ਨਹੀਂ ਕਰ ਰਿਹਾ। ਮੇਰੇ ਸੁਭਾਅ ਦਾ ਪਤਾ, ਕਿਉਂਕਿ ਜਿਹੜੇ ਸਾਹਮਣੇ ਆਈ ਜਾਂਦੀਆਂ ਗੱਲਾਂ ਮੈਂ ਉਹੀ ਮੇਰੇ ਕੋਲ ਪੜ੍ਹ ਹੋ ਰਹੀਆਂ ਵੀ ਇਹਨਾਂ ਦੀ ਵੱਡੀ ਦੇਣ ਹੈ, ਔਰ ਲੁੱਕ ਕੇ ਰਹਿੰਦੇ ਆ। ਇਹਨਾਂ ਨੇ ਕਦੇ ਨਹੀਂ ਦੱਸਿਆ ਸੀ ਕੀ ਕੁਛ ਕੀਤਾ, ਕਿਹਦੇ ਲਈ ਕੀਤਾ। ਅੱਜ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ ਹੁੰਦਾ ਉਹ ਮੂਹਰੇ ਆ ਕੇ ਕ੍ਰੈਡਿਟ ਭਾਲਦੇ ਆ। ਸੋ ਇਹ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈ, ਇਹ ਵਧੀਆ ਵੀ ਹੈ ਜੇ ਤੁਹਾਨੂੰ ਚੰਗੀ ਚੀਜ਼ ਡਿਲੀਵਰ ਹੋਈ ਜਾਵੇ। ਇਹ ਖਤਰਨਾਕ ਵੀ ਹੈ ਜਦੋਂ ਇਹੋ ਜਿਹੇ ਅੱਗ ਲਾਉਣੇ ਵਾਲੇ ਜਿਹੜੇ ਭੱਬੂ ਆ ਉਹ ਤੁਹਾਡੇ ਮੂਹਰੇ ਖੇਸਵਾ ਪਰੋਸ ਕੇ ਰੱਖੀ ਜਾਂਦੇ ਆ। ਅਤੇ ਅਸੀਂ ਕੀ ਆ, ਮਾਫ਼ ਕਰਿਓ, ਮੈਂ ਗੱਲ ਜਿਹੜੀ ਕਹਿਣ ਲੱਗਾ ਬਹੁਤੀ ਖਰੀ ਨਹੀਂ ਹੈਗੀ। ਅਸੀਂ ਲੋਕ, ਮੈਂ ਵੀ ਪਿੱਛੇ ਆ ਜਾਂਦਾ, ਅਸੀਂ ਲੋਕ ਬੌਧਿਕ ਤੌਰ 'ਤੇ ਕੰਗਾਲ ਹੋ ਚੁੱਕੇ ਹਾਂ। ਸੌਰੀ ਟੂ ਸੇ, ਬੌਧਿਕ ਤੌਰ 'ਤੇ ਅਸੀਂ ਲੋਕ ਕੰਗਾਲ ਹੋ ਚੁੱਕੇ ਹਾਂ। ਉਹਦੀ ਨਿਸ਼ਾਨੀ ਕੀ ਹੈ? ਜਦੋਂ ਤੁਸੀਂ ਆਪਣੀ ਬੁੱਧ ਨੂੰ, ਆਪਣੀ ਮੱਤ ਨੂੰ ਵਰਤਣੋਂ ਹਟ ਜਾਓ, ਲੋਕਾਂ ਦੀਆਂ ਕਈਆਂ ਗੱਲਾਂ 'ਤੇ ਬਿਨਾਂ ਹੀ ਕਿਸੇ ਗੱਲ ਦੀ ਤਫਤੀਸ਼ ਕੀਤਿਆਂ ਤੁਸੀਂ ਯਕੀਨ ਕਰਨ ਲੱਗ ਜਾਓ, ਉਦੋਂ ਤੁਸੀਂ ਬੌਧਿਕ ਤੌਰ ਤੇ ਕੰਗਾਲ ਹੋ ਜਾਂਦੇ ਆ। ਮੇਰਾ ਅੱਜ ਇੱਥੇ ਬੋਲਣ ਦਾ ਇੱਕੋ ਹੀ ਕਾਰਨ ਹੈ, ਕਿਉਂਕਿ ਮੈਂ ਜਿੰਨੀ ਵੀ ਗਰਾਊਂਡ ਦੀ ਰਿਐਲਿਟੀ ਲੈ ਕੇ ਆਇਆ ਮੈਂ ਤੁਹਾਡੇ ਮੂਹਰੇ ਉਹ ਰੱਖੀ ਆ। ਮੇਰੇ ਉੱਤੇ ਕਿਸੇ YouTube ਚੈਨਲ ਦਾ ਨਹੀਂ ਹੈਗਾ ਅਸਰ, ਮੇਰੇ 'ਤੇ ਕਿਸੇ ਵੱਡੇ ਪੇਜਾਂ ਵਾਲਿਆਂ ਦਾ ਅਸਰ ਹੈ ਨਹੀਂਗਾ। ਇੱਥੇ 5-5 ਲੱਖ ਮੁੰਡਾ ਪਿੱਛੇ ਲੱਗਾ ਹੋਊਗਾ, ਉਹਨਾਂ ਦੇ ਮੇਰੇ 'ਤੇ ਉਹਨਾਂ ਦਾ ਕੋਈ ਅਸਰ ਹੈ ਨਹੀਂਗਾ। ਮੈਂ ਜਿਹੜੀ ਚੀਜ਼ ਲਿਆ ਕੇ ਰੱਖੀ ਆ ਇਹ ਰਿਐਲਿਟੀ ਆ। ਇਹਦਾ ਪਤਾ ਕਰਕੇ ਤੁਸੀਂ ਦੋਨਾਂ ਪਰਿਵਾਰਾਂ ਦੇ ਕੋਲੋਂ ਫਿਰ ਕੋਈ ਗੱਲ ਕਰਿਓ। ਉਹਦੇ ਵਿੱਚ ਵੀ ਜੇ ਮੇਰੇ ਕੋਲੋਂ ਗੱਲ ਕੋਈ ਇੱਥੇ ਬਾਈ ਮਿਸਟੇਕ ਕਹਿ ਹੋ ਗਈ ਹੋਈ, ਮੈਂ ਉਹਦੀ ਗਲਤੀ ਮੰਨੂੰਗਾ, ਪਰ ਹੈ ਇਹੀ ਸੱਚ ਹੈ। ਇਹਨੂੰ ਮੰਨ ਕੇ ਚੱਲਿਓ, ਖੁਸ਼ ਰਹੋ। ਮੈਨੂੰ ਨਹੀਂ ਪਤਾ ਕਿੰਨਾ ਲਾਈਵ ਹੋ ਗਿਆ ਲੰਮਾ, ਪਰ ਮੇਰਾ ਜੀ ਕਰਦਾ ਸੀ ਵੀ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਮੂਹਰੇ ਰੱਖ ਕੇ ਮੈਂ ਸੁਰਖਰੂ ਹੋ ਜਾਵਾਂ। ਅੱਜ ਮੈਂ ਰਾਤ ਨੂੰ ਵਧੀਆ ਢੰਗ ਦੇ ਨਾਲ ਆਪਣੀ ਨੀਂਦ ਇੰਜੋਏ ਕਰਾਂ, ਮੈਂ ਸੌਵਾਂ, ਘਰਾੜੇ ਮਾਰਾਂ। ਮੇਰਾ ਮਨ ਕਹੇ ਵੀ ਅੱਜ ਜਿਹੜੇ ਤੂੰ ਗੱਲ ਤੇਰੇ ਕੋਲ ਸੀ ਉਹ ਤਾਂ ਰੱਖ ਦਿੱਤੀ ਆਪਣੇ ਸਮਾਜ ਦੇ ਵਿੱਚ। ਹੁਣ ਇਹ ਸਮਾਜ ਦੀ ਮਰਜ਼ੀ ਆ ਇਸ ਗੱਲ ਨੂੰ ਕਿੱਦਾਂ ਲੈਣਾ, ਕੀ ਇਕੱਲੇ ਯੂਟਿਊਬਰਾਂ ਨੂੰ ਸੁਣਨਾ ਜਾਂ ਵਟਸਐਪ 'ਤੇ ਆਈਆਂ ਗੱਲਾਂ ਨੂੰ ਸੁਣਨਾ, ਜਾਂ ਉਹ ਹੁਣ ਫੇਸਬੁੱਕ ਵਾਲੇ ਮੇਰੇ ਮੂੰਹ ਦੂਏ ਲਈ ਪੱਤਰਕਾਰਾਂ ਲਈ ਮਾੜਾ ਲਫ਼ਜ਼ ਨਾ ਨਿਕਲ ਜਾਵੇ, ਉਹ ਧੰਦਾ ਕਰਨ ਵਾਲੇ ਪੱਤਰਕਾਰਾਂ ਨੂੰ ਸੁਣਨਾ। ਸੋ ਜਾਂ ਤੁਸੀਂ ਆ ਜਿਹੜੀਆਂ ਰਿਐਲਿਟੀ ਤੋਂ ਤੁਹਾਨੂੰ ਅਸੀਂ ਖਬਰਾਂ ਲਿਆ ਕੇ ਦਿੰਦੇ ਹਾਂ, ਅਸੀਂ ਆਪਣੇ ਆਪ ਨੂੰ ਵੀ ਰਿਸਕ ਵਿੱਚ ਪਾਉਂਦੇ ਹਾਂ, ਹੈ ਨਾ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਨਾਲ ਜਿੰਨੇ ਮੁੰਡੇ ਚੱਲਦੇ ਆ 35-40 ਜਾਣੇ ਆ, ਉਹਨਾਂ ਦੇ ਬਹੁਤਿਆਂ ਜਾਣਿਆਂ ਦੀ ਜਿਹੜੀ ਵਟਸਐਪ ਦੀ ਪਿਕਚਰ ਹੈ ਉਹ ਦੀਪ ਸਿੱਧੂ ਦੀ ਲੱਗੀ ਹੋਊ। ਪਰ ਮੈਨੂੰ ਇਹ ਨਹੀਂ ਹੁੰਦਾ, ਮੈਨੂੰ ਇਹ ਹੁੰਦਾ ਵੀ ਸੱਚਾਈ ਦੱਸਾਂ ਸਾਰਿਆਂ ਨੂੰ। ਮੈਂ ਕਿਹੜਾ ਕੋਈ ਦੁਸ਼ਮਣ ਹੈ ਦੀਪ ਸਿੱਧੂ ਦਾ। ਮੈਂ ਉਹਨਾਂ ਨੂੰ ਵੀ ਕਹਿੰਦਾ ਹੁੰਦਾ, ਦੀਪ ਸਿੱਧੂ ਜਦੋਂ ਸੀਗਾ, ਜੇ ਕੋਈ ਮਾੜੇ ਮੋਟੇ 19 ਕਿਤੇ ਸਾਡੇ ਬਿਖਰੇਵੇਂ ਸੀਗੇ, ਅਸੀਂ ਉਦੋਂ ਵੀ ਬੋਲ ਕੇ ਦੱਸਿਆ ਵੀ ਛੋਟੇ ਵੀਰ ਇੱਦਾਂ ਨਹੀਂ ਯਾਰ, ਐਂ ਕਰ ਲਾ, ਜਦੋਂ ਤੂੰ ਇਸ ਲਾਈਨ ਦੇ ਵਿੱਚ ਆਇਆ ਉਦੋਂ ਵੀ ਤੇਰੇ ਨਾਲ ਹੋਵਾਂਗੇ। ਉਸ ਤੋਂ ਬਾਅਦ ਵਿੱਚ ਅਸੀਂ ਕਦੇ ਗੱਲ ਹੀ ਨਹੀਂ ਕੀਤੀ, ਕੋਈ ਵੀ ਸਾਡੇ ਮੂੰਹੋਂ ਕਦੇ ਕੋਈ ਗੱਲ ਸੁਣੀ ਹੋਵੇ। ਔਰ ਮੈਂ ਕਹਿੰਦਾ ਲੀਡਰਾਂ ਨੇ ਵੀ ਕੋਈ ਗੱਲ ਨਹੀਂ ਕੀਤੀ। ਪਰ ਅੱਜ ਜਿਹੜੇ ਆ ਭੜਕਾਊ ਚੈਨਲ ਆ, ਇਹ ਬਾਰ-ਬਾਰ ਲੋਕਾਂ ਦੇ ਮੂੰਹਾਂ 'ਚੋਂ ਗੱਲ ਕਢਾ ਰਹੇ ਆ, ਜਿਨ੍ਹਾਂ ਨੇ ਗਦਾਰ ਕਿਹਾ ਸੀ, ਜਿਨ੍ਹਾਂ ਨੇ ਗਦਾਰ ਕਿਹਾ ਸੀਗਾ। ਗਦਾਰ ਤਾਂ ਹੁਣ ਦੇਖੋ, ਅੱਛਾ ਫਿਰ ਨਾ ਪੰਜਾਬ ਦੇ ਲੀਡਰਾਂ ਦਾ ਲੈਂਦੇ ਅੱਗ, ਜਾਂ ਪੰਜਾਬ ਚਲਾਉਣੀ ਆ। ਇੱਦਾਂ ਨਹੀਂ ਕਹਿੰਦੇ ਵੀ ਟਕੈਤ ਹੋਣੀ ਕੈਨੇਡਾ ਵਾਸੀ ਦੇ ਰੇਡੀਓ 'ਤੇ ਆ ਕੇ ਇਹ ਗੱਲ ਦੀਪ ਨੂੰ ਕਹਿ ਕੇ ਗਏ ਸੀ ਵੀ ਇਹ ਭਾਜਪਾ ਦਾ ਬੰਦਾ। ਹਾਲਾਂਕਿ ਮੈਂ ਉਸ ਚੀਜ਼ ਦੇ ਹੱਕ 'ਚ ਨਹੀਂ, ਪਰ ਮੈਂ ਟਕੈਤ ਉਹਨਾਂ ਦੀ ਗੱਲ ਕਰਦਾ। ਕਦੇ ਉਹਨਾਂ ਨੇ ਟਕੈਤ ਦਾ ਨਾਂ ਲਿਆ ਨਹੀਂ। ਪਤਾ ਆ ਵੀ ਅਸੀਂ ਟਾਰਗੇਟ ਕਿਹਨਾਂ ਨੂੰ ਕਰਨਾ, ਡੈਮੇਜ ਕਿਹਨਾਂ ਨੂੰ ਕਰਨਾ,
ਆਉਣ ਵਾਲੇ ਸਮੇਂ ਦੇ ਵਿੱਚ ਖਿਆਲ ਰੱਖਿਓ ਇਸ ਚੀਜ਼ ਦਾ, ਜਿਹੜੀ ਮੈਂ ਗੱਲ ਕਹਿਣ ਲੱਗਿਆ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪੰਜਾਬ ਦੇ ਵਿੱਚ ਲੀਡਰਾਂ ਦਾ ਨੁਕਸਾਨ ਵੀ ਕਰਾਇਆ ਜਾ ਸਕਦਾ। ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਕਹਿ ਰਹੀ ਹਾਂ, ਕਿਉਂਕਿ ਅਸੀਂ ਇਤਿਹਾਸਕ ਗੱਲਾਂ ਦੇਖ ਕੇ ਬੋਲਦੇ ਹਾਂ ਵੀ ਜਿਹੜਿਆਂ ਟਾਈਮਾਂ ਦੇ ਵਿੱਚ ਪਹਿਲਾਂ ਵੀ ਲੀਡਰ ਚੰਗੇ ਜਿਹੜੇ ਸੀ ਉਹਨਾਂ ਦਾ ਨੁਕਸਾਨ ਹੋਇਆ ਸੀਗਾ। ਸੋ ਇਹ ਅੱਗ ਨੂੰ ਇੱਥੇ ਠੱਲ ਦਿਓ। ਦੀਪ ਦਾ ਸਾਰੇ ਜਣੇ ਇਸ ਬਹੁਤ ਸਤਿਕਾਰ ਕਰੋ, ਚੱਲ ਗਿਆ ਦੁਨੀਆ ਤੋਂ। ਦੀਪ ਵਰਗੇ ਬਣਨ ਦੀ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਐਕਸਰਸਾਈਜ਼ ਕਰੋ, ਆਪਣੀ ਪੜ੍ਹਾਈ ਕਰੋ, ਚੰਗੇ ਬੁਲਾਰੇ ਬਣੋ। ਪਰ ਜਿਹੜੇ ਗੱਲ ਦੇ ਨਾਲ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਜਾਂ ਜਿਹੜਾ ਝੂਠ ਪਰੋਸਿਆ ਜਾ ਰਿਹਾ, ਉਹ ਝੂਠ ਦੇ ਨਾਲ ਦੀਪ ਦੇ ਕਿਰਦਾਰ ਨੂੰ ਸੱਟ ਵੱਜਦੀ ਹੈ। ਦੀਪ ਦੀ ਕਿਰਦਾਰਕੁਸ਼ੀ ਅਸੀਂ ਨਹੀਂ ਕਰਦੇ, ਇਹ ਲੋਕ ਕਰਦੇ ਆ। ਕਿਉਂਕਿ ਕਦੋਂ ਵੀ ਕਿਸੇ ਦੇ ਬਾਰੇ ਬਹੁਤ ਵਧਾ ਕੇ ਦੱਸਿਆ ਜਾਵੇ, ਉਹ ਵੀ ਕਿਰਦਾਰਕੁਸ਼ੀ ਹੁੰਦੀ ਆ, ਜਾਂ ਉਹਨੂੰ ਬਹੁਤ ਨੀਵਾਂ ਦਿਖਾਲਿਆ ਜਾਵੇ, ਉਹ ਵੀ ਕਿਰਦਾਰਕੁਸ਼ੀ ਹੁੰਦੀ ਆ। ਤੁਸੀਂ ਦੀਪ ਸਿੱਧੂ ਨੂੰ ਦੀਪ ਸਿੱਧੂ ਰਹਿਣ ਦਿਓ, ਉਹਨੂੰ ਐ ਹੋਰ ਕੁਝ ਬਣਾਉਣ ਦੀ ਨਾ ਟਰਾਈ ਕਰੋ। ਕਿਉਂਕਿ ਉਹਦੇ ਨਾਲ ਦੀਪ ਸਿੱਧੂ ਦਾ ਜਦੋਂ ਇਹ ਸਾਰਾ ਕੁਝ ਬਾਹਰ ਆਉਣਾ, ਫਿਰ ਬਹੁਤ ਜ਼ਿਆਦੀਆਂ ਜਿਹੜੀਆਂ ਗੱਲਾਂ ਉਹ ਤੁਹਾਨੂੰ ਮੁੜ ਕੇ ਆਪਣੇ ਮੂੰਹ ਦੇ ਵਿੱਚ ਨਹੀਂ ਪਾ ਹੋਣੀਆਂ। ਇਹ ਨਹੀਂ ਮੈਂ ਕਹਿੰਦਾ ਵੀ ਉਹਨੇ ਕੁਝ ਗਲਤ ਕੀਤਾ ਹੈ, ਮੈਂ ਇਹ ਕਹਿੰਦਾ ਜੋ ਤੁਸੀਂ ਪ੍ਰਚਾਰ ਰਹੇ ਆ ਉਹ ਗੱਲਾਂ ਹੈ ਨਹੀਂ ਸੀ। ਸੋ ਖੁਸ਼ ਰਹੋ ਮਿੱਤਰੋ। ਜੇ ਕੋਈ ਹੋਰ ਗੱਲ ਰਹਿ ਗਈ ਹੋਵੇ ਤਾਂ ਇਸ ਚੀਜ਼ ਲਈ ਮੈਂ ਮਾਫੀ ਚਾਹੁੰਦਾ, ਮੈਂ ਕਲੀਅਰ ਨਹੀਂ ਕਰ ਸਕਿਆ, ਜਾਂ ਮੇਰਾ ਜਿਹੜਾ ਦੱਸਣ ਦਾ ਤੁਹਾਨੂੰ ਢੰਗ ਸੀਗਾ ਉਹ ਸ਼ਾਇਦ ਉਹ 'ਚ ਕਮੀ ਰਹਿ ਗਈ ਹੋਵੇ। ਪਰ ਮੇਰਾ ਇਸ ਚੀਜ਼ ਲਈ ਕਦੇ ਵੀ ਨਹੀਂ ਸੀ ਮੈਂ ਅੱਜ ਮੈਂ ਦਿਲ ਦਿਖਾਵਾਂ ਕਿਸੇ ਦਾ ਵੀ ਤੁਹਾਡੇ ਵਿੱਚੋਂ। ਮੈਂ ਤਾਂ ਇਹ ਚਾਹੁੰਦਾ ਵੀ ਆਪਾਂ ਇਹ ਗੱਲ ਨੂੰ ਕਲੀਅਰ ਕਰਕੇ ਇੱਥੋਂ ਗਾਂਹ ਚੱਲੀਏ, ਗਾਂਹ ਚੱਲ ਕੇ ਪੰਜਾਬ ਦਾ ਸੋਚੀਏ ਵੀ ਪੰਜਾਬ ਦਾ ਭਲਾ ਕਿੱਦਾਂ ਕੀਤਾ ਜਾ ਸਕਦਾ, ਉਹ ਬੰਜਰ ਹੋ ਰਹੀ ਜ਼ਮੀਨ ਨੂੰ ਕਿੱਦਾਂ ਰੋਕਿਆ ਜਾ ਸਕਦਾ, ਉਹ ਜ਼ਹਿਰੀਲੀ ਹੋ ਰਹੀ ਜ਼ਮੀਨ ਨੂੰ ਕਿੱਦਾਂ ਰੋਕਿਆ ਜਾ ਸਕਦਾ, ਉਹਦੀ ਆਬੋ ਹਵਾ ਕਿੱਦਾਂ ਠੀਕ ਕੀਤੀ ਜਾ ਸਕਦੀ ਹੈ। ਇਹਦੇ 'ਤੇ ਆਪਾਂ ਵਿਚਾਰ ਕਰੀਏ, ਨਾ ਕਿ ਆਪਾਂ ਇੱਕ ਦੂਜੇ ਦੇ ਨਾਲ ਲੜੀਏ। ਇਹ ਲੜਾਈ ਨੂੰ ਇੱਥੇ ਹੀ ਬੰਦ ਕਰ ਦਿਓ। ਜੇ ਕਿਸੇ ਵੀ ਵੀਰ ਨੇ ਕੋਈ ਵੀ ਗੱਲ ਕਰਨੀ ਹੋਵੇ, ਉਹ ਮੈਨੂੰ ਮੈਸੇਂਜਰ ਦੇ ਉੱਤੇ ਆਪਣਾ ਮੈਸੇਜ ਛੱਡ ਦੇਵੇ। ਮੈਂ ਅੱਗੇ ਵੀ ਦਿਹਾੜੀ ਦੇ ਵਿੱਚ 12-12 14-14 ਘੰਟੇ ਫੋਨਾਂ ਦੇ ਉੱਤੇ ਲਾਉਣਾ, ਇਸੇ ਗੱਲ ਨੂੰ ਕਲੀਅਰ ਕਰਨ ਵਾਸਤੇ ਬਹੁਤ ਬੰਦਿਆਂ ਨਾਲ ਹੋ ਗਈ ਹੈ। ਪਰ ਤੁਹਾਡੇ ਸਾਹਮਣੇ ਤਾਂ ਰੱਖਿਆ ਕਿਉਂਕਿ ਇੰਨਿਆਂ ਜਾਣਿਆਂ ਨਾਲ ਫੋਨ 'ਤੇ ਗੱਲ ਨਹੀਂ ਸੀ ਹੋ ਸਕਦੀ। ਪਰ ਮੈਂ ਹਰ ਵੇਲੇ ਰੈਡੀ ਹਾਂ, ਚਾਹੇ ਤੁਸੀਂ ਮੇਰੇ ਨਾਲ ਸਹਿਮਤ ਹੋ ਚਾਹੇ ਨਹੀਂ ਹੋ, ਮੈਂ ਤੁਹਾਡੇ ਨਾਲ ਵਿਚਾਰ ਕਰਨ ਨੂੰ ਹਰ ਵੇਲੇ ਰੈਡੀ ਹਾਂ। ਔਰ ਜਿਹੜੀਆਂ ਮੈਂ ਗੱਲਾਂ ਕਹੀਆਂ, ਇਹ ਗੱਲਾਂ ਮੈਂ ਬਹੁਤ ਤਕਰੀਬਨ ਜਿਹੜੀਆਂ ਦੀਪ ਦੇ ਐਕਸੀਡੈਂਟ ਦੇ ਬਾਰੇ ਆ, ਇਹ ਦਾਅਵੇ ਨਾਲ ਕਹਿ ਰਿਹਾ ਵੀ ਆਹੀ ਕੁਛ ਹੋਇਆ। ਬ੍ਰੇਕਾਂ ਜਿਹੜੀਆਂ ਨਹੀਂ ਲੱਗੀਆਂ ਮੂਹਰਿਓਂ, ਐਕਸਲ ਥੱਲੇ ਡਿੱਗਿਆ, ਐਕਸਲ ਘੜੀਸ ਹੁੰਦਾ ਗਿਆ, ਉਹਦੀਆਂ ਬ੍ਰੇਕਾਂ ਬਣਾਈਆਂ ਗਈਆਂ। ਰੀਨਾ ਜਿਹੜੀ ਉਹ ਸੀਟ ਸੱਟ ਕੇ ਪਿੱਛੇ ਨੂੰ ਪਈ ਸੀਗੀ। ਕੁੜੀ ਜਿਹੜੀ ਆ ਉਹ ਬਿਲਕੁਲ ਬੇਕਸੂਰ ਆ। ਉਹਦੇ ਕਿਰਦਾਰ ਦੇ ਉੱਤੇ, ਉਹਦੇ ਕਰੈਕਟਰ ਦੇ ਉੱਤੇ ਇੱਦਾਂ ਚਿੱਕੜ ਨਾ ਉਛਾਲੋ। ਉਹ ਤੁਹਾਡੀਆਂ ਭੈਣਾਂ ਵਰਗੀ ਆ, ਤੁਹਾਡੀਆਂ ਧੀਆਂ ਵਰਗੀ ਆ। ਸਾਡਿਆਂ ਇਹਨਾਂ ਬੱਚਿਆਂ ਨੇ ਗਾਹਾਂ ਜਾ ਕੇ ਵੀ ਪੰਜਾਬ ਦੇ ਵਿੱਚ ਵਿਆਹ ਕਰਾਉਣੇ ਆ। ਤੁਸੀਂ ਹਰ ਇੱਕ ਥਾਂ ਦੇ ਉੱਤੇ ਹੋੜਾ ਲਾਈ ਜਾਂਦੇ ਆ। ਕਿਉਂਕਿ ਰੀਨਾ ਆਪਣੇ ਇੰਸਟਾਗ੍ਰਾਮ ਦੇ ਉੱਤੇ ਪਾ ਕੇ ਤੁਰੀ ਸੀ ਵੀ ਮੈਂ ਇੰਡੀਆ ਨੂੰ ਚੱਲੀ ਹਾਂ। ਹੁਣ ਜਿੰਨੀਆਂ ਵੀ ਕੁੜੀਆਂ ਮੁੰਡੇ ਇੰਸਟਾਗ੍ਰਾਮ 'ਤੇ ਉਹਨੂੰ ਫੋਲੋ ਕਰਦੇ ਹੋਣਗੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਇੰਡੀਆ ਨੂੰ ਚੱਲੀ ਹੈ। ਫਿਰ ਉਹਨੇ ਉੱਥੇ ਜਾ ਕੇ ਗੜਗਾਉਂ ਜਦੋਂ ਦੀਪ ਦੇ ਨਾਲ ਬਹਿ ਕੇ ਡਿਨਰ ਕੀਤਾ, ਉਹਨੇ ਉਦੋਂ ਵੀ ਦੀਪ ਦੇ ਨਾਲ ਫੋਟੋ ਪਾਈ ਆ। ਉਹਨੇ ਦਿਮਾਗ ਦੇ ਵਿੱਚ ਆਪਣੇ ਗੱਲ ਧਿਆਨ ਲੈ ਕੇ ਆਇਆ, ਜੇ ਕੋਈ ਕੁੜੀ ਦੀਪ ਨੂੰ ਮਾਰਨ ਗਈ ਹੋਊਗੀ, ਉਹ ਦੱਸ ਕੇ ਜਾਊਗੀ ਵੀ ਇੰਡੀਆ ਨੂੰ ਚੱਲੀ ਹੈ। ਉਹ ਜਾ ਕੇ ਉੱਥੇ ਗੜਗਾਉਂ ਰੈਸਟੋਰੈਂਟ ਦੇ ਵਿੱਚ ਬਹਿ ਕੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਫੋਟੋ ਪਾਊਗੀ, ਮੈਂ ਦੀਪ ਨਾਲ ਹੁਣ ਡਿਨਰ ਕਰਕੇ ਹਟੀ ਹਾਂ। ਉਹ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਦਾ, ਕਿਉਂਕਿ ਉਹਨੂੰ ਰਾਈਟ ਵੇ ਨਹੀਂ ਦੱਸਿਆ ਗਿਆ, ਜਦੋਂ ਪਤਾ ਲੱਗਦਾ ਉਹਨੇ ਫੇਰ ਦੁਬਾਰਾ ਆਪਣਾ ਇੰਸਟਾਗ੍ਰਾਮ ਭਰ ਦਿੱਤਾ ਵੀ ਆਮ ਸੋ ਸੌਰੀ, ਆਈ ਮਿਸ ਯੂ, ਜਾਂ ਸਾਰਾ ਕੁਝ ਉਹਨੇ ਜੋ ਲਿਖਿਆ ਉਹ ਸਾਰਿਆਂ ਨੂੰ ਤੁਹਾਨੂੰ ਪਤਾ ਜਿਹੜੇ ਇੰਸਟਾਗ੍ਰਾਮ ਦੇ ਉੱਤੇ ਆ। ਪਰ ਸਾਡਾ ਕੀ ਆ, ਅਸੀਂ ਇੰਸਟਾਗ੍ਰਾਮ ਦੇ ਉੱਤੇ ਬਹੁਤ ਥੋੜ੍ਹੇ ਆ। ਅਸੀਂ ਜ਼ਿਆਦਾ ਜਾਣੇ ਫੇਸਬੁੱਕ ਦੇ ਉੱਤੇ ਆ। ਇੱਥੇ ਜੋ ਕੁਝ ਵੀ ਤੁਹਾਨੂੰ ਪਰੋਸ ਕੇ ਦਿੱਤਾ ਜਾਂਦਾ, ਆਪਾਂ ਨੂੰ ਸੱਤ ਵਚਨ ਕਰਕੇ ਮੰਨਦੇ ਹੀ ਨਹੀਂ। ਆਪਾਂ ਲੋਕਾਂ ਨਾਲ ਜਿੱਦਦੇ ਵੀ ਆ, ਆਪਣੇ ਸਮਾਜ ਵਿੱਚ ਕੜਤਣ ਵੀ ਪੈਦਾ ਕਰਦੇ ਆ। ਖੁਸ਼ ਰਹੋ ਮਿੱਤਰੋ। ਲਾਈਵ ਲੰਮਾ ਹੋ ਗਿਆ, ਸੋ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਦਾ। ਸਤਿ ਸ਼੍ਰੀ ਅਕਾਲ।